ਸ਼ੇਰੇ ਪੰਜਾਬ 600 AM ਤੇ ਨਿੱਘਾ ਹਾਰਦਿਕ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ। ਹਰਜੀਤ ਸਿੰਘ ਗਿੱਲ ਸ਼ੋਅ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। 9:16 ਹੋ ਗਏ। 3 ਸਤੰਬਰ ਹੈ ਵਰਾ 2021 ਦਾ ਸੱਸਾ ਸ਼ੁੱਕਰਵਾਰ ਹੈ ਜੁਮਨਲ ਗੁਮਾ ਤੇ 20 ਭਾਦੋਂ ਨਾਨਕ ਸੰਮਤ 553 ਨਿੱਘਾ ਹਾਰਦਿਕ ਸਵਾਗਤ ਹੈ। ਪੰਜਾਬ ਦੇ ਝਰੋਖੇ ਚੋਂ ਸਰਦਾਰ ਨਵਕਿੰਨ ਸਿੰਘ ਪੱਤੀ ਜਮਾ ਹੀ ਨਾਲ ਬੈਠੇ ਹੈ ਤੇ ਗੱਲਾਂ ਬਾਤਾਂ ਹੋਣਗੀਆਂ ਪੰਜਾਬ ਦੀਆਂ ਰਾਜਨੀਤੀ ਦੇ ਵਿੱਚ ਕੀ ਚੱਲ ਰਿਹਾ। ਥਰਮਲ ਦੀਆਂ ਚਿਮਨੀਆਂ ਢਹਿਣਗੀਆਂ ਨਹੀਂ, ਬਠਿੰਡੇ ਵਾਲੀਆਂ 9 ਨਿਸ਼ਾਨ ਮਿਟਾ ਦੇਣਗੇ ਅਗਲੇ। ਰਾਜਨੀਤਿਕ ਬੰਦੇ ਪੰਜਾਬ ਨੂੰ ਗਹਿਣੇ ਰੱਖੀ ਬੈਠੇ ਆ। ਤੇ ਉਸ ਤੋਂ ਬਾਅਦ ਅੱਜ ਸ਼ੁੱਕਰਵਾਰ ਹੈ, ਸੋਮਵਾਰ ਦੀ ਛੁੱਟੀ ਹੈ, ਲੌਂਗ ਵੀਕਐਂਡ ਸ਼ੁਰੂ ਹੋਇਆ। ਅੱਜ ਹਰਜੀਤ ਸਿੰਘ ਗਿੱਲ ਸ਼ੋਅ ਦੇ ਵਿੱਚ ਅਸੀਂ ਵੀ ਨੇੜੇ ਪਹੁੰਚ ਗਏ ਹਾਂ। 1 ਸਾਲ ਦਾ ਸਫ਼ਰ ਸ਼ੇਰੇ ਪੰਜਾਬ ਦਾ ਤੈਅ ਹੋ ਚੁੱਕਿਆ ਤੇ 27 ਸਤੰਬਰ ਨੂੰ ਇੱਕ ਵਾਰਾ ਪੂਰਾ ਹੋ ਜਾਣਾ ਸ਼ੇਰੇ ਪੰਜਾਬ। ਵੈਸੇ ਤਾਂ ਤੁਹਾਡੇ ਚਰਨਾਂ ਤੁਹਾਡੀ ਸੇਵਾ ਦੇ ਵਿੱਚ 20 ਵਾਰੇ ਹੋ ਗਏ, ਪਰ 600 AM ਦਾ 1 ਸਾਲ। ਅੱਜ ਖੁੱਲ੍ਹੀਆਂ ਗੱਲਾਂ ਤੁਹਾਡੇ ਨਾਲ ਕਰਨੀਆਂ ਨੇ। 1 ਸਾਲ ਦੇ ਇਸ ਸਫ਼ਰ ਦੇ ਵਿੱਚ ਤੁਹਾਡਾ ਅਨੁਭਵ ਕੀ ਹੈ। ਅਨੁਭਵ ਤੋਂ ਬਿਨਾਂ ਵੱਡੀ ਗੱਲ ਜਿਹੜੀ ਕਰਨੀ ਆ ਉਹ ਇਹ ਕਰਨੀ ਹੈ ਕਿ ਇਸ ਸ਼ੋਅ ਦੇ ਵਿੱਚ ਹਾਲੇ ਤੱਕ ਤੁਹਾਨੂੰ ਖੁੱਲ੍ਹੀ ਲਾਈਨ ਤੁਹਾਡੇ ਮਨਾਂ ਦੇ ਵਲਵਲੇ ਦਾ ਸਮਾਂ ਨਹੀਂ ਮਿਲਿਆ। ਅਤੇ ਅੱਜ ਮੈਂ ਤੁਹਾਡੇ ਨਾਲ ਇਹੀ ਗੱਲਾਂ ਕਰਨੀਆਂ ਨੇ ਕਿ ਜਿਹੜੇ ਵੀ ਇਸ਼ੂ ਚੱਲ ਰਹੇ ਨੇ ਲੋਕਲ ਦੁਨੀਆ ਦੇ ਵਿੱਚ ਅਤੇ ਜਾਂ ਫਿਰ ਪੰਜਾਬ ਦੇ ਵਿੱਚ, ਉਹਨਾਂ 'ਤੇ ਪਕੜ, ਉਹਨਾਂ ਦੀ ਗੱਲਬਾਤ, ਇੱਥੇ ਦੀ ਰਾਜਨੀਤੀ, ਜਿਹੜੇ ਵਿਸ਼ੇ 'ਤੇ ਵੀ ਤੁਸੀਂ ਖੁੱਲ੍ਹੀ ਗੱਲ, ਅੱਜ ਖੁੱਲ੍ਹੀ ਅਡਾਰੀ ਲੱਗਣੀ ਹੈ। 10:15 ਤੋਂ ਲੈ ਕੇ 11 ਵਜੇ ਤੱਕ ਮਾਈਕ ਤੁਹਾਡੇ ਹਵਾਲੇ ਹੋਊ। ਅੱਜ 604 204 0600 ਔਨ ਏਅਰ ਨੰਬਰ ਹੈ। ਕਿਸੇ ਦਾ ਪਿਆਰ ਪਾਵਣ ਨੂੰ ਭਲਾ ਕੋਈ ਕੀ ਨਹੀਂ ਕਰਦਾ, ਉਹ ਪਰਬਤ ਭੋਰ ਦਿੰਦਾ ਹੈ, ਉਹ ਰੀਝਾਂ ਹੀ ਨਹੀਂ ਕਰਦਾ। ਲਪੇਟਾਂ ਰੇਸ਼ਮਾਂ ਅੰਦਰ ਵੇ ਤੇਰੇ ਐਬ ਵੀ ਸੋਹਣੇ, ਜੋ ਚੰਨ ਦੇ ਦਾਗ ਧੋਵਣ ਨੂੰ ਕਿਸੇ ਦਾ ਜੀ ਨਹੀਂ ਕਰਦਾ। ਜੋ ਲਿਖਦਾ ਕਾਸ਼ਨੀ ਚਿੱਠੀਆਂ ਹਵਾ ਦੇ ਵਰਕਿਆਂ ਉੱਤੇ, ਮੇਰੇ ਨਾਲ ਬੋਲਦਾ ਵੀ ਨਹੀਂ ਤੇ ਨਫ਼ਰਤ ਵੀ ਨਹੀਂ ਕਰਦਾ। ਇਸ਼ਕ ਅਸਮਾਨ ਵਰਗਾ ਹੈ ਜੋ ਨੀਲਾ ਕੇਸਰੀ ਹੁੰਦਾ ਹੈ, ਤਵੀ ਤੇ ਬੈਠ ਜਾਂਦਾ ਹੈ ਤੇ ਉੱਪਰੋਂ ਸੀ ਨਹੀਂ ਕਰਦਾ। ਹੈ ਰੇਤਾ ਵੀ ਤਕੱਕਾ ਹੀ ਮਗਰ ਕੋਈ ਪੈੜ ਨਹੀਂ ਦਿਸਦੀ। ਅਨੋਖਾ ਸੱਪ ਹੈ, ਤੁਰਦਾ ਤਾਂ ਹੈ ਪਰ ਲੀਹ ਨਹੀਂ ਕਰਦਾ। ਕਿ ਬੰਬਲ ਚਾਨਣੀ ਦੇ ਹੁਣ ਕੋਈ ਵੱਟਦਾ ਨਹੀਂ ਤੱਕਿਆ, ਤੇ ਨਿੱਤਰੇ ਨੂੰ ਚੌਰ ਕੋਈ ਮਸਕੀ ਨਹੀਂ ਕਰਦਾ। ਕਿਸੇ ਦਾ ਪਿਆਰ ਪਾਵਣ ਨੂੰ ਭਲਾ ਕੋਈ ਕੀ ਨਹੀਂ ਕਰਦਾ, ਉਹ ਪਰਬਤ ਭੋਰ ਦਿੰਦਾ ਹੈ ਤੇ ਉਹ ਰੀਝਾਂ ਹੀ ਨਹੀਂ ਕਰਦਾ, ਉਹ ਰੀਝਾਂ ਹੀ ਨਹੀਂ ਕਰਦਾ। ਹਰਮਨਜੀਤ ਇਉਂ ਸੱਲ ਪਾਉਂਦਾ। ਸਰਦਾਰ ਨਵਕਿੰਨ ਸਿੰਘ ਪੱਤੀ ਜੀ, ਸਵਾਗਤ, ਸਤਿ ਸ੍ਰੀ ਅਕਾਲ। ਸ਼ੁਕਰੀਆ ਗਿੱਲ ਸਾਹਿਬ ਜੀ। ਸਭ ਤੋਂ ਪਹਿਲਾਂ ਤੁਹਾਨੂੰ ਅਤੇ ਸ਼ੇਰੇ ਪੰਜਾਬ ਰੇਡੀਓ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਗਿੱਲ ਸਾਹਿਬ, ਧਰਮ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨੂੰ ਸਮਰਪਿਤ ਵਿਧਾਨ ਸਭਾ ਦੇ ਵਿੱਚ ਵੀ ਗੱਲਬਾਤ ਹੋਈ ਹੈ, ਰਾਜਨੀਤੀ ਹੋਈ ਹੈ ਕਿ ਦਿਲੋਂ ਅਕੀਦਤ ਸੀ? ਜੀ ਗਿੱਲ ਸਾਹਿਬ, ਦੇਖੋ ਅੱਜ ਸ਼੍ਰੀ ਗੁਰੂ ਤੇਗ ਬਹਾਦਰ ਜੀ, ਜਿਨ੍ਹਾਂ ਨੂੰ ਹਿੰਦ ਦੀ ਚਾਦਰ ਕਿਹਾ ਜਾਂਦਾ ਹੈ, ਜਿਨ੍ਹਾਂ ਨੇ ਜ਼ਬਰ ਜ਼ੁਲਮ ਦੇ ਖਿਲਾਫ ਖੁਦ ਸ਼ਹਾਦਤ ਦਿੱਤੀ, ਤਾਂ ਅੱਜ ਉਹਨਾਂ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਕ ਰੋਜ਼ਾ ਜਿਹੜਾ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਬੁਲਾਇਆ ਗਿਆ। ਗਿੱਲ ਸਾਹਿਬ, ਰਾਜਨੀਤਿਕ ਬੰਦੇ ਆ ਨਾ ਜਿਹੜੇ, ਉਹ ਰਾਜਨੀਤੀ ਕਰਨੋਂ ਹਟ ਹੀ ਨਹੀਂ ਸਕਦੇ। ਸੋ ਇਹ ਸੈਸ਼ਨ ਬੁਲਾਉਣਾ, ਸੈਸ਼ਨ ਦੇ ਦੌਰਾਨ, ਔਰ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ, ਕਿਸੇ ਇੱਕ ਨੇ ਨਹੀਂ, ਉੱਥੇ ਰਾਜਨੀਤੀ ਹੈ ਜਿਹੜੀ ਉਹ ਕੀਤੀ ਹੈ। ਔਰ ਪੰਜਾਬ ਵਿਧਾਨ ਸਭਾ ਦੇ ਇਸ ਵਿਸ਼ੇਸ਼ ਸੈਸ਼ਨ ਦੇ ਦੌਰਾਨ ਅੱਜ ਸੂਬੇ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ, ਦੇਸ਼ ਦੇ ਸਾਬਕਾ ਚੀਫ ਜਸਟਿਸ JS ਖੇਹਰ, ਕੈਪਟਨ ਅਮਰਿੰਦਰ ਸਿੰਘ, ਸਪੀਕਰ ਰਾਣਾ KP ਸਿੰਘ, ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ, ਇਸ ਤੋਂ ਇਲਾਵਾ ਹੋਰ ਸਾਰੇ ਆਗੂ ਨੇ ਜਿਹੜੇ ਉੱਥੇ ਮੌਜੂਦ ਸੀ। ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਵੀ ਮੌਜੂਦ ਸੀ ਔਰ ਉਹਨਾਂ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਦੀਆਂ ਸਿੱਖਿਆਵਾਂ, ਕੁਰਬਾਨੀ, ਫਲਸਫਾ ਤੇ ਬਾਣੀ ਤੋਂ ਸੇਧ ਲੈਣ ਦੀ ਜ਼ਰੂਰਤ ਹੈ। ਔਰ ਅੱਜ ਸੈਸ਼ਨ ਦੇ ਦੌਰਾਨ ਗਿੱਲ ਸਾਹਿਬ, ਉੱਥੇ ਜਿਹੜਾ ਸਭ ਤੋਂ ਵੱਧ ਚਰਚਾ ਰਹੀ ਹੈ, ਵਿਰੋਧੀ ਪਾਰਟੀਆਂ ਕਹਿੰਦੀਆਂ ਇਹਨੂੰ ਹੋਰ ਵਧਾਓ,
ਔਰ ਤੁਸੀਂ ਭੱਜ ਰਹੇ ਹੋ ਸਰਕਾਰ ਨੂੰ, ਕਹਿੰਦੇ ਚਰਚਾਵਾਂ ਤੋਂ ਇਹਨੂੰ 15 ਦਿਨ ਦਾ ਕਰੋ। ਅਕਾਲੀ ਦਲ ਵੀ ਮੰਗ ਕਰ ਰਿਹਾ ਸੀ, ਆਮ ਆਦਮੀ ਪਾਰਟੀ ਵੀ ਮੰਗ ਕਰ ਰਹੀ ਸੀ, ਲੇਕਿਨ ਪੰਜਾਬ ਸਰਕਾਰ ਆ ਜਿਹੜੀ ਉਹ ਚਰਚਾ ਤੋਂ ਭੱਜ ਰਹੀ ਆ। ਸੋ ਬਣਦਾ ਤਾਂ ਦੇਖੋ ਗਿੱਲ ਸਾਹਿਬ ਇਹੀ ਆ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ 400ਵਾਂ ਪ੍ਰਕਾਸ਼ ਪੁਰਬ ਆ, ਔਰ 400ਵੇਂ ਪ੍ਰਕਾਸ਼ ਪੁਰਬ ਦੇ ਮੌਕੇ ਦੇ ਉੱਤੇ ਲੋਕਾਂ ਨੂੰ ਘੱਟੋ ਘੱਟ ਜਿਹੜੇ ਸੌਹਾਂ ਖਾਧੀਆਂ ਨੇ ਉਹ ਵਾਅਦੇ ਤਾਂ ਪੂਰੇ ਕਰ ਦਿੰਦੇ ਨਾ। ਲੋਕਾਂ ਨੂੰ ਕੋਈ ਵਾਅਦਾ ਤਾਂ ਅੱਜ ਸਮਰਪਿਤ ਕਰਦੇ ਕਿ ਅੱਜ ਵਿਸ਼ੇਸ਼ ਸੈਸ਼ਨ ਸੱਦਿਆ, ਕਿਉਂਕਿ ਅੱਜ ਬਹੁਤ ਸਾਰੇ ਕੱਚੇ ਮੁਲਾਜ਼ਮਾਂ ਨੂੰ ਲੱਗਦਾ ਸੀ ਕਿ ਅੱਜ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਮੌਕੇ ਸ਼ਾਇਦ ਸਾਨੂੰ ਪੱਕੇ ਕਰਨ ਦਾ ਐਲਾਨ ਕਰਨਗੇ। ਬੇਰੁਜ਼ਗਾਰਾਂ ਨੂੰ ਲੱਗਦਾ ਸੀ ਕਿ ਸ਼ਾਇਦ ਅੱਜ ਘਰ ਘਰ ਨੌਕਰੀ ਆ ਜਿਹੜੀ 4.5 ਸਾਲ ਤੋਂ ਨਹੀਂ ਕੋਈ, ਉਸ ਵਿਸ਼ੇ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕਦਮ ਪੁੱਟਿਆ, ਅੱਜ ਪੁੱਟਣਗੇ। ਮੁਲਾਜ਼ਮਾਂ ਨੂੰ ਲੱਗਦਾ ਸੀ ਸਾਡਾ ਮੰਗਾਂ ਮਸਲੇ ਹੱਲ ਹੋਣਗੇ, ਲੇਕਿਨ ਹੋਇਆ ਕੁਛ ਨਹੀਂ ਗਿੱਲ ਸਾਹਿਬ, ਸਿਵਾਏ ਰਾਜਨੀਤੀ ਦੇ। ਜੀ ਅੱਛਾ, ਰਾਜਨੀਤੀ ਵਾਲੇ ਪਾਸੇ ਨੂੰ ਆਈਏ। ਸੁਖਬੀਰ ਸਿੰਘ ਬਾਦਲ ਉਹਨਾਂ ਨੇ 100 ਦਿਨਾਂ ਜਿਹੜੀ ਯਾਤਰਾ ਸੀ ਉਹ ਥੰਮਤੀ ਜੀ ਹੁਣ ਕੁਝ ਸਮੇਂ ਲਈ। ਜੀ ਗਿੱਲ ਸਾਹਿਬ, ਸੁਖਬੀਰ ਬਾਦਲ ਹੋਰਾਂ ਦਾ ਦੇਖੋ ਜਿੱਦਾਂ ਕੱਲ ਵਿਰੋਧ ਹੋਇਆ, ਮੋਗੇ ਦੇ ਵਿੱਚ ਜੋ ਘਟਨਾਕ੍ਰਮ ਹੋਇਆ, ਕਰਨਾਲ ਨੂੰ ਮਾਤ ਪਾਉਂਦਾ ਸੀ, ਜੋ ਕਰਨਾਲ 'ਚ ਲਾਠੀ ਚਾਰਜ ਹੋਇਆ, ਉਸੇ ਤਰੀਕੇ ਦਾ ਲਾਠੀ ਚਾਰਜ ਆ ਜਿਹੜਾ ਉਹ ਮੋਗੇ ਹੋਇਆ। ਉਸ ਤੋਂ ਬਾਅਦ ਸੁਖਬੀਰ ਬਾਦਲ ਹੋਰਾਂ ਨੇ ਜਿਹੜੀ ਬਿਆਨਬਾਜ਼ੀ ਕੀਤੀ, ਦੇਖੋ ਤਾਂ ਕਿਸਾਨ ਸੀ, ਇਹ ਕਿਸਾਨਾਂ ਦੇ ਵਿੱਚ ਰੋਹ ਹੈ, ਉਹਨਾਂ ਨੂੰ ਲੱਗਦਾ ਕਿ ਅਸੀਂ ਪਿਛਲੇ 9 ਮਹੀਨਿਆਂ ਤੋਂ ਦਿੱਲੀ ਦੇ ਬਾਰਡਰਾਂ ਤੇ ਬੈਠੇ ਹਾਂ ਤੇ ਹੁਣ ਸੁਖਬੀਰ ਬਾਦਲ, ਕੈਪਟਨ ਅਮਰਿੰਦਰ ਸਿੰਘ ਤੇ ਉਧਰੋਂ ਆਮ ਆਦਮੀ ਪਾਰਟੀ ਸਾਨੂੰ ਵੰਡੀਆਂ ਪਾ ਰਹੇ ਨੇ, ਇਹਨਾਂ ਨੂੰ ਵੋਟਾਂ ਦਿੰਦੀਆਂ ਨੇ, ਸਾਨੂੰ ਕਾਲੇ ਕਾਨੂੰਨ ਰੱਦ ਕਰਾਉਣੇ ਦਿੰਦੇ ਨੇ, ਉਹ 'ਚੋਂ ਵਿਰੋਧ ਹੋਇਆ। ਲੇਕਿਨ ਸੁਖਬੀਰ ਬਾਦਲ ਨੇ ਜਿਹੜੀ ਬਿਆਨਬਾਜ਼ੀ ਕੀਤੀ, ਉਹ ਬਿਆਨਬਾਜ਼ੀ ਦੇ ਵਿੱਚ ਸੁਖਬੀਰ ਬਾਦਲ ਕਹਿ ਰਹੇ ਨੇ ਕਿ ਆਮ ਆਦਮੀ ਪਾਰਟੀ ਦੇ ਵਰਕਰ ਨੇ ਜੀ, ਇਹ ਕਾਂਗਰਸ ਦੇ ਵਰਕਰ ਨੇ ਜੀ, ਇਹਦੇ 'ਚ ਆਹ ਦੇਖੋ ਜਿਹੜੇ ਇੰਨੇ ਵਰਕਰ ਨੇ ਉਹ ਕਾਂਗਰਸ ਦੇ ਨੇ। ਉਦੋਂ ਗਾਹਾਂ ਜਿਹੜਾ ਪੰਜਾਬ ਪੁਲਿਸ ਨੇ ਵੈਸ਼ੀਆਣਾ ਲਾਠੀ ਚਾਰਜ ਦਾ ਕੀਤਾ, ਜਿਹੜਾ ਕੀਤਾ ਗਿੱਲ ਸਾਹਿਬ, 17 ਜਾਣਿਆਂ ਦੇ ਬਾਏ ਨੇਮ, 250 ਜਾਣੇ ਅਨਨੋਨ, ਧਾਰਾ 307 ਜਿਹਨੂੰ ਇਰਾਦਾ ਕਤਲ ਦੀ ਧਾਰਾ ਜਿਹੜੀ, ਉਹਦੇ ਤਹਿਤ ਕੇਸ ਦਰਜ ਕਰਤੇ। ਔਰ ਇਸ ਗੱਲ ਦਾ ਲੋਕਾਂ ਦੇ ਵਿੱਚ ਵਿਰੋਧ ਆ ਜਿਹੜਾ ਉਹ ਸ਼ੁਰੂ ਹੋਇਆ, ਜਿਸ ਕਰਕੇ ਸੁਖਬੀਰ ਬਾਦਲ ਹੋਰਾਂ ਨੇ ਇਸ ਮੌਕੇ ਫੈਸਲਾ ਲਿਆ, ਅੱਜ ਪ੍ਰੈਸ ਕਾਨਫਰੰਸ ਕੀਤੀ ਚੰਡੀਗੜ੍ਹ ਦੇ ਵਿੱਚ, ਕਿ 1 ਹਫ਼ਤੇ ਦੇ ਲਈ ਜਿਹੜਾ ਇਹ ਆਪਣੀ 100 ਦਿਨਾਂ ਦੀ ਯਾਤਰਾ ਉਹਨੂੰ ਟਾਲਦੇ ਨੇ, ਉਹਨੂੰ ਪੋਸਟਪੋਨ ਕਰਦੇ ਨੇ। ਸੋ ਲੱਗਦਾ ਗਾ ਕਿ 1 ਹਫ਼ਤਾ ਇੱਕ ਵਾਰ ਕਹਿਣ ਦੀ ਗੱਲ ਹੈ, ਸੋ ਇਹ ਪੋਸਟਪੋਨ ਹੋਊ, ਚੰਗੀ ਗੱਲ ਹੈ। ਮੈਨੂੰ ਲੱਗਦਾ ਗਾ ਗਿੱਲ ਸਾਹਿਬ ਕਿ ਪੰਜਾਬ ਦੀ ਭਾਈਚਾਰਕ ਏਕੇ ਨੂੰ ਮੁੱਖ ਰੱਖਦਿਆਂ ਔਰ ਕਾਲੇ ਕਾਨੂੰਨ ਰੱਦ ਕਰਾਉਣ ਦੇ ਲਈ ਲੋਕਾਂ 'ਚ ਭਾਈਚਾਰਾ ਬਣਿਆ ਰਹੇ, ਇਸ ਚੀਜ਼ ਨੂੰ ਮੁੱਖ ਰੱਖਦਿਆਂ ਜਿਹੜੀ ਆ ਉਹ ਸੁਖਬੀਰ ਬਾਦਲ ਹੋਰਾਂ ਨੂੰ ਨਹੀਂ ਰੈਲੀਆਂ ਕਰਨੀਆਂ ਚਾਹੀਦੀਆਂ, ਕਿਉਂਕਿ ਹੁਣ ਤਾਂ ਸਾਰੇ ਕਿਸਾਨ ਨੇ, ਪਰ ਜਦੋਂ ਰੈਲੀਆਂ ਕਰਨ ਲੱਗ ਜਾਂਦੇ ਨੇ, ਕੋਈ ਅਕਾਲੀ ਦਲ ਬਣ ਜਾਂਦਾ, ਕੋਈ ਕਾਂਗਰਸ ਬਣ ਜਾਂਦਾ ਪਿੰਡ 'ਚ, ਉਹੀ ਬੰਦੇ ਜਿਹੜੇ ਉਹ ਆਮ ਆਦਮੀ ਪਾਰਟੀ 'ਚ ਜਾ ਵੜਦੇ ਨੇ, ਤੋਂ ਵੰਡੀਆਂ ਪੈ ਜਾਂਦੀਆਂ ਨੇ। ਵੰਡੀਆਂ ਦਾ ਆਪਾਂ ਸੇਕ ਹੰਢਾਉਂਦੇ ਹੁਣ ਤੱਕ ਆਏ ਹਾਂ। ਇਸ ਕਰਕੇ 1 ਹਫ਼ਤੇ ਲਈ ਪ੍ਰੋਗਰਾਮ ਆ ਜਿਹੜੇ ਮੁਲਤਵੀ ਕੀਤੇ ਗਏ ਨੇ। ਜੀ, ਮੋਗੇ ਵਾਲੀ ਜਿਹੜੀ ਤੁਸੀਂ ਦੱਸੀ ਸੀ ਨਾ, ਹੂਰੇ ਮਾਰਦੇ ਨੇ, ਹੁੱਜਾਂ ਮਾਰਦੇ ਨੇ ਲਾਠੀਆਂ ਦੀਆਂ, ਪੁਲਸੀਏ 3 ਲੱਗੇ ਹੋਏ ਨੇ ਤੇ ਕਾਰ ਦੇ ਨਾਲ ਮੁੰਡੇ ਨੇ ਪਿੱਠ ਲਾਈ ਹੈ, ਨੰਗੇ ਪੈਰੀ ਹੈ, ਇੱਕ ਨੇ ਹੁੱਜ ਮਾਰੀ ਤੇ ਦੂਜੇ ਨੇ ਜਿਹੜੀ ਘੁਮਾ ਕੇ ਡਾਂਗ ਉਹਦੇ ਪੈਰਾਂ 'ਚ ਮਾਰੀ, ਜਿਵੇਂ ਸਾਹ ਨਾ ਕੱਚੇ ਦੁੱਧ ਦੇ ਚੱਬਦਾ ਮੱਕੀ ਦੇ ਜੱਟ ਸੇਲਾ ਮਾਰਦਾ ਉਹਦੇ, ਇਉਂ ਮਾਰਦੇ ਨੇ। ਫਿਰ ਜਦ ਅੱਕਿਆ ਕੋਈ ਬੱਖਲ ਪਾੜਦਾ ਹੈ ਤੇ ਫਿਰ ਉਹਨੂੰ ਲਕਬ ਦਿੰਦੇ ਨੇ, ਇਹ ਵੱਖਵਾਦੀ ਆ ਜੀ, ਅੱਤਵਾਦੀ ਆ। ਐਡਾ ਜ਼ੁਲਮ, ਜਦ ਸ਼ੀਣੇ ਮਾਮਾ ਦੇ ਪੁੱਤ ਡਾਂਗਾ ਲੈ ਕੇ ਆਪ ਪੁਲਿਸ ਨੂੰ ਭੱਜੇ, ਫਿਰ ਖਾਕੀ ਵਰਦੀ ਦੀ ਜਿਹੜੀ ਪਤੀੜ ਹੈ ਉਹ ਦਿਖਦੀ ਸੀ। ਇਹਨਾਂ ਨੂੰ ਸ਼ਰਮ ਨਹੀਂ ਆਉਂਦੀ, ਆਪਣੇ ਭਾਈਆਂ ਨੂੰ ਐ ਕੁੱਟਦੇ। ਰਾਜਨੀਤਿਕ ਵਿਰੋਧ ਹੈ, ਕਿਸੇ ਨੂੰ ਕੁਛ ਕਹਿੰਦੇ ਨਹੀਂ, ਕਿਸੇ ਦੇ ਹੱਥ 'ਚ ਕੋਈ ਅਸਲਾ ਨਹੀਂ, ਕਿਸੇ ਬੰਦੇ ਨੂੰ ਉਹ ਮਾੜਾ ਨਹੀਂ ਕਹਿੰਦੇ। ਜ਼ੁਲਮ ਹੋ ਗਿਆ। ਕਿਹੋ ਜਿਹੀ ਰਾਜਨੀਤੀ ਇਹ ਲੋਕ ਕਰਨਗੇ? ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹੰਮਾ, ਕਦੇ ਅੱਤਵਾਦੀ, ਕਦੇ ਵੱਖਵਾਦੀ, ਕਦੇ ਕਿਸਾਨੀ ਸੰਘਰਸ਼ ਕਹਿ ਕੇ ਇਉਂ ਵੱਢਦੇ ਆ, ਪੱਛਦੇ ਆ। ਗੱਲਾਂ ਸੁਣ ਲਓ ਸਦਭਾਵਨਾ ਦੀਆਂ। ਅੱਛਾ, ਰਾਜਨੀਤੀ ਦੂਜੇ ਬੰਨੋਂ ਕਲੇਸ਼ ਕਾਟੋ ਜਿਹੜਾ ਚੱਲਿਆ ਹੋਇਆ, ਹੁਣ ਖੇਮੇ ਕੈਪਟਨ ਦੇ ਵਿਰੋਧੀਆਂ ਨੇ ਫੇਰ ਮੀਟਿੰਗ ਸੱਦ ਲਈ। ਬਸ ਤਾਂ ਹੀ ਭਗਵੰਤ ਮਾਨ ਨੂੰ ਨਾ CM ਬਣਾਉਂਦੇ। ਕੇਜਰੀਵਾਲ ਝਾਕਦਾ ਵੀ ਇਹਨਾਂ 'ਚ ਕੋਈ ਕਿਰ ਜਾਣਾ, ਲੀਲੂ ਬੇ ਡਿੱਗ ਪੈਣਾ ਉਹਦੀ ਜਿਹੜੀ ਝੋਲੀ 'ਚ। ਕੀ ਚੱਲਦੀ ਆ ਉੱਧਰ ਰਾਜਨੀਤੀ ਹੁਣ? ਜੀ ਗਿੱਲ ਸਾਹਿਬ, ਦੇਖੋ ਕਾਂਗਰਸ ਪਾਰਟੀ ਦੀ ਜਿਹੜੀ ਸਥਿਤੀ ਹੈ, ਕਾਂਗਰਸ ਪਾਰਟੀ ਦੀ ਸਥਿਤੀ ਇਹੀ ਹੈ ਕਿ ਵੰਡੀਆਂ ਪਈਆਂ ਹੋਈਆਂ ਨੇ, ਇੱਕ ਦੂਜੇ ਨੂੰ ਬਰਦਾਸ਼ਤ ਨਹੀਂ ਕਰ ਰਹੇ। ਔਰ ਸਥਿਤੀ ਇੱਥੋਂ ਤੱਕ ਪਹੁੰਚੀ ਹੈ ਕਿ ਕਾਂਗਰਸ ਪਾਰਟੀ ਦੀ ਜਿਹੜੀ ਹਾਈ ਕਮਾਂਡ ਹੈ ਉਹ ਤੋਂ ਮਸਲਾ ਸੈੱਟ ਨਹੀਂ ਹੋ ਰਿਹਾ। ਹਰੀਸ਼ ਰਾਵਤ ਚੰਡੀਗੜ੍ਹ ਬੈਠਾ ਸੀ, ਨਵਜੋਤ ਸਿੰਘ ਸਿੱਧੂ ਗੱਡੀ ਚੱਕ ਕੇ ਪਕੜ ਜ਼ਿਕਰ ਕੀਤਾ ਸੀ, ਦਿੱਲੀ ਜਾ ਵੜਿਆ, ਦਿੱਲੀ ਵਾਲਿਆਂ ਨੇ ਮਿਲਣ ਤੋਂ ਇਨਕਾਰ ਕਰਤਾ, ਨਵਜੋਤ ਸਿੰਘ ਸਿੱਧੂ ਵਾਪਸ ਆ ਗਿਆ।
ਔਰ ਅੱਜ ਨਵਜੋਤ ਸਿੰਘ ਸਿੱਧੂ ਨੇ ਆਪਦੇ ਖੇਮੇ ਦੀ ਮੀਟਿੰਗ ਕੀਤੀ, ਜਿਹਦੇ 'ਚ ਨਵਜੋਤ ਸਿੰਘ ਸਿੱਧੂ, ਪ੍ਰਗਟ ਸਿੰਘ, ਇਸ ਤੋਂ ਇਲਾਵਾ ਜਿਹੜੇ 4 ਕਾਰਜਕਾਰੀ ਪ੍ਰਧਾਨ ਚੁਣੇ ਨੇ ਕੁਲਜੀਤ ਨਾਗਰਾ ਸਮੇਤ, ਉਹ ਹਾਜ਼ਰ ਸੀ। ਔਰ ਉੱਥੇ ਜਿਹੜੀ ਵਿਉਂਤਬੰਦੀ ਆ ਉਹ ਹੋਈ ਆ। ਉਧਰੋਂ 4 ਮੰਤਰੀ ਰੁੱਤੇ ਬੈਠੇ ਨੇ, ਤ੍ਰਿਪਤ ਰਜਿੰਦਰ ਬਾਜਵਾ, ਸੁਖਜਿੰਦਰ ਰੰਧਾਵਾ, ਚਰਨਜੀਤ ਚੰਨੀ, ਸੁਖ ਸਰਕਾਰੀਆ, ਉਹ ਕਿਸੇ ਪਾਸੇ ਨਹੀਂ ਆ ਰਹੇ। ਸੋ ਸਥਿਤੀ ਗੱਲ ਸਾਹਿਬ ਇਹ ਹੈਗੀ, ਕੁੱਲ ਮਿਲਾ ਕੇ ਨੁਕਸਾਨ ਕਿਹਦਾ ਹੋ ਰਿਹਾ? ਨੁਕਸਾਨ ਤਾਂ ਲੋਕਾਂ ਦਾ ਹੋ ਰਿਹਾ। ਕੈਪਟਨ ਅਮਰਿੰਦਰ ਤੇ ਨਵਜੋਤ ਸਿੰਘ ਸਿੱਧੂ ਤਾਂ ਪਤਾ ਨਹੀਂ ਕਿੱਦਾਂ ਚਾਚਾ ਭਤੀਜਾ ਬਣ ਜਾਣਗੇ, ਲੇਕਿਨ 4.5 ਸਾਲ ਇਹਨਾਂ ਨੇ ਕੁਛ ਨਹੀਂ ਕੀਤਾ ਕਰਾਇਆ। ਹੁਣ ਲੋਕਾਂ ਨੂੰ ਆਸ ਉਮੀਦ ਸੀਗੀ ਕਿ ਜਿਹੜੇ ਆ 6 ਮਹੀਨੇ ਰਹਿ ਗਏ, ਉਹ 'ਚ ਚਲੋ 3 ਮਹੀਨੇ ਪਹਿਲਾਂ ਚੋਣ ਜਾਬਤਾ ਲੱਗ ਜਾਣਾ, ਮਹੀਨੇ ਰਹਿ ਗਏ 3 ਦਸੰਬਰ ਤੱਕ ਚੋਣ ਜਾਬਤਾ ਲੱਗਣ ਦੀ ਸੰਭਾਵਨਾ ਬਣੀ ਹੋਈ ਹੈ। ਤਾਂ ਇਹਨਾਂ 3 ਮਹੀਨਿਆਂ ਦੇ ਵਿੱਚ ਲੋਕਾਂ ਨੂੰ ਲੱਗਦਾ ਜੀ ਸਾਡੇ ਮੰਗਾਂ ਮਸਲੇ ਹੱਲ ਹੋ ਜਾਣਗੇ। ਲੇਕਿਨ ਜਿਹੜਾ ਕੁਛ ਇਹ ਕਰ ਰਹੇ ਨੇ ਇੱਕ ਦੂਜੇ ਦੇ ਨਾਲ, ਜਿਸ ਤਰ੍ਹਾਂ ਦੀ ਗਿੱਲ ਸਾਹਿਬ ਇਹ ਕਾਟੋ ਕਲੇਸ਼ ਦੇ ਵਿੱਚ ਉਲਝੇ ਹੋਏ ਨੇ, ਆਲੋਚਨਾ ਕਰਨ ਲੱਗੇ ਹੋਏ ਨੇ, ਔਰ ਜਿਸ ਤਰੀਕੇ ਦੇ ਨਾਲ ਇਹਨਾਂ ਦੇ ਮੰਤਰੀ ਰੁੱਸ ਭੱਜਦੇ ਨੇ, ਤਾਂ ਵਿਆਹ 'ਚ ਫੱਫੜ ਨਹੀਂ ਰੁੱਸ ਕੇ ਭੱਜਦਾ ਜਿਵੇਂ ਇਹਨਾਂ ਦੇ ਮੰਤਰੀ ਰੁੱਸ ਭੱਜਦੇ ਨੇ। ਸੋ ਇਹਨਾਂ ਨੇ 3 ਮਹੀਨੇ ਵੀ ਆਈ ਨਿਭਾਉਣੇ ਨੇ, ਕੁੱਲ ਮਿਲਾ ਕੇ ਹਾਲਤ ਇਹ ਹੋਣੀ ਆ। ਔਰ ਉਸ ਤੋਂ ਬਾਅਦ 3 ਮਹੀਨਿਆਂ ਬਾਅਦ ਇਹਨਾਂ ਨੇ ਜੱਫੀਆਂ ਪਾ ਕੇ ਹੋ ਸਕਦਾ ਇਕੱਠੇ ਹੋ ਕੇ ਚੋਣ ਲੜਨ ਲੱਗ ਜਾਣ, ਲੇਕਿਨ ਨੁਕਸਾਨ ਉਹ ਲੋਕਾਂ ਦਾ ਹੋ ਜਾਣਾ ਜਿਹੜੇ 4.5 ਸਾਲ ਦੇ ਝਾਕਦੇ ਨੇ ਕਿ ਸ਼ਾਇਦ ਲਾਸਟ ਜਿਹੜੇ 6 ਮਹੀਨੇ ਹੋਣਗੇ ਉਹਦੇ 'ਚ ਸਾਡੇ ਮੰਗਾਂ ਮਸਲੇ ਕਿਤੇ ਨਾ ਕਿਤੇ ਨੇੜੇ ਲੱਗਣਗੇ। ਸੋ ਹੁਣ ਜਿਹੜੀ ਇਹ ਨਵਜੋਤ ਸਿੰਘ ਸਿੱਧੂ ਅੱਡ ਡੁਗਡੁਗੀ ਵਜਾ ਰਿਹਾ ਜੀ, ਉਧਰੋਂ ਕੈਪਟਨ ਅਮਰਿੰਦਰ ਸਿੰਘ ਅੱਡ ਵਜਾ ਰਿਹਾ। ਪਹਿਲਾਂ ਇਹੀ ਕੈਪਟਨ ਅਮਰਿੰਦਰ ਸਿੰਘ ਆ ਜਿਹੜਾ ਉਹ ਹਰੀਸ਼ ਰਾਵਤ ਨੂੰ ਕੋਈ ਸਮਝਦਾ ਨਹੀਂ ਸੀ। ਕੈਪਟਨ ਨੂੰ ਲੱਗਦਾ ਸੀ ਵੀ ਉੱਤਰਾਖੰਡ ਦਾ ਹਾਰਿਆ ਹੋਇਆ ਚੀਫ ਮਿਨਿਸਟਰ, ਮੈਂ ਪੰਜਾਬ ਦਾ ਜਿੱਤਿਆ ਹੋਇਆ ਚੀਫ ਮਿਨਿਸਟਰ। ਬਾਕੀ ਜਿਹੜੀ ਉਹ ਅੰਮ੍ਰਿਤਸਰ ਵਾਲੀ ਸੀਟ ਕੈਪਟਨ ਅਮਰਿੰਦਰ ਸਿੰਘ ਨੇ ਕੱਢੀ ਸੀ ਨਾ ਅਰੁਣ ਜੇਤਲੀ ਦੇ ਬਰੋਬਰ, ਉਹਨੂੰ ਲੈ ਕੇ ਹਾਈ ਕਮਾਂਡ ਦੇ ਵਿੱਚ ਵੀ ਇਹਦੀ ਭੱਲ ਹਜੇ ਤੱਕ ਬਣੀ ਹੋਈ ਆ। ਸੋ ਜਿਸ ਕਰਕੇ ਸਥਿਤੀ ਹੁਣ ਗਿੱਲ ਸਾਹਿਬ ਇੱਥੋਂ ਤੱਕ ਗਈ ਹੋਈ ਆ ਕਿ ਕਾਂਗਰਸ ਪਾਰਟੀ ਦੇ ਵਿੱਚ ਕਿਸੇ ਨੂੰ ਕੋਈ ਵੀ ਆ ਜਿਹੜਾ ਉਹ ਕੰਟਰੋਲ ਦੇ ਵਿੱਚ ਨਹੀਂ ਨਜ਼ਰ ਆ ਰਿਹਾ, ਨਾ ਕੋਈ ਹਾਈ ਕਮਾਂਡ ਦੀ ਮੰਨ ਰਿਹਾ, ਨਾ ਕੋਈ ਲੋਕਲ ਲੈਵਲ ਦੇ ਉੱਤੇ ਮੰਨ ਰਿਹਾ। ਔਰ ਨਵੀਆਂ ਸਾਫਬੰਦੀਆਂ ਹੋ ਰਹੀਆਂ ਨੇ, ਜਿਹੜੇ ਕਿਸੇ ਸਮੇਂ ਵਿਰੋਧੀ ਸੀ ਉਹ ਨਾਲ ਆ ਰਹੇ ਨੇ, ਜਿਹੜੇ ਨਾਲ ਸੀ ਉਹ ਵਿਰੋਧੀ ਬਣ ਰਹੇ ਨੇ। ਸੋ ਇਹਦੇ 'ਚ ਨੁਕਸਾਨ ਲੋਕਾਂ ਦਾ ਹੋ ਰਿਹਾ ਜੀ। ਅੱਛਾ, ਬਲਵੀਰ ਸਿੰਘ ਸਿੱਧੂ ਸਿਹਤ ਮੰਤਰੀ ਜੀ ਹੈ ਤਾਂ ਬਠਿੰਡੇ ਦੇ ਨੇ, ਪਰ ਹੁਣ ਉਹ ਮੋਹਾਲੀ ਦੇ ਕਹਾਉਂਦੇ ਨੇ, ਦੱਸਦੇ ਨਹੀਂ ਮੈਂ ਪਿੱਛੋਂ ਕਿੱਥੇ ਆ। ਬਹੁਤ ਸਮਾਂ ਪਹਿਲਾਂ ਆਏ, ਮਿਹਨਤਾਂ ਕੀਤੀਆਂ, ਪਰਿਵਾਰ ਸਥਾਪਿਤ ਹੋ ਗਿਆ। ਬਲੌਂਗੀ ਦੀ ਜ਼ਮੀਨ ਸ਼ਾਮਲਾਟ ਪਟੇ ਤੇ ਲੈਣ ਨੂੰ ਫਿਰਦੇ ਆ, ਜੀਰੀ ਲਾਉਣੀ ਆ ਉੱਥੇ। ਜੀ ਗਿੱਲ ਸਾਹਿਬ, ਜੀ ਗਿੱਲ ਸਾਹਿਬ, ਇਹ ਨਾ ਅਸਲ ਦੇ ਵਿੱਚ ਬੜਾ ਗੰਭੀਰ ਮਸਲਾ। ਜਿਹੜੇ ਸਿਆਸੀ ਰਸੂਖਵਾਨ ਨੇ ਉਹਨਾਂ ਨੇ ਚੰਡੀਗੜ੍ਹ ਦੇ ਆਸੇ-ਪਾਸੇ, ਕਿਉਂਕਿ ਪਹਿਲਾਂ ਬਹੁਤ ਪਿੰਡ ਪੰਜਾਬ ਦੇ ਚੰਡੀਗੜ੍ਹ ਖਾ ਗਿਆ, ਪੰਜਾਬ ਦੇ ਕਿੰਨੇ ਪਿੰਡਾਂ ਨੂੰ ਉਜਾੜ ਕੇ ਚੰਡੀਗੜ੍ਹ ਵਸਾਇਆ ਗਿਆ। ਇਹ ਉਹੀ ਚੰਡੀਗੜ੍ਹ ਜਿਹੜਾ ਅੱਜ ਕਹਿੰਦੇ ਨੇ ਹਰੇਕ ਹੀ ਕਹਿਣ ਦਾ ਉੱਠ ਕੇ ਕੇਂਦਰ ਸਰਕਾਰ ਦਾ ਵੀ ਇਹ ਤਾਂ ਯੂਟੀ ਆ ਜੀ, ਪੰਜਾਬ ਦਾ ਵੀ ਹੱਕ ਆ, ਹਰਿਆਣੇ ਦਾ ਵੀ ਹੱਕ ਆ, ਇਹ ਤਾਂ ਵੱਖਰਾ ਜੀ, ਪਰ ਉਜਾੜ ਕੇ ਤਾਂ ਪੰਜਾਬ ਦੇ ਪਿੰਡਾਂ ਨੂੰ ਵਸਾਇਆ ਨਾ। ਚੰਡੀਗੜ੍ਹ ਤੋਂ ਉਰੇ ਨੂੰ ਆ ਗਏ। ਗਿੱਲ ਸਾਹਿਬ ਇੱਕ ਸੁਖਬੀਰ ਬਾਦਲ ਹੋਰਾਂ ਦੇ ਨਾਲ ਹੁੰਦਾ ਸੀ, ਉਹਨੂੰ MP ਦੀ ਚੋਣ ਵੀ ਲੜਾਈ ਸੀ, ਅਕਾਲੀ ਦਲ ਦੇ ਵਿੱਚ ਲਿਆਂਦਾ ਸੀ, ਉਹਨੇ ਕਲੋਨੀਆਂ ਕੱਟਤੀਆਂ ਉਰੇ ਸੈਂਕੜੇ ਪਿੰਡਾਂ ਦੇ ਵਿੱਚ। ਪੈਸੇ ਤਾਂ ਬਹੁਤ ਕਮਾ ਗਿਆ ਉਹ, ਅੱਜ ਕੱਲ੍ਹ ਅਕਾਲੀ ਦਲ ਦੇ ਵਿੱਚ ਨਹੀਂ ਹੈਗਾ ਉਹ। ਤਾਂ ਉੱਥੇ ਕੀ ਹੋਇਆ ਕਿ ਆਸ-ਪਾਸ ਇਹਨਾਂ ਨੇ ਆਪਦੇ ਵੀ ਦੋਨਾਂ ਨੇ, ਇੱਕ ਨੇ ਸੁਖ ਵਿਲਾਸ ਬਣਾ ਲਿਆ, ਦੂਜੇ ਨੇ ਗਿੱਲ ਸਾਹਿਬ ਫਾਰਮ ਹਾਊਸ ਜਿਹਦੀ ਅਕਸਰ ਚਰਚਾ ਚੱਲਦੀ ਰਹਿੰਦੀ ਆ ਉਹ ਬਣਾ ਲਿਆ। ਤਾਂ ਉਹਨਾਂ ਪਿੰਡਾਂ ਦੇ ਵਿੱਚ, ਜਿਹੜੇ ਪਿੰਡਾਂ ਦੇ ਵਿੱਚ ਮੋਹਾਲੀ ਦੇ ਆਸ-ਪਾਸ ਦੇ ਪਿੰਡ ਸੀ, ਉੱਥੇ ਸ਼ਾਮਲਾਟ ਦੀਆਂ ਜ਼ਮੀਨਾਂ ਬਹੁਤ ਸੀ, ਕਰੋੜਾਂ ਦੀ ਜ਼ਮੀਨ ਜਿਹੜੀ ਆ ਉੱਥੇ ਸ਼ਾਮਲਾਟ ਦੀ ਉਹ ਵੈਲਿਊ ਬਣਦੀ। ਔਰ ਉਹ ਕੀਮਤ, ਕਰੋੜਾਂ ਦੀ ਕੀਮਤ ਦੀਆਂ ਜ਼ਮੀਨਾਂ ਨੇ ਜਿਹੜੀਆਂ ਉਹ ਸਿਆਸੀ ਰਸੂਖਵਾਨਾਂ ਨੇ, ਵਿੱਚ ਹੀ ਅਕਾਲੀ ਦਲ ਵਾਲਿਆਂ ਨੇ, ਵਿੱਚ ਹੀ ਕਾਂਗਰਸ ਵਾਲਿਆਂ ਨੇ, ਉਹ ਕੁਛ ਨੇ ਤਾਂ ਨੱਪ ਲਈਆਂ, ਕੁਛ ਨੇ ਗਿੱਲ ਸਾਹਿਬ ਪਟੇ ਤੇ ਲੈ ਲਈਆਂ, ਕਿਉਂਕਿ ਪੰਚਾਇਤੀ ਜ਼ਮੀਨ ਆ ਜਿਹੜੀ ਉਹ ਪਟੇ ਤੇ ਲਈ ਜਾ ਸਕਦੀ ਆ। ਔਰ ਉਸ ਤੋਂ ਬਾਅਦ ਤਾਂ ਕਿਹੜਾ ਪੁੱਛਦਾ। ਤਾਂ ਇਹ ਹਾਲਤ ਜਿਹੜੀ ਬਣੀ ਹੋਈ ਆ ਹੁਣ ਮੋਹਾਲੀ ਦੇ ਨੇੜੇ ਇੱਕ ਪਿੰਡ ਪੈਂਦਾ ਬਲੌਂਗੀ, ਉੱਥੇ ਦੀ ਨਾ 10 ਏਕੜ ਤੋਂ ਵੱਧ ਸ਼ਾਮਲਾਟ ਜ਼ਮੀਨ ਹੈ। ਔਰ ਉਹ ਸ਼ਾਮਲਾਟ ਜ਼ਮੀਨ ਨੂੰ ਪੰਜਾਬ ਦੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਤੇ ਉਹਦਾ ਛੋਟਾ ਭਰਾ ਜਿਹਨੂੰ ਹੁਣੇ ਇਹਨੇ ਮੇਅਰ ਬਣਾਇਆ ਅਮਰਜੀਤ ਸਿੰਘ ਜੀਤੀ ਸਿੱਧੂ, ਇਹ ਦੋਨੇ ਭਾਈਆਂ ਨੇ ਗਿੱਲ ਸਾਹਿਬ ਉਹ ਸ਼ਾਮਲਾਟ ਜ਼ਮੀਨ ਆ ਜਿਹੜੀ ਉਹ ਪਟੇ ਤੇ ਲੈ ਲਈ। ਔਰ ਬਾਲ ਗੋਪਾਲ ਗਊ ਬਸੇਰਾ ਵੈਲਫੇਅਰ ਸੁਸਾਇਟੀ ਬਣਾ ਲਈ ਇਹਨਾਂ ਨੇ। ਔਰ ਇਹ ਜਿਹੜੀ ਗਊਸ਼ਾਲਾ ਇੱਕ ਤਰੀਕੇ ਦੀ ਹੈ, ਬਾਲ ਗੋਪਾਲ ਗਊ ਬਸੇਰਾ ਵੈਲਫੇਅਰ ਸੁਸਾਇਟੀ ਇਹਦਾ ਨਾਂ ਗਾ। ਇਹਨੂੰ ਬਣਾਉਣ ਦੇ ਨਾਂ ਦੇ ਉੱਤੇ ਇਹਨਾਂ ਨੇ ਜ਼ਮੀਨ ਹੈਗੀ ਜਿਹੜੀ ਉਹ 32 ਸਾਲ ਦੇ ਲਈ ਲੀਜ਼ ਦੇ ਉੱਤੇ ਲੈ ਲਈ। 10 ਏਕੜ 4 ਕਨਾਲ ਤੇ 1 ਮਰਲੇ ਜ਼ਮੀਨ ਆ। ਹੁਣ ਇਹ ਮਸਲਾ ਜਿਹੜਾ ਉਹ ਹਾਈ ਕੋਰਟ ਜਾ ਵੜਿਆ। ਇੱਕ ਵਿਅਕਤੀ ਇਸ ਮਸਲੇ ਨੂੰ ਹਾਈ ਕੋਰਟ ਲੈ ਗਿਆ, ਕੇਸਰ ਸਿੰਘ ਉਹਦਾ ਨਾਂ ਗਾ ਵਿਅਕਤੀ ਦਾ।
ਔਰ ਉਹ ਲੈ ਗਿਆ, ਉਹ ਕਹਿੰਦਾ ਵੀ ਇਹ ਬਲੌਂਗੀ ਪਿੰਡ ਦੀ ਜ਼ਮੀਨ ਹੈ, ਨਾਲ ਇੱਕ ਕਲੋਨੀ ਹੈ ਉਹਦੀ ਜ਼ਮੀਨ ਹੈ, ਔਰ ਇਹ ਦੋਨੇ ਜ਼ਮੀਨਾਂ ਪਿੰਡਾਂ ਦਾ ਜਿਹੜਾ ਮਸਲਾ ਹੈਗਾ ਜ਼ਮੀਨ ਦਾ ਉਹ ਪਹਿਲਾਂ ਹੀ ਅਦਾਲਤ ਦੇ ਵਿੱਚ ਚੱਲ ਰਿਹਾ ਸੀਗਾ। ਔਰ ਬਲੌਂਗੀ ਦੇ ਹਿੱਸੇ 23% ਤੇ ਕਲੋਨੀ ਦੇ ਹਿੱਸੇ 70% ਜ਼ਮੀਨ ਹੈ ਜਿਹੜੀ ਉਹ ਆਉਂਦੀ ਆ। ਹਾਈ ਕੋਰਟ ਨੇ 2014 ਦੇ ਵਿੱਚ ਬਲੌਂਗੀ ਦੀ ਜ਼ਮੀਨ ਵੇਚਣ ਤੇ ਖਰੀਦਣ ਦੇ ਉੱਤੇ ਰੋਕ ਲਾਈ ਸੀ, ਪਰ 15 ਦੇ ਵਿੱਚ ਮੋਹਾਲੀ ਦੇ ਜਿਹੜੇ DC ਨੇ ਉਹਨਾਂ ਨੂੰ ਆਦੇਸ਼ ਕੀਤੇ ਸੀ ਕਿ ਬਲੌਂਗੀ ਪਿੰਡ ਤੇ ਕਲੋਨੀ ਦੀ ਆਬਾਦੀ ਹੈ ਜਿਹੜੀ ਉਹਦੇ ਮੁਤਾਬਕ ਸ਼ਾਮਲਾਟ ਜ਼ਮੀਨ ਦੀ ਵੰਡ ਕੀਤੀ ਜਾਵੇ। ਪਰ ਇਹਦੇ ਬਾਵਜੂਦ ਜਿਹੜੀ ਮੌਜੂਦਾ ਪੰਚਾਇਤ ਆ ਉਹਨਾਂ ਨੇ 10 ਏਕੜ ਤੋਂ ਵੱਧ ਜ਼ਮੀਨ ਸਿੱਧੂ ਭਰਾਵਾਂ ਦੀ ਜਿਹੜੀ ਨਿੱਜੀ ਸੰਸਥਾ ਹੈਗੀ ਜਿਹਦਾ ਮੈਂ ਜ਼ਿਕਰ ਕੀਤਾ ਉਹਨੂੰ 33 ਸਾਲ ਦੇ ਲਈ 32 ਸਾਲ ਦੇ ਲਈ ਲੀਜ਼ ਦੇ ਉੱਤੇ ਦੇ ਦਿੱਤੀ ਆ। ਸੋ ਇਹ ਮਸਲਾ ਹੁਣ ਹਾਈ ਕੋਰਟ ਪਹੁੰਚ ਗਿਆ ਜੀ। ਹੁਣ ਵਿਰੋਧੀ ਧਿਰਾਂ ਕੋਲੇ ਵੀ ਇਹ ਮਸਲਾ ਜਾ ਪਹੁੰਚਣਾਗਾ। ਸੋ ਮਸਲਾ ਬੜਾ ਗੰਭੀਰ ਆ। ਸਿਆਸੀ ਰਸੂਖਵਾਨ ਇਸੇ ਤਰੀਕੇ ਦੇ ਨਾਲ ਗਿੱਲ ਸਾਹਿਬ ਜਿਹੜੀਆਂ ਮਹਿੰਗੀਆਂ ਜ਼ਮੀਨਾਂ ਨੇ ਉਹਨਾਂ ਦੇ ਉੱਤੇ ਕਿਤੇ ਨਾ ਕਿਤੇ ਕਾਬਜ਼ ਹੋਏ ਬੈਠੇ ਨੇ ਜੀ। ਅੱਛਾ, ਹੁਣ ਭਗਵੰਤ ਮਾਨ ਦਾ ਦੱਸੋ, ਕੋਈ ਉੱਚ ਪੱਧਰੀ ਵਫਦ ਇਧਰੋਂ ਵੀ ਤੁਰੂਗਾ, ਸਾਡਿਓਂ ਵੀ ਬਹੁਤ ਉਹਨੂੰ ਚਾਹੁਣ ਵਾਲੇ ਨੇ ਇੱਥੇ, ਬਸ ਆ ਜਹਾਜ਼ ਖੁੱਲ੍ਹ ਲੈਣ ਮਾੜੇ ਜੇ, ਤੇ CM ਹੁਣ ਬਣਾਉਂਦਾ ਨਹੀਂ, ਤੇ ਉਧਰ ਕੇਜਰੀਵਾਲ ਵੀ ਅੜੀ ਦਾ ਪੱਕਾ ਹੈ। ਪਾਰਟੀ ਭਾਵੇਂ ਟੁੱਟ ਜਾਵੇ, ਜੇ ਉਹਦੇ ਮਨ 'ਚ ਆ ਗਿਆ ਵੀ ਇਹਨੂੰ ਬਣਾਉਣਾ ਨਹੀਂ, ਉਹਨੇ ਬਣਾਉਣਾ ਨਹੀਂ, ਤੇ ਉਹ ਰੁੱਸਿਆ ਬੈਠਾ ਘਰੇ ਜੀ, ਘਰੋਂ ਬਾਹਰ ਨਹੀਂ ਨਿਕਲਦਾ। ਔਰ ਘਰੇ ਉਹਦੇ ਕੋਲ ਮਿਲਣ ਵਾਲੇ ਬਹੁਤ ਜਾਂਦੇ ਨੇ, ਆਪਦੇ ਸੋਸ਼ਲ ਮੀਡੀਆ ਫੇਸਬੁੱਕ ਦੇ ਉੱਤੇ ਫੋਟੋਆਂ ਵੀ ਪਾਉਂਦਾ ਵੀ ਅੱਜ ਮੈਨੂੰ ਆਹ ਮਿਲਣ ਆ ਗਿਆ, ਅੱਜ ਮੈਨੂੰ ਆਹ ਮਿਲਣ ਆ ਗਿਆ। ਸੋ ਹਰ ਰੋਜ਼ ਜਿਹੜੇ ਉਹਨੂੰ ਮਿਲਣ ਵੀ ਜਾ ਰਹੇ ਨੇ ਜੀ, ਔਰ ਵਲੰਟੀਅਰ ਜਾ ਕੇ ਉਹਨੂੰ ਕਹਿ ਵੀ ਰਹੇ ਨੇ ਕਿ ਭਗਵੰਤ ਮਾਨ ਅਸੀਂ ਤੇਰੇ ਨਾਲ। ਅੱਜ ਭਵਾਨੀਗੜ੍ਹ ਦੇ ਵਿੱਚ ਵੀ ਇੱਕ ਇਕੱਠ ਹੋਇਆ, ਕਿਉਂਕਿ ਗਿੱਲ ਸਾਹਿਬ ਇਹ ਗੱਲ ਤਾਂ ਹੈਗੀ ਆ ਕਿ ਮਾਲਵੇ ਦਾ ਜਿਹੜਾ ਸਾਡੇ ਵਿਲਟ ਹੈ ਨਾ, ਜਿਹੜਾ ਸਾਡਾ ਇਲਾਕਾ, ਖਾਸ ਕਰਕੇ ਸੰਗਰੂਰ, ਬਰਨਾਲਾ, ਬਠਿੰਡਾ ਤੇ ਇੱਕ ਹਿੱਸਾ ਮਾਨਸਾ ਦਾ, ਇਸ ਹਿੱਸੇ ਦੇ ਵਿੱਚ ਆਮ ਆਦਮੀ ਪਾਰਟੀ ਨੇ ਸੀਟਾਂ ਵੀ ਜਿੱਤੀਆਂ, ਇਹਨੇ ਆਪਦੀ MP ਦੀ ਸੀਟ ਵੀ ਜਿੱਤੀ ਆ। ਇਸ ਹਿੱਸੇ ਦੇ ਵਿੱਚ ਨੌਜਵਾਨਾਂ ਦੇ ਵਿੱਚ ਜਿਹੜੀ ਭਗਵੰਤ ਮਾਨ ਦੀ ਛਵੀ ਕਿਤੇ ਨਾ ਕਿਤੇ ਉਹ ਹੈਗੀ ਹੈਗੀ। ਸੋ ਉਹ ਹਰ ਰੋਜ਼ ਜਾ ਰਹੇ ਨੇ ਜੀ। ਕੁਛ MLA ਵੀ ਜਾ ਰਹੇ ਨੇ, 3 ਦੇ ਲਗਭਗ MLA ਨੇ ਜਿਹੜੇ ਉਹ ਹੁਣ ਤੱਕ ਭਗਵੰਤ ਮਾਨ ਦੇ ਪੱਖ ਦੇ ਵਿੱਚ ਬੋਲ ਚੁੱਕੇ ਨੇ ਕਿ ਭਗਵੰਤ ਮਾਨ ਨੂੰ ਹੀ CM ਕੈਂਡੀਡੇਟ ਆ ਜਿਹੜਾ ਬਣਾਉਣਾ ਚਾਹੀਦਾ। ਬਾਕੀ ਚੁੱਪ ਨੇ, ਉਹ ਕੇਂਦਰ ਕਨੀ ਝਾਕਦੇ ਨੇ, ਹਾਈ ਕਮਾਂਡ ਕਨੀ ਝਾਕਦੇ ਨੇ। ਉਹਨਾਂ ਨੂੰ ਲੱਗਦਾ ਕਿ ਜੇ ਅਸੀਂ ਭਗਵੰਤ ਮਾਨ ਦੇ ਪੱਖ 'ਚ ਬੋਲੇ ਕਿਤੇ ਕੇਜਰੀਵਾਲ ਸਾਡੀ ਨਾ ਟਿਕਟ ਖੋਲੇ। ਸੋ ਇਹ ਹਾਲਤ ਜਿਹੜੀ ਬਣੀ ਹੋਈ ਹੈ, ਆਪਾਂ ਅੱਗੇ ਵੀ ਜ਼ਿਕਰ ਕੀਤਾ ਸੀ ਕਿ ਆਮ ਆਦਮੀ ਪਾਰਟੀ ਨੂੰ ਇੱਥੋਂ ਤੱਕ ਲਿਆਉਣ ਵਾਲਾ ਭਗਵੰਤ ਮਾਨ ਹੈ। ਜੇ ਇਦੋਂ ਗਾਹ ਨਹੀਂ ਵਧੀ ਉਹਦਾ ਜ਼ਿੰਮੇਵਾਰ ਭਗਵੰਤ ਮਾਨ ਹੈ। ਸੋ ਹੁਣ ਗਿੱਲ ਸਾਹਿਬ ਜਿਹੜੀ ਅੱਜ ਦੀ ਪੋਜੀਸ਼ਨ ਹੈ, ਅੱਜ ਦੀ ਪੋਜੀਸ਼ਨ ਇਹ ਹੈ ਕਿ ਜੇ ਤਾਂ ਭਗਵੰਤ ਮਾਨ ਨੂੰ ਇਹ ਟਿਕਟ ਦਿੰਦੇ ਨੇ ਫਿਰ ਤਾਂ ਲੇਟ ਬਹੁਤ ਹੋ ਚੁੱਕੇ ਨੇ। ਕਿਉਂਕਿ ਹੁਣ ਉਹ ਗੱਲ ਨਹੀਂ, ਹੁਣ ਗੱਲ ਗਿੱਲ ਸਾਹਿਬ ਇਹ ਬਣ ਗਈ, ਸਭ ਨੂੰ ਪਤਾ ਲੱਗ ਗਿਆ ਕਿ ਇਹ ਅਬਰਾਏ ਸਾਹਿਬ ਨੂੰ ਟਿਕਟ ਦੇਣੀ ਚਾਹੁੰਦੇ ਸੀ, ਇਹ ਜਿਹੜੀ ਟਿਕਟ ਆ ਉਹ ਸੰਤ ਸੀਚੇਵਾਲ ਨੂੰ ਦੇਣੀ ਚਾਹੁੰਦੇ ਸੀ ਕਿ ਤੁਸੀਂ ਭਾਈ CM ਕੈਂਡੀਡੇਟ ਬਣ ਜਾਓ ਤੁਹਾਡੇ। ਇਹ ਹੋਰ ਬਹੁਤ ਸਾਰੇ ਲੋਕਾਂ ਤੱਕ ਪਹੁੰਚ ਕੀਤੀ, ਤੇ ਹੁਣ ਜਦੋਂ ਭਗਵੰਤ ਮਾਨ ਰੁੱਸ ਕੇ ਬੈਠਿਆ ਤਾਂ ਭਗਵੰਤ ਮਾਨ ਨੂੰ ਦੇ ਰਹੇ ਨੇ। ਸੋ ਹੁਣ ਗੱਲ ਤਾਂ ਇਹ ਬਣਨੀ ਆ। ਸੋ ਜੇ ਹੁਣ ਭਗਵੰਤ ਮਾਨ ਨੂੰ ਦਿੰਦੇ ਨੇ ਤਾਂ ਵੀ ਨੁਕਸਾਨ ਆ ਜਿਹੜਾ ਆਮ ਆਦਮੀ ਪਾਰਟੀ ਦਾ ਉਹ ਕਾਫੀ ਹੋ ਚੁੱਕਿਆ ਗਾ। ਪਰ ਜੇ ਨਹੀਂ ਦਿੰਦੇ ਤੇ ਭਗਵੰਤ ਮਾਨ ਨਹੀਂ ਤੁਰਦਾ, ਫਿਰ ਗਿੱਲ ਸਾਹਿਬ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਆਮ ਆਦਮੀ ਪਾਰਟੀ ਨੂੰ ਜਿਹੜਾ ਕੁਛ ਮਿਲਣਾ ਉਹ ਵੀ ਨਹੀਂ ਮਿਲਣਾ। ਇਹ ਵੀ ਗੱਲ ਆ। ਸੋ ਇਹ ਸਥਿਤੀ ਆ ਜਿਹੜੀ ਉਹ ਆਮ ਆਦਮੀ ਪਾਰਟੀ ਦੀ ਬਣ ਚੁੱਕੀ ਹੈ। ਸ਼ਾਇਦ ਆਮ ਆਦਮੀ ਪਾਰਟੀ ਗਿੱਲ ਸਾਹਿਬ ਕਿਸੇ ਹੋਰ ਚਿਹਰੇ ਦੇ ਲਈ ਜਿਹੜੀ ਆ ਉਹ ਪਿਆਸਰਾਈਆਂ ਲਾ ਰਹੀ ਹੈ। ਇਹ ਵੀ ਪਤਾ ਲੱਗ ਰਿਹਾ ਕਿ 7 ਸਤੰਬਰ ਨੂੰ ਵੀ ਅਰਵਿੰਦ ਕੇਜਰੀਵਾਲ ਦੇ ਅੰਮ੍ਰਿਤਸਰ ਸਾਹਿਬ ਆਉਣ ਦੇ ਜਿਹੜੇ ਚਾਂਸ ਨੇ ਉਹ ਬਣਦੇ ਨੇ, ਔਰ ਉੱਥੇ ਵੀ ਕੁਛ ਵਿਅਕਤੀ ਹੋਰ ਨੇ ਜਿਹੜੇ ਉਹ ਸ਼ਾਮਲ ਕੀਤੇ ਜਾ ਸਕਦੇ ਨੇ, ਜਿਨ੍ਹਾਂ 'ਚ ਕੁਛ ਵੱਡੇ ਚਿਹਰੇ ਵੀ ਹੋ ਸਕਦੇ ਨੇ। ਲੇਕਿਨ ਫਿਰ ਵੀ ਭਗਵੰਤ ਮਾਨ ਜਿੱਡੀ ਵੱਡੀ ਮਤਲਬ ਅੱਜ ਲਾਮਬੰਦੀ ਕਰ ਰਿਹਾ, ਕਿਉਂਕਿ ਜੇ ਉਹਦੇ ਕੋਲੇ ਘਰੇ ਜਾ ਰਹੇ ਨੇ ਲੋਕ ਤਾਂ ਕਿਤੇ ਨਾ ਕਿਤੇ ਇਹਦੇ ਪਿੱਛੇ ਭਗਵੰਤ ਮਾਨ ਹੋ ਸਕਦਾ ਗਾ। ਗਿੱਲ ਸਾਹਿਬ ਉਹ ਗਿਆਨ ਨੂੰ ਮਿਲਦਾ, ਨਹੀਂ ਤਾਂ ਕਈ ਵਾਰ ਇਹ ਵੀ ਹੁੰਦਾ ਨਾ ਵੀ ਕੋਈ ਬੰਦਾ ਜਦੋਂ ਫਿਰ ਰੁੱਸਣਾ ਹੁੰਦਾ ਫਿਰ ਸਮਾਰਟ ਹੀ ਰੁੱਸਦਾ ਹੁੰਦਾ, ਫਿਰ ਤਾਂ ਗੱਡੀ ਹੁਣ ਨੂੰ ਸ਼ਿਮਲੇ ਕਣੀ ਜਾਂ ਦਿੱਲੀ ਕਣੀ ਲਾਤੀ ਹੁੰਦੀ, ਫੋਨ ਬੰਦ ਕਰਤਾ ਹੁੰਦਾ ਵੀ ਹਫ਼ਤੇ ਬਾਅਦ ਦੇਖਾਂ ਕੀ ਬਣਦਾ। ਸੋ ਇਹ ਭਗਵੰਤ ਮਾਨ ਅੰਦਰ ਖਾਤੇ ਲਾਮਬੰਦੀ ਕਰਦਾ ਲੱਗ ਰਿਹਾ ਜੀ। ਅੱਛਾ, ਨਾਲ ਇੱਕ ਦੱਸਿਓ ਕਿ ਸਰਜੀਤ ਸਿੰਘ ਫੂਲ ਨੇ ਮੋਗੇ ਕੀਤੀ ਹੈ ਜੀ ਵੱਡੀ ਰੈਲੀ, ਤੇ ਦੂਜੇ ਬੰਨੇ ਰੁਲਦੂ ਸਿੰਘ ਮਾਨਸਾ ਨੇ ਸਿਕਿਉਰਿਟੀ ਮੋੜਤੀ। ਜੀ ਗਿੱਲ ਸਾਹਿਬ ਦੇਖੋ, ਜਿਹੜੀ ਕੱਲ ਲਾਠੀ ਚਾਰਜ ਹੋਇਆ ਜੋ ਵਰਕਰਾਂ ਦੇ ਉੱਤੇ, ਕਿਸਾਨ ਵਰਕਰਾਂ ਦੇ ਉੱਤੇ, ਕਿਸਾਨ ਆਗੂਆਂ ਦੇ ਉੱਤੇ ਧਾਰਾ 307 ਦੇ ਕੇਸ ਵੀ ਦਰਜ ਹੋਏ ਨੇ, ਉਹਨੂੰ ਲੈ ਕੇ ਅੱਜ, ਕਿਉਂਕਿ ਕੱਲ ਮੇਨਲੀ ਉੱਥੇ 2 ਜਥੇਬੰਦੀਆਂ ਸੀਗੀਆਂ, ਇੱਕ ਕਿਰਤੀ ਕਿਸਾਨ ਯੂਨੀਅਨ ਸੀ, ਇੱਕ ਸਰਜੀਤ ਫੂਲ ਹੋਰਾਂ ਦੀ ਜਥੇਬੰਦੀ ਭਾਰਤੀ ਕਿਸਾਨ ਕ੍ਰਾਂਤੀਕਾਰੀ ਸੀ ਮੋਗੇ। ਔਰ ਗਿੱਲ ਸਾਹਿਬ ਅੱਜ ਸਰਜੀਤ ਫੂਲ ਹੋਰਾਂ ਨੇ ਸੱਦਾ ਦਿੱਤਾ ਸੀ ਕਿ ਭਾਈ ਮੋਗੇ ਪਹੁੰਚੋ।
11 ਵਜੇ ਕੇਸ ਰੱਦ ਕਰਾਉਣੇ ਨੇ। ਔਰ ਜਿਹੜੀ ਕੱਲ ਪੁਲਿਸ ਉੱਥੇ ਕਿਸਾਨਾਂ ਨੂੰ ਦਹਿਸ਼ਤ ਪਾਉਣ ਦੀ ਕੋਸ਼ਿਸ਼ ਕੀਤੀ, ਉਹ ਦਹਿਸ਼ਤ ਤੋੜਨੀ ਹੈ। ਪੁਲਿਸ ਨੂੰ ਤੇ ਸਰਕਾਰ ਨੂੰ ਚੈਲੰਜ ਕਰਨਾ ਕਿ ਆ ਜਾਓ ਭਾਈ, ਅਸੀਂ ਆਹ ਖੜੇ ਆ ਮੋਗੇ ਦੀ ਦਾਣਾ ਮੰਡੀ ਦੇ ਵਿੱਚ, ਅਸੀਂ ਉਹੀ ਕਿਸਾਨ ਆ। ਤਾਂ ਸੁਰਜੀਤ ਸਿੰਘ ਫੂਲ ਹੋਰਾਂ ਨੇ ਜਦੋਂ ਇਹ ਸੱਦਾ ਦਿੱਤਾ ਤਾਂ 2 ਵਿਅਕਤੀ ਨੇ ਜਿਹੜੇ ਉਹਨਾਂ ਨੇ ਇਹਦੇ ਲਈ ਜ਼ੋਰ ਲਾਇਆ, ਇੱਕ ਲੱਖਾ ਸਦਾਣਾ, ਦੂਜੇ ਗੁਰਨਾਮ ਸਿੰਘ ਚਡੂਨੀ। ਤਾਂ ਅੱਜ ਗਿੱਲ ਸਾਹਿਬ, ਇੱਕ ਸੁਰਜੀਤ ਫੂਲ ਹੋਰਾਂ ਦੀ ਜਥੇਬੰਦੀ 'ਚ, ਗੁਰਨਾਮ ਸਿੰਘ ਚਡੂਨੀ 'ਚ, ਇੱਕ ਲੱਖਾ ਸਦਾਣਾ ਸੀ, ਤਿੰਨਾਂ ਦੇ ਵੱਲੋਂ ਰੈਲੀ ਹੈ ਜਿਹੜੀ ਉਹ ਮੋਗਾ ਦੇ ਵਿੱਚ ਕੀਤੀ ਗਈ ਹੈ। ਬਾਕੀ ਕਿਸਾਨ ਆਗੂ ਨੇ ਜਿਹੜੇ ਉਹ ਇੱਥੋਂ ਪਾਸੇ ਹੀ ਰਹੇ ਨੇ। ਉਧਰ ਅੱਜ 32 ਜਥੇਬੰਦੀਆਂ ਦੀ ਮੀਟਿੰਗ ਜ਼ਰੂਰ ਹੋਈ ਹੈ ਸੰਯੁਕਤ ਮੋਰਚੇ ਦੀ ਸਿੰਘੂ ਬਾਰਡਰ ਦੇ ਉੱਤੇ। ਉਹਨਾਂ ਨੇ ਸੁਖਬੀਰ ਬਾਦਲ ਨੂੰ ਚੇਤਾਵਨੀ ਦਿੱਤੀ ਹੈ ਕਿ ਭਾਈ ਤੂੰ ਪੰਜਾਬ ਦੇ ਵਿੱਚ ਰੈਲੀਆਂ ਕਰਨੀਆਂ ਬੰਦ ਕਰ ਦੇ, ਕਿ ਤੂੰ ਸਥਿਤੀ ਨੂੰ ਸਾਂਭ। ਔਰ ਸਥਿਤੀ ਇਹ ਹੈਗੀ ਕਿ ਕਿਸਾਨਾਂ ਦੇ ਵਿੱਚ, ਲੋਕਾਂ ਦੇ ਵਿੱਚ ਰੋਹ ਆ ਰਾਜਨੀਤਿਕ ਪਾਰਟੀਆਂ ਨੂੰ ਲੈ ਕੇ, ਔਰ ਤੁਸੀਂ ਵੰਡੀਆਂ ਨਾ ਪਾਓ ਪੰਜਾਬ ਦੇ ਵਿੱਚ। ਜਦੋਂ ਪੰਜਾਬ ਦੀ ਇਲੈਕਸ਼ਨ ਅਨਾਊਂਸ ਹੋਊਗੀ ਉਸ ਤੋਂ ਬਾਅਦ ਦੇਖਿਆ ਜਾਊ, ਉਦੋਂ ਤੱਕ ਤੁਸੀਂ ਚੋਣ ਰੈਲੀਆਂ ਘੱਟੋ ਘੱਟ ਨਾ ਕਰੋ। ਇਹ ਚੇਤਾਵਨੀ ਵੀ ਦਿੱਤੀ ਹੈ ਕਿ ਜੇ ਸੰਯੁਕਤ ਮੋਰਚੇ ਨੇ ਇੱਥੋਂ ਲੋਕਾਂ ਨੂੰ ਕਹਿਤਾ ਤਾਂ ਤੁਹਾਨੂੰ ਪੰਜਾਬ 'ਚ ਖੜਨਾ ਔਖਾ ਹੋ ਜਾਊਗਾ। ਤੋ ਸੁਖਬੀਰ ਬਾਦਲ ਖੈਰ ਵਾਪਸ ਲੈ ਵੀ ਗਏ। ਜਿੱਥੋਂ ਤੱਕ ਗਿੱਲ ਸਾਹਿਬ ਰੁਲਦੂ ਸਿੰਘ ਮਾਨਸਾ ਦੀ ਜਿਹੜੀ ਸਿਕਿਉਰਿਟੀ ਦਾ ਸਵਾਲ ਆ, ਉਹਨਾਂ ਨੇ 2 ਦਿਨ ਬਾਅਦ ਸਿਕਿਉਰਿਟੀ ਵਾਪਸ ਭੇਜਤੀ। ਉਹ ਕਹਿੰਦੇ ਮੋਗਾ ਦੇ ਵਿੱਚ ਜਿਹੜਾ ਲਾਠੀ ਚਾਰਜ ਹੋਇਆ, ਪੁਲਿਸ ਨੇ ਸਾਡੇ ਕਿਸਾਨਾਂ ਦੇ ਉੱਤੇ ਲਾਠੀ ਚਾਰਜ ਕੀਤਾ ਪੰਜਾਬ ਦੀ ਪੁਲਿਸ ਨੇ, ਉਹਦੇ ਰੋਸ ਵਜੋਂ ਮੈਂ ਕਹਿੰਦੇ ਸਿਕਿਉਰਿਟੀ ਹੈ ਜਿਹੜੀ ਵਾਪਸ ਕਰਦਾ। ਤੋ ਮੈਨੂੰ ਤਾਂ ਇਹ ਵੀ ਲੱਗਦਾ ਕਿ ਸਿਕਿਉਰਿਟੀ ਲੈਣੀ ਵੀ ਨਹੀਂ ਸੀ ਚਾਹੀਦੀ ਰੁਲਦੂ ਸਿੰਘ ਮਾਨਸਾ ਜੀ ਨੂੰ। ਜਦੋਂ ਅਸੀਂ ਗਿੱਲ ਸਾਹਿਬ ਜਾਨ ਤਲੀ ਦੇ ਉੱਤੇ ਧਰੀ ਫਿਰਦੇ ਹਾਂ, ਘਰੋਂ ਇਹ ਅਰਦਾਸ ਕਰਕੇ ਤੁਰੇ ਹਾਂ ਕਿ ਜਾਂ ਤਾਂ ਭਾਈ ਅਸੀਂ ਵਾਪਸ ਆਏ, ਖੇਤੀ ਕਾਨੂੰਨ ਵਾਪਸ ਕਰਾ ਕੇ, ਤਾਂ ਸਾਡੇ ਗਲਾਂ 'ਚ ਹਾਰ ਪਾ ਦਿਓ। ਜੇ ਸਾਡੀਆਂ ਲਾਸ਼ਾਂ ਆਈਆਂ ਤਾਂ ਲਾਸ਼ਾਂ ਤੇ ਹਾਰ ਪਾ ਦਿਓ। ਤਾਂ ਜਦੋਂ ਇਹ ਹਾਲਤ ਬਣਦੀ ਆ, ਅਸੀਂ ਇਹ ਐਲਾਨ ਕਰਦੇ ਹਾਂ ਸਟੇਜਾਂ ਤੇ ਚੜ੍ਹ ਕੇ, ਤਾਂ ਉਸ ਤੋਂ ਬਾਅਦ ਸਿਕਿਉਰਿਟੀ ਲੈਣ ਦਾ ਤਾਂ ਕੋਈ ਮਤਲਬ ਨਹੀਂ ਹੈ। ਦੂਸਰਾ ਇਹ ਹੈਗਾ ਕਿ ਕੀ ਰੁਲਦੂ ਸਿੰਘ ਮਾਨਸਾ ਨੂੰ, ਚਲੋ ਹੁਣ ਠੀਕ ਆ, ਵਧੀਆ ਗੱਲ ਆ, ਮੈਂ ਤਾਂ ਕਹਿੰਦਾ ਸਿਕਿਉਰਿਟੀ ਵਾਪਸ ਉਹਨਾਂ ਨੇ ਕਰ ਦਿੱਤੀ ਆ 2 ਦਿਨ ਬਾਅਦ ਹੀ। ਉਹਨਾਂ ਨੂੰ ਹੁਣ ਪਤਾ ਲੱਗਿਆ ਕਿ ਪੰਜਾਬ ਪੁਲਿਸ ਨੇ ਜਿਹੜਾ ਕਿਸਾਨ ਆ ਉੱਥੇ ਕੁੱਟੇ ਨੇ, ਇਸ ਕਰਕੇ ਇਹਦਾ ਰੋਸ ਆ। ਤਾਂ ਪਹਿਲਾਂ ਕੀ ਪੰਜਾਬ ਪੁਲਿਸ ਨੇ ਅਜਿਹਾ ਕੀਤਾ ਨਹੀਂ ਕਿਤੇ? ਪੰਜਾਬ ਪੁਲਿਸ ਤਾਂ ਦਹਾਕਿਆਂ ਤੋਂ ਹੀ ਕੁਛ ਕਰਦੀ ਆ ਰਹੀ ਆ। ਇਦੋਂ ਵੀ ਬਰੂਟਲ ਤਰੀਕਾ ਰਿਹਾ ਪੰਜਾਬ ਪੁਲਿਸ ਦਾ। ਤਾਂ ਸਮੇਤ ਸੈਣੀ, KPS ਗਿੱਲ ਜਿਹੜੇ ਪੁਲਿਸ ਵਾਲੇ ਨੂੰ ਇਸ਼ਾਰਾ ਕਰ ਦਿੰਦੇ ਸੀ ਉਵੇਂ ਹੀ ਕਰਦੇ ਸੀ, ਤੇ ਉਸੇ ਪੰਜਾਬ ਪੁਲਿਸ ਦੀ ਅਸੀਂ ਸਿਕਿਉਰਿਟੀ ਲੈ ਰਹੇ ਹਾਂ। ਤਾਂ ਕਿਤੇ ਨਾ ਕਿਤੇ ਸਾਡੇ ਦੇ ਉੱਤੇ ਸਵਾਲ ਤਾਂ ਖੜੇ ਹੁੰਦੇ ਹੀ ਨੇ ਜੀ। ਅੱਛਾ, ਅਖੀਰ ਦੇ ਵਿੱਚ ਖਬਰਾਂ 3 ਨੇ। ਕਮਲ ਖੋਖਰ ਦਾ ਦੇਹਾਂਤ ਹੈ, ਕਬੱਡੀ ਕਮੈਂਟੇਟਰ ਦਾ, ਤੇ ਉੱਤਰ ਪ੍ਰਦੇਸ਼ 'ਚ ਡੇਂਗੂ ਬੁਖਾਰ ਬਹੁਤ ਨੇ ਕਹਿਰ ਕਰਤਾ। ਪਟਿਆਲੇ 'ਚ ਬੱਸ ਚੜ੍ਹ ਗਈ, 2 ਬੰਦੇ ਦੈੜ ਤੇ। ਇਹਨੂੰ ਸਮ ਅਪ ਕਰ ਦਿਓ ਜੀ ਗਿੱਲ ਸਾਹਿਬ। ਦੇਖੋ, ਕਮਲ ਖੋਖਰ ਜਿਹੜਾ ਮੁੰਡਾ ਬਹੁਤ ਚੋਟੀ ਦਾ ਕਮੈਂਟੇਟਰ, ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਨੌਜਵਾਨ ਮੁੰਡਾ ਹੈਗਾ। ਲਹਿਰੇ ਗਾਗੇ ਕੋਲੇ ਪਿੰਡ ਪੈਂਦਾ ਖੋਖਰ ਖੁਰਦ ਦਾ ਰਹਿਣ ਵਾਲਾ ਸੀਗਾ, ਔਰ ਉਹਦੀ ਮੌਤ ਹੋਈ ਆ। ਉਹਨੂੰ ਸ਼ੂਗਰ ਦੀ ਬਿਮਾਰੀ ਸੀਗੀ ਜੀ, ਛੋਟੀ ਉਮਰੇ ਹੀ। ਔਰ ਸ਼ੂਗਰ ਦੀ ਬਿਮਾਰੀ ਉਹਦਾ ਪਿੱਛੇ ਜੇ ਠੀਕ ਵੀ ਹੋ ਗਿਆ ਸੀ, ਲੇਕਿਨ ਹੁਣ ਫੇਰ ਉਹਦਾ ਦੇਹਾਂਤ ਹੈਗਾ ਜਿਹੜਾ ਹੋਇਆ। ਬੜੀ ਮੰਦਭਾਗੀ ਖਬਰ ਹੈ। ਔਰ ਜਿਹੜਾ ਪਟਿਆਲਾ ਦੇ ਵਿੱਚ ਗਿੱਲ ਸਾਹਿਬ, ਇਹ ਤਾਂ ਕੁਝ ਮਿੰਟ ਪਹਿਲਾਂ ਦੀ ਉਹ ਖਬਰ ਹੈਗੀ ਕਿ ਪਟਿਆਲਾ ਦੇ ਵਿੱਚ ਇੱਕ ਸੜਕ ਹਾਦਸਾ ਹੋਇਆ ਗਾ, ਜਿਹਦੇ 'ਚ ਇੱਕ ਬੱਸ ਨੇ 2 ਵਿਅਕਤੀਆਂ ਨੂੰ ਜਿਹੜਾ ਉਹ ਕੁਚਲ ਦਿੱਤਾ ਗਾ। ਔਰ ਇਹ ਪਟਿਆਲਾ ਸਰਹੰਦ ਰੋਡ ਦੇ ਉੱਤੇ ਪੈਂਦੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਗੂਣੀਆਂ ਮਾਜਰਾ ਦੇ ਨੇੜੇ ਜਿਹੜਾ ਬੱਸ ਹੇਠਾਂ ਆਉਣ ਕਰਕੇ 2 ਜਣਿਆਂ ਦੀ ਮੌਤ ਹੋਈ ਹੈ, ਜਿਸ ਮਗਰੋਂ ਭਰ ਕੇ ਲੋਕਾਂ ਨੇ ਬੱਸ ਨੂੰ ਅੱਗ ਲਾ ਦਿੱਤੀ। ਔਰ ਉਸ ਤੋਂ ਬਾਅਦ ਫਾਇਰ ਬ੍ਰਿਗੇਡ ਦਾ ਸਟਾਫ ਇਸ ਵਕਤ ਕਾਬੂ ਪਾ ਰਿਹਾ। ਫਾਇਰ ਬ੍ਰਿਗੇਡ ਦੀਆਂ ਟੀਮਾਂ ਪਟਿਆਲਾ ਤੇ ਫਤਿਹਗੜ੍ਹ ਸਾਹਿਬ ਤੋਂ ਪੁੱਜੀਆਂ ਨੇ, ਔਰ ਪਟਿਆਲਾ ਸਰਹੰਦ ਰੋਡ ਦੇ ਉੱਤੇ ਆਵਾਜਾਈ ਵੀ ਠੱਪ ਹੋ ਚੁੱਕੀ ਹੈ। ਪੁਲਿਸ ਨੇ ਬਦਲਵੇਂ ਪ੍ਰਬੰਧ ਕਰਨੇ ਸ਼ੁਰੂ ਕੀਤੇ ਹੋਏ ਨੇ। ਸੋ ਇਹ ਵੀ ਬੜੀ ਮੰਦਭਾਗੀ ਘਟਨਾ ਗੀ ਜਿਹੜੀ ਗਿੱਲ ਸਾਹਿਬ ਉਹ ਵਾਪਰੀ ਹੈਗੀ। ਸੋ ਇਹ ਸਥਿਤੀ ਬਣੀ ਹੋਈ ਹੈ ਜੀ। ਕੀ ਗਿੱਲ ਸਾਹਿਬ, ਧੰਨਵਾਦ ਜੀ। ਤੇ ਮੰਗਲਵਾਰ ਹੁਣ ਗੱਲਬਾਤ ਆਪਣੀ ਹੋਏਗੀ, ਸੋਮਵਾਰ ਛੁੱਟੀ ਹੈ ਜੀ। ਤੇ ਚੜ੍ਹਦੀ ਕਲਾ ਤੇ ਸ਼ੁਭ ਸ਼ਾਮ। ਸ਼ੁਕਰੀਆ ਗਿੱਲ ਸਾਹਿਬ, ਤੁਹਾਡਾ ਤੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਸਰ ਨਮਕਿਨ ਸਿੰਘ ਪੱਤੀ ਗੱਲਬਾਤ ਕਰ ਰਹੇ ਸੀ ਦੇਸ਼ ਪੰਜਾਬ ਦੇ ਝਰੋਖੇ ਚੋਂ। 9:47 ਹੋ ਗਏ। ਨਰੇਸ਼ ਸ਼ੁਕਲਾ ਜੀ ਮੇਰੇ ਨਾਲ ਨੇ। 2 ਵਰਿਆਂ ਨੂੰ 2023 ਨੂੰ 50 ਵਰੇ ਹੋ ਜਾਣੇ ਨੇ ਬਿਜ਼ਨਸ ਦੇ ਵਿੱਚ ਸ਼ੁਕਲਾ ਜੀ ਨੂੰ। 1973 ਦੇ ਵਿੱਚ ਉਹਨਾਂ ਨੇ ਬਿਜ਼ਨਸ ਸ਼ੁਰੂ ਕੀਤਾ ਮੇਨ ਸਟਰੀਟ ਤੇ। ਸ਼ੁਕਲਾ ਜੀ ਸਤਿ ਸ੍ਰੀ ਅਕਾਲ। ਹਾਂਜੀ ਭਾਜੀ, ਤੁਹਾਡੇ ਤੇ ਪ੍ਰੋਗਰਾਮ ਸੁਣਨ ਵਾਲੇ ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ। ਦੇਖ ਲਓ 50 ਸਾਲ ਹੋ ਜਾਣੇ ਨੇ 2 ਸਾਲਾਂ ਨੂੰ ਤੁਹਾਨੂੰ। ਹਾਂ ਬਿਲਕੁਲ, ਪਤਾ ਨਹੀਂ ਲੱਗਾ ਜੀ 50 ਸਾਲ ਕਦੋਂ ਨਿਕਲ ਗਿਆ। ਅੱਛਾ ਜੀ, ਇੱਕ ਦੱਸਿਓ, ਜਿਹੜੀ ਹੇਅਰ ਡਾਈ ਸ਼ੈਂਪੂ ਹੈ ਉਹਦੇ ਵਿੱਚ ਇਹ ਕਿਸੇ ਨੂੰ ਜੇ ਅਲਰਜੀ ਹੋਵੇ
ਉਹਦੇ 'ਚ ਕੋਈ ਹੋਰ ਇਹੋ ਜਿਹਾ ਵੀ ਹੈ ਵੀ ਜਿਹਦੇ 'ਚ ਬਿਲਕੁਲ ਹੀ ਕਿਸੇ ਦੇ ਅਲਰਜੀ ਦੇ ਵਿੱਚ ਵੀ ਲੱਗ ਸਕਦਾ ਹੈ? ਬਿਲਕੁਲ, ਅਗਰ ਕਿਸੇ ਵੀ ਭੈਣ ਭਰਾ ਨੂੰ ਐਲਰਜੀ ਪ੍ਰੋਬਲਮ ਹੈਗੀ ਆ, ਉਹ ਜ਼ਰੂਰ ਕਿਸੇ ਵੀ ਸ਼ਾਪ ਤੇ ਜਦੋਂ ਜਾਂਦੇ ਦੱਸਣ ਜਾਂ ਸਾਨੂੰ ਦੱਸਣ ਕਿ ਮੈਨੂੰ ਐਲਰਜੀ ਪ੍ਰੋਬਲਮ। ਕਈ ਭੈਣ ਭਰਾ ਦੱਸਦੇ ਨਹੀਂ ਹੈਗੇ ਆ, ਬਸ ਇਹ ਪੁੱਛ ਲੈਂਦੇ ਆ ਕਿ ਤੁਹਾਡੇ ਪ੍ਰੋਡਕਟਸ ਦੇ ਵਿੱਚ ਕੋਈ ਐਲਰਜੀ ਤਾਂ ਨਹੀਂ। ਐਕਚੁਅਲੀ ਸਾਡੇ ਪ੍ਰੋਡਕਟਸ ਪ੍ਰੋਬਲਮ ਐਲਰਜੀ ਨਹੀਂ ਹੁੰਦੀ, ਸਾਡਾ ਪ੍ਰੋਡਕਟ ਸੇਫ ਆ। ਐਲਰਜੀ ਸਾਡੇ ਸਿਸਟਮ 'ਚ ਆ ਜਾਂਦੀ ਆ। ਮੈਂ ਕਈ ਵਾਰੀ ਦੱਸਦਾ ਹੁੰਦਾ, ਕੋਈ ਐਗਸ ਨਹੀਂ ਖਾ ਸਕਦਾ, ਕੋਈ ਐਪਲ ਨਹੀਂ ਖਾ ਸਕਦਾ, ਕੋਈ ਆਟਾ ਨਹੀਂ ਖਾ ਸਕਦਾ। ਮੈਂ ਪਰਸਨਲੀ ਤਿਲ ਨਹੀਂ ਖਾ ਸਕਦਾ। ਪ੍ਰੋਬਲਮ ਉਹਨਾਂ 'ਚ ਨਹੀਂ ਹੈ, ਪ੍ਰੋਬਲਮ ਸਾਡੇ ਸਿਸਟਮ 'ਚ ਆ ਜਾਂਦੀ ਆ। ਇਸ ਕਰਕੇ ਜਦੋਂ ਵੀ ਤੁਹਾਨੂੰ ਕੋਈ ਐਲਰਜੀ ਪ੍ਰੋਬਲਮ ਹੈ ਤਾਂ ਕਲੀਅਰ ਦੱਸੋ ਕਿ ਮੈਨੂੰ ਐਲਰਜੀ ਪ੍ਰੋਬਲਮ ਹੈ। ਸਾਡੇ ਕੋਲ ਪ੍ਰੋਡਕਟ ਹੈਗਾ ਮਦਰ ਇੰਡੀਆ, ਉਹਨੂੰ ਕਹਿੰਦੇ ਆਕਸੀ 99। ਮੈਂ ਹਮੇਸ਼ਾ ਕਹਿੰਦਾ ਉਹ ਯੂਜ਼ ਕਰੋ, ਅੱਖਾਂ ਮੀਟ ਕੇ ਲਾ ਦੇ, ਤੁਹਾਨੂੰ ਕੁਛ ਨਹੀਂ ਹੋਏਗਾ ਜੀ। ਬਿਲਕੁਲ, ਤੁਸੀਂ ਦੱਸੋ ਜ਼ਰੂਰ ਕਿ ਮੈਨੂੰ ਐਲਰਜੀ ਪ੍ਰੋਬਲਮ। ਕਈ ਆ ਕੇ ਭੈਣ ਭਰਾ ਦੱਸਦੇ ਨਹੀਂ ਮਾੜੀ ਹੁੰਦੀ ਹੈ, ਫਿਰ ਮੈਂ ਉਹਨਾਂ ਨੂੰ ਸੈਂਪਲ ਦਿੰਦਾ ਹੁੰਦਾ। ਤੁਸੀਂ ਭੈਣ ਜੀ ਭਾਜੀ ਬਾਏ ਨਾ ਕਰੋ, ਪਹਿਲਾਂ ਇੱਕ ਸੈਂਪਲ ਲੈ ਜਾਓ, ਥੋੜਾ ਜਿਹਾ ਕੰਨ ਦੇ ਕੋਲ ਮੱਥੇ ਲਾ ਕੇ ਦੇਖ ਲਿਓ। ਅਗਰ ਤੁਹਾਨੂੰ ਪ੍ਰੋਬਲਮ ਲੱਗੀ ਤਾਂ ਮੈਨੂੰ ਬੋਟਲ ਵੀ ਵਾਪਸ ਕਰ ਸਕਦੇ ਆ, ਜਾਂ ਤੁਸੀਂ ਨੈਕਸਟ ਟਾਈਮ ਆਕਸੀ 99 ਮਦਰ ਇੰਡੀਆ ਲੈ ਜਾਓ, ਸੇਫ ਹੈ। ਅੱਛਾ ਜੀ, ਜਿਹੜੇ ਹੋਰ ਇਹਦੇ 'ਚ ਜਿਹੜੇ ਰੰਗ ਆਉਂਦੇ ਨੇ ਉਹ ਕਿਹੜੇ ਨੇ ਜੀ? ਹਾਂਜੀ, ਹੁਣ ਇਹਦੇ ਵਿੱਚ ਬਹੁਤ ਰੰਗ ਆਉਂਦੇ ਹੈਗੇ ਆ, ਜਿਹਦੇ ਵਿੱਚ ਡਾਰਕ ਬਰਾਊਨ ਬਲੈਕ ਦੇ ਵਿੱਚ ਆਉਂਦਾ, ਡਾਰਕ ਬਰਾਊਨ ਮੀਡੀਅਮ ਦੇ ਵਿੱਚ, ਡਾਰਕ ਬਰਾਊਨ ਲਾਈਟ ਦੇ ਵਿੱਚ ਆਉਂਦਾ, ਗੋਲਡਨ ਬਰਾਊਨ ਲੈ ਲਓ, ਬਰਗੰਡੀ ਲੈ ਲਓ, ਮਹਾਗਨੀ, ਚੈਸਟਨਟ। ਅੱਜ ਕੱਲ੍ਹ ਚੈਸਟਨਟ ਕਲਰ ਬਹੁਤ ਹੀ ਪਾਪੂਲਰ ਹੈਗਾ, ਭੈਣਾਂ ਬਹੁਤ ਲਾਈਕ ਕਰਦੀਆਂ। ਅੱਜ ਕੱਲ੍ਹ ਤਾਂ ਹੁਣ ਵੀਰ ਵੀ ਆਪਣੇ ਦਾੜੀ ਨੂੰ ਚੈਸਟਨਟ ਕਲਰ ਯੂਜ਼ ਕਰਨ ਲੱਗ ਪਏ ਆ। ਚੈਸਟਨਟ ਕਲਰ ਹੁੰਦਾ ਹੈਗਾ ਬਹੁਤ ਹੀ ਲਾਈਟ ਕਲਰ ਹੈਗਾ। ਜਾਂ ਤੁਸੀਂ ਧੁੱਪ ਜਾਂ ਲਾਈਟ ਵਿੱਚ ਜਾਂਦੇ ਆ, ਤੁਹਾਡੇ ਵਾਲਾਂ ਦੇ ਵਿੱਚ ਥੋੜੀ ਜਿਹੀ ਮਹਾਗਨੀ ਦੀ ਰੈਡਿਸ਼ ਸ਼ੇਡ ਆਉਂਦੀ ਆ। ਬਹੁਤ ਹੀ ਪਾਪੂਲਰ ਕਲਰ ਹੈਗਾ। ਅਗਰ ਤੁਸੀਂ ਨਹੀਂ ਟਰਾਈ ਕੀਤਾ ਪਲੀਜ਼ ਜ਼ਰੂਰ ਟਰਾਈ ਕਰੋ, ਬਹੁਤ ਹੀ ਅੱਛਾ ਪ੍ਰੋਡਕਟ ਹੈ। ਮਦਰ ਇੰਡੀਆ ਦਾ ਚੈਸਟਡ ਬੋਟਲ ਵਿੱਚ ਆਉਂਦਾ ਹੈਗਾ, ਬੜਾ ਈਜ਼ੀ ਆ, ਕਨਵੀਨੀਅੰਟ ਹੈ। ਜਿੰਨੀ ਲੋੜ ਹੈ ਤੁਸੀਂ ਉਨਾ ਹੀ ਉਹਨੂੰ ਯੂਜ਼ ਕਰ ਸਕਦੇ ਹੈਗੇ ਆ। ਔਰ ਲੌਂਗ ਵੀਕਐਂਡ ਹੈਗਾ, ਬਹੁਤ ਚੀਜ਼ਾਂ ਸਪੈਸ਼ਲ ਲੱਗੀਆਂ ਸਾਡੇ ਸਟੋਰ ਦੇ ਉੱਤੇ। ਹੁਣ ਅਸੀਂ ਸਟੋਰ ਵੀ ਬੜਾ ਕਰ ਦਿੱਤਾ ਹੈਗਾ, ਸਾਰਾ ਡਿਸਪਲੇ ਵੀ ਪ੍ਰੋਪਰ ਹੋ ਗਈ ਆ। ਤੁਸੀਂ ਜ਼ਰੂਰ ਆਓ ਵੀਕਐਂਡ ਦੇ ਉੱਤੇ, ਔਰ ਤੁਹਾਨੂੰ ਸਾਰੀ ਅਸੀਂ ਇਨਫੋਰਮੇਸ਼ਨ ਦਿੰਦੇ ਹਾਂ। ਮੈਂ ਹਮੇਸ਼ਾ ਕਹਿੰਦਾ ਸਟੋਰ ਤੇ ਆਓ, ਜ਼ਰੂਰੀ ਨਹੀਂ ਤੁਸੀਂ ਸਮਾਨ ਬਾਏ ਕਰਨਾ ਤਾਂ ਹੀ ਤੁਸੀਂ ਆਉਣਾ। ਤੁਹਾਨੂੰ ਹੋਰ ਜਾਣਕਾਰੀ ਚਾਹੀਦੀ ਆ ਜਾਂ ਕੋਈ ਫ੍ਰੀ ਸੈਂਪਲ ਚਾਹੀਦਾ, ਤੁਸੀਂ ਪਹਿਲਾਂ ਨਹੀਂ ਟਰਾਈ ਕੀਤਾ, ਅਗਰਬੱਤੀ ਦਾ ਫ੍ਰੀ ਸੈਂਪਲ ਚਾਹੀਦਾ, ਕੋਈ ਵੀ ਆਈਟਮ ਤੁਸੀਂ ਵਨ ਟਾਈਮ ਯੂਜ਼ ਕਰਨਾ, ਪਹਿਲਾਂ ਹਰਬਲ ਹੇਅਰ ਡਾਈ ਸ਼ੈਂਪੂ ਪਹਿਲਾਂ ਟਰਾਈ ਕਰ ਲਓ, ਜਾਂ ਤੁਸੀਂ ਕਿਸੇ ਵੀ ਕਲਰ ਦੇ ਵਿੱਚ ਪ੍ਰੋਡਕਟਸ ਪਹਿਲਾਂ ਯੂਜ਼ ਕਰਨਾ ਚਾਹੁੰਦੇ ਆ, ਫ੍ਰੀ ਸੈਂਪਲ ਲੈ ਕੇ ਜਾਓ। ਅਗਰ ਤੁਹਾਨੂੰ ਅੱਛਾ ਲੱਗਦਾ ਪਲੀਜ਼ ਨੈਕਸਟ ਟਾਈਮ ਬਾਏ ਕਰੋ। ਅੱਛਾ ਸ਼ੁਕਲਾ ਜੀ, ਆਯੁਰਵੇਦ ਦੀਆਂ ਜੜੀਆਂ ਬੂਟੀਆਂ ਨੂੰ ਵੀ ਲਿਆਉਨੇ ਹੋ, ਵਧੀਆ ਜਿਹੜੀਆਂ ਕੰਪਨੀ ਦੀਆਂ ਨੇ, ਉਹ ਕਿਹੜੀ ਚੀਜ਼ ਹੈ ਜੀ? ਹਾਂਜੀ ਬਿਲਕੁਲ, ਹਰਬਲ ਹੇਅਰ ਡਾਈ ਸ਼ੈਂਪ ਆਪਣੇ ਪਾਊਡਰ ਤੇ ਵੀ ਸਾਡੇ ਕੋਲ ਬਹੁਤ ਹੀ ਪ੍ਰੋਡਕਟ 50-60 ਡਿਫਰੈਂਟ ਟਾਈਪ ਦੇ ਹਰਬਲ ਪ੍ਰੋਡਕਟਸ ਹੈਗੇ ਆ, ਜਿਹਦੇ ਵਿੱਚ ਗਲੋਏ ਆ, ਕਾੜਾ ਆ, ਮੇਥੀ ਪਾਊਡਰ, ਹਲਦੀ ਪਾਊਡਰ ਆ, ਤੁਲਸੀ, ਨੀਮ, ਅਸ਼ਵਗੰਧਾ, ਸਾਰੇ ਪ੍ਰੋਡਕਟਸ ਹੁੰਦੇ ਆ। ਪਹਿਲਾਂ ਆ ਕੇ ਜ਼ਰੂਰ ਦੱਸੋ ਕਿ ਤੁਸੀਂ ਪ੍ਰੋਡਕਟਸ ਕਿਹੜਾ ਲੈਣਾ ਔਰ ਕਿਉਂ ਲੈਣਾ ਮੰਗਦੇ ਹੈਗੇ ਆ। ਕਈ ਵਾਰ ਕੀ ਹੁੰਦਾ ਹੈਗਾ, ਕਈ ਆ ਕੇ ਭੈਣ ਭਰਾ ਕਹਿੰਦੇ ਮੈਨੂੰ ਅਸ਼ਵਗੰਧਾ ਦੇ ਦਿਓ। ਐਕਚੁਅਲੀ ਉਹਨਾਂ ਨੂੰ ਅਸ਼ਵਗੰਧਾ ਦੀ ਲੋੜ ਨਹੀਂ, ਲੋੜ ਤਾਂ ਉਹਨਾਂ ਨੂੰ ਮੇਥੀ ਪਾਊਡਰ ਦੀ ਆ। ਆ ਕੇ ਜ਼ਰੂਰ ਦੱਸੋ, ਜਿੰਨੀ ਸਾਡੀ ਬੁੱਧੀ ਮੁਤਾਬਕ ਤੁਹਾਨੂੰ ਦੱਸਾਂਗੇ ਵੀ ਭੈਣ ਜੀ ਭਾਜੀ ਤੁਹਾਡੇ ਆਹ ਪ੍ਰੋਡਕਟ ਤੁਹਾਡੇ ਵਾਸਤੇ ਵਧੀਆ, ਤੁਸੀਂ ਆਹ ਯੂਜ਼ ਕਰੋ। ਅਸੀਂ ਇਨਫੋਰਮੇਸ਼ਨ ਤੁਹਾਨੂੰ ਕੋਈ ਚਾਰਜ ਤਾਂ ਕਰਦੇ ਨਹੀਂ ਹੈਗੇ, ਫ੍ਰੀ ਚਾਰਜ ਹੈਗਾ। ਤੁਸੀਂ ਆ ਕੇ ਕੋਈ ਵੀ ਆਈਟਮ ਤੁਹਾਨੂੰ ਹਰਬਲ ਪ੍ਰੋਡਕਟ ਚਾਹੀਦਾ ਆ ਕੇ ਲਓ, ਪੁੱਛੋ। ਡੈਂਟਾ ਕੇਅਰ ਹੈ, ਚਾਹੇ ਉਹ ਤੁਲਸੀ ਡ੍ਰੌਪ ਹੈਗਾ। ਹੁਣ ਸਾਡੇ ਕੋਲ ਹੈਨਾ ਟਿਊਬਸ ਵੀ ਬਹੁਤ ਆਈ ਹੈਗੀ। ਅੱਜ ਕੱਲ੍ਹ ਵਿਆਹ ਸ਼ਾਦੀਆਂ ਬਹੁਤ ਹੋ ਰਹੀਆਂ ਹੈਗੀਆਂ, ਫੰਕਸ਼ਨ ਹੁੰਦੇ ਆ, ਬੱਚੇ ਹੱਥਾਂ ਤੇ ਮਹਿੰਦੀ ਲਾਉਣਾ ਮੰਗਦੇ ਆ, ਉਹਦੇ ਵਿੱਚ ਵੀ ਅਸੀਂ ਹੱਥਾਂ ਦੇ ਵਿੱਚ ਜਿਹੜੀ ਮਹਿੰਦੀ ਟਿਊਬ ਬਣਾਈ ਆ, ਉਹਦੇ ਵਿੱਚ ਵੀ ਕੈਮੀਕਲਸ ਨਹੀਂ ਹੈਗੇ, ਉਹ ਵੀ ਸੇਫ ਹੈ। ਉਹਦੇ ਵਿੱਚ 2 ਰੰਗ ਆਉਂਦੇ ਆ, ਨੈਚੁਰਲ ਤੇ ਇੱਕ ਬਲੈਕ। ਤੁਸੀਂ 2 ਰੰਗ ਲੈ ਸਕਦੇ ਆ। ਸਟੋਰ ਤੇ ਜਦੋਂ ਆਉਂਗੇ ਤੁਹਾਨੂੰ ਬਹੁਤ ਹੀ ਜ਼ਿਆਦਾ ਵੈਰਾਈਟੀ ਮਿਲੂਗੀ, ਔਰ ਅਸੀਂ ਹੋਰ ਵੀ ਆਈਟਮਾਂ ਐਡ ਕਰ ਰਹੇ ਹੈਗੇ ਆ, ਜਿਹੜੇ ਕਿ ਤੁਹਾਨੂੰ ਅਸੀਂ ਨੈਕਸਟ ਸਾਡੇ ਕੋਲ ਨਵੀਂ ਆਈਟਮ ਅਸੀਂ ਐਡ ਕੀਤੀ ਆ। ਜਿੰਜਰ ਤੇ ਹਨੀ ਦਾ ਸ਼ੈਂਪੂ ਆ, ਜਿਹੜੇ ਕਿ ਬਾਲ ਸਿਕਰੀ ਪ੍ਰੋਬਲਮ ਹੈ, ਬਾਲ ਝੜਦੇ ਹੈਗੇ ਆ, ਬਾਲ ਟੁੱਟਦੇ ਹੈਗੇ ਆ, ਉਹਨਾਂ ਵਾਸਤੇ ਸਾਡਾ ਬਹੁਤ ਹੀ ਵਧੀਆ ਸ਼ੈਂਪੂ ਆ ਹਨੀ ਤੇ ਜਿੰਜਰ ਦਾ। ਜ਼ਰੂਰ ਟਰਾਈ ਕਰੋ, ਤੁਹਾਡੀ ਪ੍ਰੋਬਲਮ ਸੋਲਵ ਹੋ ਜਾਂਦੀ ਹੈ। ਅੱਛਾ ਜੀ, ਇਹ ਵਟਣਾ ਕਹਿੰਦੇ ਬਹੁਤ ਕੰਮ ਕਰਦਾ ਹੈ, ਵਟਣੇ ਬਾਰੇ ਦੱਸਿਓ ਮਾੜਾ ਜਿਹਾ। ਹਾਂਜੀ, ਬਟਨਾ ਵੀ ਵਧੀਆ ਪ੍ਰੋਡਕਟਸ ਅੱਜ ਕੱਲ੍ਹ ਵਿਆਹ ਸ਼ਾਦੀਆਂ ਚੱਲਦੀਆਂ ਹੈਗੀਆਂ। ਸਾਡੇ ਬਟਨਾ ਇੱਕ ਰਿਵਾਜ ਆ, ਹਲਦੀ ਜਿਹਨੂੰ ਕਹਿੰਦੇ ਆ, ਆਪਣਾ ਵਿਆਹ ਸ਼ਾਦੀਆਂ ਬੱਚਿਆਂ ਨੂੰ ਲਾਉਂਦੇ ਆ। ਬਟਨਾ ਵੀ ਬਹੁਤ ਸੇਫ ਹੈ, ਕੋਈ ਵੀ ਭੈਣ ਭਰਾ ਲਾ ਸਕਦਾ ਹੈਗਾ। ਤੁਸੀਂ ਇਹਨੂੰ ਬਸ 2 ਚਮਚ ਕੌਲੀ 'ਚ ਪਾ ਕੇ ਰੋਜ਼ ਵਾਟਰ ਪਾਓ, ਚਾਹੇ ਹਨੀ ਪਾ ਲਓ ਵਿੱਚ, ਇਹਦੇ ਵਿੱਚ ਤੁਸੀਂ ਬਸ ਆਪਣੇ ਫੇਸ ਤੇ ਲਾਓ।
4 ਜਾਂ 5 ਮਿੰਟ ਲੱਗਦੇ ਤੁਹਾਡਾ ਫੇਸ ਉਹ ਡਰਾਈ ਹੋ ਜਾਂਦਾ ਪਾਊਡਰ, ਉਹਨੂੰ ਵਾਸ਼ ਕਰ ਦਿਓ ਔਰ ਤੁਸੀਂ ਖੁਦ ਦੇਖੋਗੇ 2 ਜਾਂ 3 ਵੀਕਾਂ ਬਾਅਦ ਤੁਹਾਡਾ ਚਿਹਰਾ ਜਿਹੜਾ ਗਲੋ ਕਰੇਗਾ ਔਰ ਤੁਹਾਡਾ ਜਿਹੜਾ ਕਿ ਤੁਹਾਡੀਆਂ ਬਲੈਕ ਮਾਰਕਸ ਅੱਖਾਂ ਦੇ ਹੁੰਦੇ ਆ ਉਹ ਵੀ ਕਾਫੀ ਆਫ ਹੋ ਜਾਂਦੇ ਆ। 100% ਤਾਂ ਨਹੀਂ ਆਫ ਹੁੰਦੇ ਲੇਕਿਨ ਕਾਫੀ ਆਫ ਹੋ ਜਾਂਦੇ ਆ। ਬਹੁਤ ਹੀ ਅੱਛਾ ਪ੍ਰੋਡਕਟਸ ਹੈ। ਹਰਬਲ ਹੈ, ਇਹਦੇ ਵਿੱਚ ਕੋਈ ਵੀ ਕੈਮੀਕਲਸ ਨਹੀਂ, ਕੋਈ ਵੀ ਇਹਨੂੰ ਲਾ ਸਕਦਾ। ਕਈ ਵਾਰੀ ਆਪਣੇ ਵੀਰ ਆਉਂਦੇ ਉਹ ਕਹਿੰਦੇ ਸਿਰਫ ਸਾਡੇ ਵਾਸਤੇ ਭੈਣਾਂ ਵਾਸਤੇ ਜਾਂ ਅਸੀਂ ਵੀ ਲਾ ਸਕਦੇ, ਕੋਈ ਵੀ ਲਾ ਸਕਦਾ। ਬਹੁਤ ਹੀ ਅੱਛਾ ਪ੍ਰੋਡਕਟਸ ਹੈਗਾ, ਸੇਫ ਆ ਔਰ ਨੈਚੁਰਲ ਹੈਗਾ, ਇਹਦੇ ਵਿੱਚ ਕੋਈ ਵੀ ਸਾਈਡ ਇਫੈਕਟ ਨਹੀਂ ਹੈਗੇ। ਚੱਕ ਦੂ ਅੱਖਾਂ ਦੀ ਲਾਲੀ ਸੁਰਮਾ ਮਮੀਰੇ ਦਾ, ਉਹਦੇ ਵੀ ਦੱਸੋ ਵੀ ਕਿਹੜਾ ਕਿਹੜਾ, ਡਲੀ ਵਾਲਾ ਕਿ ਦੂਜਾ? ਹਾਂਜੀ, ਸਾਡੇ ਕੋਲ ਡਲੀ ਵਾਲਾ ਵੀ ਸੁਰਮਾ ਹੈਗਾ, ਪਾਊਡਰ ਵੀ ਹੈਗਾ, ਇੱਕ ਕਜਲ ਅਸੀਂ ਬਣਾਇਆ ਹੈਗਾ। ਉਹ ਕਜਲ ਬਹੁਤ ਵਧੀਆ ਹੈਗਾ, ਤੁਸੀਂ ਸਮੰਜ ਫ੍ਰੀ ਆ, ਉਹ ਤੁਸੀਂ ਮਤਲਬ ਬਿਲਕੁਲ ਖਿੜਦਾ ਨਹੀਂ ਹੈਗਾ ਔਰ 10 ਆਵਰ ਸਟੇ ਕਰਦਾ ਹੈਗਾ। ਵਾਟਰ ਪ੍ਰੂਫ ਆ, ਜਿੰਨਾ ਮਰਜੀ ਮੀਂਹ ਪਈ ਜਾਵੇ ਉਹ ਵਾਟਰ ਪ੍ਰੂਫ ਹੈਗਾ, ਸੇਫ ਆ, 100% ਸੇਫ ਫॉर ਦੀ ਆਈਜ਼, 100% ਹਰਬਲ ਹੈਗਾ। ਜ਼ਰੂਰ ਟਰਾਈ ਕਰੋ। ਉਹਨੂੰ ਆਈਬਰੋ ਵਾਸਤੇ ਵੀ ਲੋਕ ਭੈਣਾਂ ਬਹੁਤ ਯੂਜ਼ ਕਰਦੀਆਂ ਹੈਗੀਆਂ। ਕਜਲ ਆ, ਬਹੁਤ ਹੀ ਅੱਛਾ ਪੈਨਸਲ ਟਾਈਪ ਹੈਗਾ, 100% ਉਹਦੇ ਵਿੱਚ ਕੋਈ ਵੀ ਕੈਮੀਕਲਸ ਅਸੀਂ ਨਹੀਂ ਪਾਉਂਦੇ। ਜਿੰਨੀਆਂ ਵੀ ਆਈਟਮਾਂ ਅਸੀਂ ਤੁਹਾਨੂੰ ਜ਼ਰੂਰ ਦੱਸ ਦਿੰਦੇ ਹਾਂ ਪਹਿਲਾਂ ਕਿ ਇਹਦੇ ਵਿੱਚ ਕੋਈ ਕੈਮੀਕਲਸ ਨਹੀਂ ਆ, ਹਰਬਲ ਬੇਸ ਤੇ ਬਣਾਇਆ ਗਿਆ ਹੈਗਾ। ਤੇ ਮੁਸ਼ਕਣ ਬੂਟੀ? ਹਾਂਜੀ, ਅਤਰ ਸਾਡੇ ਕੋਲ ਬਹੁਤ ਟਾਈਪ ਦੇ ਹੈਗੇ ਆ। ਉਹਦੇ ਵਿੱਚ ਸਾਨੂੰ ਜੈਸਮਿਨ, ਆਪਣੇ ਲੈਵੈਂਡਰ, ਰੋਜ਼, ਵਾਈਟ ਮਸਕ ਵੀ ਆ ਗਿਆ ਜਿਹੜਾ ਕਿ ਆਪਾਂ ਮਿਡਲ ਈਸਟ ਵਿੱਚ ਆਪਾਂ ਯੂਜ਼ ਕਰਦੇ ਸੀ। ਅਤਰ ਵਾਈਟ ਮਸਕ ਉਹ ਵੀ ਬਹੁਤ ਲੋਕੀ ਭੈਣ ਭਰਾ ਲਾਈਕ ਕਰਦੇ ਆ, ਉਹ ਵੀ ਯੂਜ਼ ਕਰ ਸਕਦੇ ਹੈਗੇ ਆ। ਬਾਕੀ ਤੁਸੀਂ ਕੈਲੀਫੋਰਨੀਆ ਦੇ ਵਿੱਚ ਸਾਡੇ ਡਿਸਟਰੀਬਿਊਟਰ ਹੈਗੇ ਮਨਪ੍ਰੀਤ ਮਾਨ, ਉਹਨਾਂ ਕੋਲ ਤੁਸੀਂ ਸਾਰਾ ਪ੍ਰੋਡਕਟ, ਸਾਰਾ ਏਰੀਆ ਕਵਰ ਕਰਦੇ ਆ। ਉਹਨਾਂ ਦੀ ਜਾਣਕਾਰੀ ਹੋਰ ਚਾਹੀਦੀ ਸਾਨੂੰ ਵੀ ਕਾਲ ਕਰ ਸਕਦੇ ਆ। ਤੁਹਾਨੂੰ ਅਸੀਂ ਤਾਂ ਟੈਲੀਫੋਨ ਨੰਬਰ ਸਾਰੀ ਇਨਫੋਰਮੇਸ਼ਨ ਦੇ ਦਿੰਦੇ ਹੈਗੇ ਆ, ਤੁਸੀਂ ਉਹਨਾਂ ਕੋਲ ਲੈ ਸਕਦੇ। ਬਾਕੀ ਕੈਨੇਡਾ ਦੇ ਵਿੱਚ ਕਿਸੇ ਵੀ ਸ਼ਹਿਰ, ਮੇਰਾ ਖਿਆਲ ਸਾਡੇ ਕੋਲ 250 ਲੋਕੇਸ਼ਨਸ, ਕੱਲ ਮੈਂ ਗਿਣਤੀ ਕਰ ਰਿਹਾ ਸੀ 272, ਜਿੱਥੇ ਕਿ ਸਾਡੇ ਅਮਰੀਕਾ ਕੈਨੇਡਾ ਵਿੱਚ ਸਾਡੇ ਪ੍ਰੋਡਕਟਸ ਪਏ ਹੈਗੇ ਆ, ਤੁਸੀਂ ਉੱਥੋਂ ਲੈ ਸਕਦੇ ਆ। ਪਰ ਕਿਸੇ ਵੀ ਕਾਰਨ ਸਾਡਾ ਪ੍ਰੋਡਕਟ ਤੁਹਾਡੇ ਸ਼ਹਿਰ ਜਾਂ ਤੁਹਾਡੇ ਟਾਊਨ 'ਚ ਨਹੀਂ ਅਵੇਲੇਬਲ, ਕੈਨੇਡਾ ਤੇ ਅਮਰੀਕਾ ਵਿੱਚ ਮਿਨੀਮਮ ਆਰਡਰ 2 ਬੋਟਲ ਲਓ, ਤੁਹਾਡੇ ਘਰ ਅਸੀਂ ਫ੍ਰੀ ਡਿਲੀਵਰ ਕਰਦੇ ਹਾਂ। ਕੈਨੇਡਾ ਦੇ ਵਿੱਚ ਤੁਹਾਨੂੰ ਤਕਰੀਬਨ 3 ਡੇਜ਼ ਲੱਗਦੀ ਹੈ ਬਾਈ ਕੈਨੇਡਾ ਪੋਸਟ, ਤੇ ਅਮਰੀਕਾ ਦੇ ਵਿੱਚ 4 to 5 ਵਰਕਿੰਗ ਡੇ। ਤੇ ਮਨਪ੍ਰੀਤ ਸਿੰਘ ਮਾਨ ਦਾ ਨੰਬਰ ਦਿਓ ਜੀ। ਹਾਂਜੀ, ਮੈਂ ਐਕਚੁਅਲੀ ਗਿਲ ਸਾਹਿਬ ਮੇਰਾ ਨਾ ਕੰਟੇਨਰ ਆਇਆ ਸੀਗਾ ਅਗਰਬੱਤੀ ਦਾ, ਮੈਂ ਲਹਾਣ ਵਾਸਤੇ ਆਇਆ, ਮੇਰੇ ਕੋਲ ਹੈਂਡੀ ਨੰਬਰ ਨਹੀਂ ਹੈ, ਮੈਂ ਜ਼ਰੂਰ ਨੰਬਰ ਦਊਂਗਾ ਤੁਹਾਨੂੰ ਪਲੀਜ਼। ਮੈਂ ਐਕਚੁਅਲੀ ਕਾਰ 'ਚ ਹੀ ਹਾਂ, ਮੈਂ ਆਫਿਸ ਨਹੀਂ ਆਇਆ ਇਸ ਵੇਲੇ। 925 895 4208 ਮਨਪ੍ਰੀਤ ਸਿੰਘ ਮਾਨ ਦਾ ਨੰਬਰ ਹੈ। ਹਾਂਜੀ ਬਿਲਕੁਲ, ਥੈਂਕ ਯੂ ਸੋ ਮਚ। ਆਮ ਸੋ ਸੌਰੀ ਬਿਕਾਜ਼ ਮੈਨੂੰ ਪਤਾ ਨਹੀਂ ਸੀਗਾ ਵੀ ਕੰਟੇਨਰ ਲੇਟ ਹੋ ਗਿਆ, ਉਹ ਕੰਟੇਨਰ ਲਾਉਣ ਵਾਸਤੇ ਆਇਆ, ਇਸ ਕਰਕੇ ਮੈਂ ਵੇਅਰ ਹਾਊਸ ਆਇਆ ਸੀ। ਧੰਨਵਾਦ ਜੀ ਸ਼ੁਕਲਾ ਜੀ, ਲੌਂਗ ਵੀਕਐਂਡ ਤੁਹਾਡਾ ਵਧੀਆ ਲੰਘੇ ਤੇ ਅਗਲੇ ਹਫਤੇ ਫੇਰ ਗੱਲ ਕਰਾਂਗੇ। ਹਾਂਜੀ, ਸਾਰੇ ਭੈਣ ਭਰਾਵਾਂ ਨੂੰ ਲੌਂਗ ਵੀਕਐਂਡ ਤੇ ਪਲੀਜ਼ ਅਗਰ ਤੁਸੀਂ ਆਣਾ, ਫ੍ਰੀ ਸੈਂਪਲ ਲੈਣਾ ਟਰਾਈ ਕਰੋ। 6647 ਮੇਨ ਸਟਰੀਟ, ਸਟੋਰ ਸਾਡਾ 10 ਤੋਂ 6 ਖੋਲਦੇ ਆ। ਹੋਰ ਜਾਣਕਾਰੀ 604 430 6072। ਧੰਨਵਾਦ ਜੀ, ਸ਼ੁਭ ਸ਼ਾਮ। ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। 604 204 0600 5 ਮਿੰਟਾਂ ਤੱਕ 10:15 ਤੇ ਤੁਹਾਡੀਆਂ ਕਾਲਸ ਲੈਣੀਆਂ। ਕਿਸੇ ਵਿਸ਼ੇ ਤੇ ਤੁਸੀਂ ਗੱਲਬਾਤ ਅੱਜ ਕਰਨੀ ਚਾਹੋ, 1 ਸਾਲ ਦਾ ਲਗਭਗ ਸਫ਼ਰ ਨੇੜੇ ਹੋ ਗਿਆ। ਸ਼ੇਰੇ ਪੰਜਾਬ 600 AM 27 ਸਤੰਬਰ ਨੂੰ ਤੁਹਾਡੀ ਸੇਵਾ 'ਚ ਹਾਜ਼ਰ ਹੋਇਆ ਸੀ। ਸ਼ੇਰੇ ਪੰਜਾਬ ਤੋਂ ਬਿਨਾਂ ਕਿਸੇ ਵਿਸ਼ੇ ਤੇ ਲੀਡਰਾਂ ਦੀ ਡਿਬੇਟ ਹੋਈ ਹੈ। ਪੰਜਾਬ ਦੀ ਰਾਜਨੀਤੀ, ਅਫਗਾਨਿਸਤਾਨ, ਨਿਊਯਾਰਕ ਡੁੱਬਿਆ ਪਿਆ, 40 ਬੰਦੇ ਮਰ ਗਏ, ਇੰਨਾ ਪਾਣੀ ਆਇਆ। ਦੁਨੀਆ ਦੇ ਸਭ ਤੋਂ ਤਾਕਤਵਰ ਮੁਲਕ ਦੀ ਰਾਜਧਾਨੀ ਨਿਊ ਜਰਸੀ, ਨਿਊਯਾਰਕ ਦੇ ਏਰੀਏ ਦੇ ਵਿੱਚ, ਵਾਸ਼ਿੰਗਟਨ DC ਦੇ ਏਰੀਏ ਦੇ ਵਿੱਚ ਇਹ ਹਾਲ ਹੈ। ਕੁਦਰਤ ਦੇ ਅੱਗੇ ਜ਼ੋਰ ਨਹੀਂ। ਤੇ ਤੁਸੀਂ ਕਿਸੇ ਵਿਸ਼ੇ ਤੇ ਗੱਲ ਕਰਨੀ ਹੋਵੇ ਅੱਜ ਕਰ ਸਕਦੇ ਹੋ 10:15 ਤੋਂ। 604 204 0600। ਲਗਭਗ 1 ਵਰੇ ਦਾ ਸਫ਼ਰ ਸ਼ੇਰੇ ਪੰਜਾਬ ਦਾ ਹੋ ਗਿਆ। 27 ਸਤੰਬਰ ਨੂੰ ਵੱਡੇ ਕੋਈ ਪ੍ਰੋਗਰਾਮ ਆਪਾਂ ਕਰਾਂਗੇ ਤੇ ਸੋਮਵਾਰ ਆਉਂਦਾ 27 ਦਾ, ਤੇ ਇਸ ਤੋਂ ਨਾਲ ਤੁਹਾਡੇ ਇਸ਼ੂਜ਼, ਲੋਕਲ ਕਮਿਊਨਿਟੀ ਦੇ, ਸੂਬੇ ਦੇ, ਆਈਆਂ ਵੋਟਾਂ ਦੇ, ਅਫਗਾਨਿਸਤਾਨ ਦੇ, ਪੰਜਾਬ ਦੇ ਕਿਸੇ ਵਿਸ਼ੇ ਤੇ ਅੱਜ ਤੁਹਾਨੂੰ ਸਮਾਂ ਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਲਾਈਨ ਨੰਬਰ 1 ਤੁਸੀਂ ਏਅਰ ਤੇ ਹੋ ਜੀ। ਹੈਲੋ ਮਿਸਟਰ ਗਿੱਲ, ਗੁੱਡ ਮਾਰਨਿੰਗ ਆਈ ਗੈਸ। ਜੀ ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਗਿੱਲ ਸਾਹਿਬ। ਮੈਂ ਐਕਚੁਅਲੀ ਥੋੜੀ ਬੈਕਗਰਾਉਂਡ ਦੇ ਦਿਆਂ ਜਿਹੜੇ ਮੈਂ ਟੌਪਿਕ ਤੇ ਐਕਚੁਅਲੀ ਗੱਲ ਕਰਨੀ ਚਾਹੁੰਦਾ। ਮਤਲਬ ਮੈਂ ਰੀਸੈਂਟਲੀ ਇੱਕ ਫੰਕਸ਼ਨ ਅਟੈਂਡ ਕੀਤਾ, ਉੱਥੇ ਉਹ ਬਾਲੀਵੁੱਡ ਦੇ ਗਾਣਿਆਂ ਦੇ ਉੱਤੇ ਹੀ ਦੈਟਸ ਹਾਊ ਦੇ ਪ੍ਰੈਕਟਿਸ।
ਤੇ ਕਿੱਥੇ which is ਜੀ, fine। ਕਿੱਥੇ ਜਗ੍ਹਾ, ਸ਼ਹਿਰ ਕਿਹੜਾ? ਇੱਥੇ ਆਪਣੀ ਕੈਲਗਰੀ ਕੈਲਗਰੀ ਚ। ਅੱਛਾ ਜੀ। ਕੈਲਗਰੀ, ਉਹ ਜਿੱਦਾਂ ਉਹਨਾਂ ਦੀ ਮਤਲਬ ਰਿਲੀਜਨ ਚ ਅਲਾਉਡ ਆ ਬਾਲੀਵੁੱਡ ਦੇ ਗਾਣਿਆਂ ਤੇ ਹੀ ਉਹ ਜਿੱਦਾਂ ਰੱਬ ਦੀ ਮਤਲਬ ਪੂਜਾ ਕਰਦੇ, ਵਿਚ ਇਜ਼ ਫਾਈਨ। ਅੱਛਾ ਜੀ। ਤੇ ਇੱਥੇ ਕਈ ਆ ਜਿਹੜੇ ਉਹ ਮਤਲਬ ਕੀ ਕਹਿੰਦੇ ਪੂਜਾ ਕਰਨ ਤੋਂ ਪਹਿਲਾਂ ਆਪਣੇ ਪੈਰ ਜਾਂ ਜੋ ਵੀ ਆਪਣਾ ਸਿਰ ਧੋਂਦੇ, ਜਾਣੀ ਉਹ ਤੇ ਉਹ ਜਿੱਦਾਂ ਕਹਿੰਦਾ ਮਤਲਬ ਨਾ ਝੋਨਾ ਲਾਉਣ ਵਾਲਾ ਕਰ ਦਿੰਦੇ ਆ, ਵਿਚ ਇਜ਼ ਫਾਈਨ ਟੂ, ਆਈ ਡੋਂਟ ਹੈਵ ਐਨੀ ਪ੍ਰੋਬਲਮ। ਤੇ ਆਪਣੇ ਰਿਲੀਜਨ ਦੇ ਵਿੱਚ ਤਾਂ ਗਿੱਲ ਸਾਹਿਬ ਉਹਦੇ ਬੜੇ ਸੈਕਸ਼ਨ ਆ ਵੀ ਕੀਰਤਨ ਤੁਸੀਂ ਕਿਹੜਾ ਕਰ ਸਕਦੇ ਆ, ਕਦੋਂ ਕਰ ਸਕਦੇ ਆ, ਹਨਾ। ਤੇ ਜਿਹੜਾ ਹੁਣ ਰੀਸੈਂਟਲੀ ਮੈਂ ਕੈਲਗਰੀ ਗੁਰਦੁਆਰੇ ਗਿਆ, ਮੈਂ ਅੰਦਰ ਨਹੀਂ ਵੜ ਸਕਿਆ। ਉੱਥੇ ਐਡੀ ਉੱਚੀ ਵੋਲਗਰ ਜਿੱਦਾਂ ਸਤਨਾਮ ਵਾਹਿਗੁਰੂ ਜਿਹੜੀ ਐਡਾ ਲਾਊਡ ਇੰਨਾ ਵੋਲਗਰ ਉਹ ਪ੍ਰੈਕਟਿਸ ਕਰ ਰਹੇ ਆ। ਤੇ ਉਹਦਾ ਹੁਣ ਮੈਂ ਉਸ ਕਨਸੈਪਟ ਦੇ ਬਾਰੇ ਸੋਚਿਆ, ਹਨਾ, ਮਤਲਬ ਕਿਸੇ ਪ੍ਰੋਸੀਜਰ ਦੀ, ਕਿਸੇ ਰੈਸਿਪੀ ਦੀ ਜਾਂ ਕਿਸੇ ਪ੍ਰੋਸੈਸ ਜਾਂ ਇਵੈਂਟ ਦੀ ਤਾਂ ਲੋਕੀ ਰਿਪੀਟੇਸ਼ਨ ਕਰਦੇ ਆ, ਸੈਂਸ ਬਣਦੀ ਆ। ਪਰ ਇਹ ਟੈਕਨੀਕ ਇੱਕ ਬ੍ਰੇਨ ਵਾਸ਼ਿੰਗ ਜਾਂ ਸਾਈਕੋਥੈਰੇਪੀ ਚ ਯੂਜ਼ ਹੁੰਦੀ ਹੈ। ਜਿਹੜੇ ਬੰਦਿਆਂ ਨੇ ਮਿਸਟਰ ਇੰਡੀਆ ਮੂਵੀ ਦੇਖੀ ਹੋਈ ਨਾ, ਅਨਿਲ ਕਪੂਰ ਦੀ 90s ਚ ਆਈ ਸੀਗੀ, ਉਹਦੇ ਵਿੱਚ ਉਹਨਾਂ ਨੇ ਦੱਸਿਆ ਹੋਇਆ ਪੀਪਲ ਕੈਨ ਗੋ ਐਂਡ ਰੀਵਿਜ਼ਿਟ। ਹੁਣ ਆਵਾਂ ਮੈਂ ਇਹਦੇ ਤੇ ਇਸ਼ੂ ਤੇ, ਇਹਦੇ ਵਿੱਚ ਮੇਰੇ ਮਾਈਂਡ ਚ ਕੀ ਆਉਂਦਾ, ਜਦੋਂ ਨਾ ਰਾਈਟ ਆਫਟਰ ਇੰਡੀਪੈਂਡੈਂਸ ਜਦੋਂ ਆਪਣੇ ਬਲਦੇਵ ਸਿੰਘ ਨੂੰ ਕਿਹਾ ਸੀਗਾ ਨਾ ਇਹਨਾਂ ਨੇ ਵੀ ਆਪਾਂ ਇਹਨਾਂ ਦਾ ਇੰਨਾ ਡਿਸਟੋਰਟ ਕਰ ਦੇਣਾ ਧਰਮ ਵੀ ਇਹਨਾਂ ਨੂੰ ਪਤਾ ਹੀ ਨਹੀਂ ਲੱਗਣਾ ਵੀ ਵੇਅਰ ਟੂ ਬਿਗਿਨ ਐਂਡ ਵੇਅਰ ਟੂ ਐਂਡ। ਉਹ ਸਾਡੇ ਨਾਲ ਅੱਜ ਹੋ ਰਿਹਾ। ਤੇ ਜਿੱਦਾਂ ਹੁਣ ਢਾਡੀ ਆ, ਮੈਂ ਐਕਚੁਅਲੀ ਖੈਰ ਗੋਇੰਗ ਬੈਕ ਟੂ ਜਦੋਂ ਮੈਂ ਉਹਦੇ ਗੁਰਦੁਆਰੇ ਗਿਆ ਤੇ ਜਿਹੜੇ ਬੰਦੇ ਪਰਚੇ ਕਰਦੇ ਸੀ, ਮੈਂ ਕਿਹਾ ਕੀ ਆ ਇਹ ਇੰਨਾ ਲਾਊਡ ਆ, ਇੰਨਾ ਵਲਗਰ ਆ, ਕੋਈ ਲੌਜਿਕ ਨਹੀਂ ਹੈ। ਠੀਕ ਹੈ, ਤੁਸੀਂ ਕਿਸੇ ਰੈਸਿਪੀ, ਕਿਸੇ ਪ੍ਰੋਸੀਜਰ ਦੀ ਰਿਪੀਟੇਸ਼ਨ ਹੋ ਸਕਦੀ ਹੈ, ਉਹ 'ਚ your mind will absorb some concepts of it and you will for embetterment of your whatever, right? ਪਰ ਇਹਦੇ ਵਿੱਚ didn't make sense। ਪਰ ਉਹ ਕਹਿੰਦੇ ਜੀ ਮੈਂ ਤਾਂ ਪਰਚੀਆਂ ਕੱਟਦਾ। ਮੈਂ ਕਿਹਾ ਆ ਲਾਗੇ ਤੁਹਾਡੇ ਬੈਲੈਂਸ ਸ਼ੀਟ ਵੀ ਲੱਗੀ, ਤੁਸੀਂ ਕਿੱਦਾਂ ਪੈਸੇ ਸਾਈਫਨ ਕਰੀ ਜਾਣਦੇ ਪ੍ਰਾਈਵੇਟ ਸਕੂਲ ਨੂੰ, ਹਨਾ। ਹੁਣ ਮਤਲਬ ਕੋਵਿਡ ਆਇਆ, ਉਹ ਸਾਰੇ ਅਸੀਂ ਗਵਰਨਮੈਂਟ ਵੱਲ ਦੇਖਦੇ ਜੀ, ਸਾਡੀ ਹੈਲਪ ਕਰੋ। ਗਵਰਨਮੈਂਟ ਦੀ ਸਾਰੀ ਰਿਸਪੌਂਸਿਬਿਲਿਟੀ ਆ, ਗੁਰਦੁਆਰੇ ਵਾਲਿਆਂ ਦੀ ਕੋਈ ਨਹੀਂ। ਮਤਲਬ ਆਈ ਐਮ ਜਸਟ ਸਪੀਕਿੰਗ ਟੂ ਦੇ ਜਿਹੜੇ ਗੁਰਦੁਆਰੇ ਆ ਪਬਲਿਕ ਡੋਮੇਨ ਚ ਆਉਂਦੇ ਆ, ਜਿਹੜੇ ਮਤਲਬ ਜਿਹੜੀਆਂ ਪ੍ਰਾਈਵੇਟ ਮਿਲਾਂ ਲੱਗੀਆਂ ਉਹਦੇ ਬਾਰੇ ਤਾਂ ਇਟਸ ਬਿਯੋਂਡ ਮਾਈ ਮਤਲਬ ਆਪਣੀ ਇਮੈਜੀਨੇਸ਼ਨ ਤੋਂ ਵੀ ਦੂਰ ਆ। ਤੇ ਜਿਹੜੀ ਹੁਣ ਮਤਲਬ ਇਹ ਇੱਕ ਜਿਹੜਾ ਕਹਿੰਦੇ ਨਾ ਉੱਚੀ ਬੋਲਦੇ ਕੀ ਸੀ ਭਾਈ ਸਾਹਿਬ? ਵਾਹਿਗੁਰੂ 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 ਵਾਹਿਗੁਰੂ। ਠੀਕ ਹੈ, ਤੁਸੀਂ 10 ਮਿੰਟ ਕਰ ਲਓ, 5 ਮਿੰਟ ਕਰ ਲਓ। ਚਲੋ ਇਹ ਦੇਖੋ, ਮੇਰੇ ਖਿਆਲ ਇੱਕ ਸਾਡੇ ਗਰੁੱਪ ਦਾ ਉਹ ਸਿਮਰਨ ਕਰਦੇ ਆ, ਉਸ ਤਰ੍ਹਾਂ ਕਰਦੇ ਆ। ਮੇਰੇ ਖਿਆਲ ਉਹਨਾਂ ਨੂੰ ਅਸੀਂ ਉਹਨਾਂ ਦੇ ਢੰਗ ਨੂੰ ਰੋਕ ਤਾਂ ਨਹੀਂ ਸਕਦੇ, ਅਸੀਂ ਕਰ ਲੈਣ ਉਹ ਫਿਰ। ਉਹ ਗਿੱਲ ਸਾਹਿਬ ਕਿਸੇ ਵੋਲਿਊਮ ਤੇ ਹੱਦ ਤੱਕ ਤਾਂ ਕਰਨਾ, ਅੰਦਰ ਵੀ ਨਹੀਂ ਵੜ ਹੁੰਦਾ, ਇੰਨਾ ਲਾਊਡ ਆ। ਤੇ ਉਹ ਵੀ ਕਿਸੇ ਐਕਸਟੈਂਟ ਤੱਕ ਕਰਨਾ। ਉਹਦੇ ਜਿਹੜੀ ਹਿਸਟੋਰਿਕ ਹੈ ਜਿਸ 'ਚ ਤੁਸੀਂ ਜਾ ਕੇ ਸਿੱਖਣਾ ਆ, ਉਹ ਸਿੱਖਣ ਵਾਲੀ ਤਾਂ ਗੱਲ ਖਤਮ ਹੋ ਜਾਂਦੀ ਉੱਥੇ ਜਾ ਕੇ। ਜਿੱਦਾਂ ਓਨਟੇਰੀਓ ਦੇ ਵਿੱਚ ਮੈਨੂੰ ਬੜਾ ਵਧੀਆ ਲੌਜਿਕ ਆਨਸਰ ਦਿੱਤਾ, ਕਹਿੰਦਾ ਜੀ ਓਨਟੇਰੀਓ 'ਚ ਇੱਦਾਂ ਕਰਦੇ ਆ। ਮੈਂ ਕਿਹਾ ਜਿੱਥੇ ਓਨਟੇਰੀਓ ਵਾਲੇ ਖੂਹ 'ਚ ਡਿੱਗਣਗੇ ਆਪਾਂ ਵੀ ਉੱਥੇ ਡਿੱਗਣਾ। ਮੈਂ ਕਿਹਾ ਕਿ ਬੇਨ ਸਾਹਿਬ ਦਾ ਜਾਂ ਗਰੇਵਾਲ ਸਾਹਿਬ ਦਾ ਜਿਹੜਾ ਖਲਾਰਾ ਪਾਇਆ ਆ, ਉਹ 'ਚ ਕੀ ਆਪਾਂ ਸਿੱਖਿਆ ਹੈ ਨਾ। ਤੇ ਮਤਲਬ ਇਹ ਤਾਂ ਗੁਰਦੁਆਰੇ ਵਾਲਿਆਂ ਦੀ ਰਿਸਪੌਂਸਿਬਿਲਿਟੀ ਆ ਨਾ। ਮਤਲਬ ਉਹਨਾਂ ਦਾ ਜਿੱਦਾਂ ਕਹਿੰਦਾ ਗੁਰੂ ਦੀ ਗੋਲ ਗਰੀਬ ਦਾ ਮੂੰਹ, ਉਹ ਤਾਂ ਸਭ ਰਬਿਸ਼ ਆ ਨਾ। ਕੋਈ ਗਰੀਬ ਇਹ ਤਾਂ ਆਸ ਨਹੀਂ ਲਾ ਕੇ ਸਕਦਾ ਗੁਰਦੁਆਰੇ ਕੋਲ ਕਿ ਮੇਰੀ ਇੱਥੇ ਕੋਈ ਫਾਈਨੈਂਸ਼ੀਅਲ ਜਾਂ ਇਮੋਸ਼ਨਲ ਹੈਲਪ ਹੋ ਜੂਗੀ, ਕੋਈ ਉਹ ਤਾਂ ਆਸ ਹੀ ਨਹੀਂ ਹੈ ਸਾਨੂੰ, ਹਨਾ। ਤੇ ਉਹ ਲੀਸਟ ਦੇ ਕੈਨ ਡੂ ਸਾਡੀ ਜਿਹੜੀ ਹਿਸਟਰੀ ਜਿਹੜੀ ਢਾਡੀ ਆ, ਜਿਹਦੇ ਸਾਲਾਂ ਬੱਧੀ ਮਿਹਨਤ ਕਰਨ ਤੋਂ ਬਾਅਦ ਤੁਸੀਂ ਕਿਸੇ ਕੈਲੀਬਰ ਤੇ ਪਹੁੰਚਦੇ ਆ, ਐਟਲੀਸਟ ਉਹਨਾਂ ਨੂੰ ਟਾਈਮ ਦੇਣਾ ਜਿਹੜਾ ਇੱਕ ਤਰ੍ਹਾਂ ਮੇਨ ਸਟ੍ਰੀਮ ਪ੍ਰੈਕਟਿਸਿਸ ਤੋਂ ਡਿਰੇਲ ਕਰਕੇ ਕਿਸੇ ਸਿਸਟਮ ਨੂੰ ਤੁਸੀਂ ਚੱਲਦੇ ਚੰਗੀ ਭਲੀ ਗੱਡੀ 'ਚ ਰੈਂਚ ਸੁੱਟਣ ਵਾਲਾ ਕੰਮ ਹੈ, ਹਨਾ। ਸੋ ਦੇ ਸ਼ੁੱਡ, ਜਿੱਦਾਂ ਹੁਣ ਮੈਂ ਐਕਚੁਅਲੀ ਕੀ ਰੈਫਰ ਵੀ ਕੀਤਾ ਸੁਖਮਨੀ ਸਾਹਿਬ ਦੀ ਅਸ਼ਟਪਦੀ 24 ਦੇ ਵਿੱਚ ਆਉਂਦਾ, ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ, ਹਨਾ। ਜੇ ਤੁਸੀਂ ਕਿਸੇ ਚੀਜ਼ ਨੂੰ, ਜੇ ਤੁਹਾਡਾ ਮਨ ਹੀ, ਤੁਸੀਂ ਤਾਂ ਮਤਲਬ ਉਸ ਚੀਜ਼ ਨੂੰ ਬਿਲਕੁਲ ਡਿਫਰੈਂਟ ਲੈਵਲ ਤੇ ਲੈ ਜਾਂਦੇ ਆ ਨਾ, ਜਿੱਥੇ ਤੁਹਾਡੀ ਮਤਲਬ ਸਾਈਕੋਲੋਜੀਕਲੀ ਕੋਈ ਐਮਬੈਟਰਮੈਂਟ ਨਹੀਂ ਹੋ ਰਹੀ, ਹਨਾ। ਯੂ ਸ਼ੁੱਡ, ਜਿਹੜਾ ਚੰਗਾ ਭਲਾ ਕੰਮ ਸਿਸਟਮ ਚੱਲਦਾ ਉਹਨੂੰ ਤਾਂ ਨਾ ਘੱਟੋ ਘੱਟ ਖਰਾਬ ਕਰੋ ਨਾ। ਧੰਨਵਾਦ ਜੀ। ਵੈਸੇ ਪ੍ਰਬੰਧਕਾਂ ਦੀ ਇਹ ਜ਼ਿੰਮੇਵਾਰੀ ਹੈ ਵੀ ਉਹਨਾਂ ਨੂੰ ਕਿਹਨਾਂ ਨੇ ਅਲਾਉ ਕਰਨਾ। ਇਹ ਠੀਕ ਹੈ, ਇੱਕ ਸਾਡਾ ਭਾਈਚਾਰਾ ਆਪਣੇ ਦੇ ਵਿੱਚੋਂ ਜਿਹੜੇ ਬਿਲਕੁਲ ਇਸ ਤਰ੍ਹਾਂ ਉੱਚੀ ਆਵਾਜ਼ ਦੇ ਵਿੱਚ ਸਿਮਰਨ ਕਰਦੇ ਨੇ। ਅਤੇ ਪਰ ਹੁਣ ਇਹ
ਤੁਸੀਂ ਮੈਂ ਇਸ ਨੂੰ ਕਿਵੇਂ ਡਿਸਾਈਡ ਕਰਾਂਗੇ ਕਿ ਤੁਸੀਂ ਨਹੀਂ ਕਰ ਸਕਦੇ? ਸਰ ਜਗਜੀਤ ਸਿੰਘ ਬਰਾੜ, ਲਾਈਨ ਨੰਬਰ 2। ਹਾਂਜੀ, ਸਤਿ ਸ੍ਰੀ ਅਕਾਲ ਜੀ ਗਿੱਲ ਸਾਹਿਬ। ਜੀ ਸਤਿ ਸ਼੍ਰੀ ਅਕਾਲ ਬਰਾੜ ਸਾਹਿਬ। ਮੈਂ ਰੋਜ਼ ਹੀ ਤੁਹਾਡਾ ਸ਼ੇਰੇ ਪੰਜਾਬ ਦੇ ਪ੍ਰੋਗਰਾਮ ਸੁਣਦਾ ਜੀ। ਧੰਨਵਾਦ ਜੀ, ਬਹੁਤ ਬਹੁਤ। ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਹੁੰਦਾ, ਕੜਾਕੇਦਾਰ ਗੱਲਾਂ ਜੀ, ਬੜੇ ਧਿਆਨ ਨਾਲ ਸੁਣੀਦਾ। ਧੰਨਵਾਦ ਜੀ। ਮੇਰੇ ਹੋਰ ਇੱਕ ਵੱਖਰਾ ਜਿਹਾ ਵਿਚਾਰ ਹੈ ਜੀ। ਜੀ ਬਾਲੇ ਸਾਰੇ ਮੁਲਕਾਂ ਦਾ ਤਾਂ ਮੈਨੂੰ ਪਤਾ ਨਹੀਂ, ਇੱਥੇ ਪਤਾ ਹੈਗਾ ਵੀ ਜਦੋਂ ਕੋਈ ਬੱਚਾ ਜਨਮ ਲੈਂਦਾ ਹੈ ਉਹਨੂੰ ਮੇਲ ਤੇ ਫੀਮੇਲ ਦੇ ਹਿਸਾਬ ਨਾਲ ਹੀ ਲਿਖਿਆ ਜਾਂਦਾ ਹੈ। ਜੀ ਜੀ। ਪਰ ਸਾਡੇ ਹਿੰਦੁਸਤਾਨ ਦੇ ਵਿੱਚ ਉਹਦੀ ਜਾਤ ਧਰਮ ਵੀ ਲਿਖੀ ਜਾਂਦੀ ਹੈ। ਇਹ ਗੱਲ ਹੋਣੀ ਨਹੀਂ ਚਾਹੀਦੀ, ਮੇਲ ਫੀਮੇਲ ਹੀ ਲਿਖਣਾ ਚਾਹੀਦਾ। ਮੇਰਾ ਇੱਕ ਇਹ ਵਿਚਾਰ ਹੈ, ਇਹਦੇ ਨਾਲ ਬੜੇ ਰੌਲੇ ਗੋਲੇ ਖਤਮ ਹੋ ਸਕਦੇ ਆ ਜੇ ਉਹ ਬੰਦ ਹੋ ਜਾਵੇ। ਧੰਨਵਾਦ ਜੀ। ਹੋਰ ਫਿਰ ਕਿਸੇ ਦਿਨ ਕਿਸੇ ਪ੍ਰੋਗਰਾਮ 'ਚ ਫੋਨ ਕਰ ਲਵਾਂਗੇ। ਠੀਕ ਹੈ ਜੀ ਬਰਾੜ ਸਾਹਿਬ, ਧੰਨਵਾਦ ਬਹੁਤ ਬਹੁਤ। ਟਾਈਲ ਮਾਰਟ ਦੀਆਂ 4 ਲੋਕੇਸ਼ਨਾਂ ਨੇ ਜੀ। 6245 202 ਸਟਰੀਟ ਲੈਂਗਲੀ, 129 90 80 ਐਵਨਿਊ, ਯੂਨਿਟ ਨੰਬਰ 5 ਸਰੀ, ਯੂਨਿਟ 3 34 252 ਮਾਰਸ਼ਲ ਰੋਡ ਐਬਸਫੋਰਡ, ਯੂਨਿਟ 100 3903 99 ਸਟਰੀਟ ਨਾਰਥ ਵੈਸਟ ਐਡਮਿੰਟਨ। ਕਾਊਂਟਰਟੌਪ ਹਾਰਡਵੁੱਡ ਟਾਇਲਸ ਵਾਈਨਲ ਫਲੋਰ ਕਵਰਿੰਗ ਦੇ ਸਪੈਸ਼ਲਿਸਟ ਨੇ ਜੀ। ਇੱਕ ਨੰਬਰ ਜਿਹੜਾ ਸੈਂਟਰਲ ਨੰਬਰ ਹੈ 604 427 8453 604 427 8453 ਸੈਂਟਰਲ ਨੰਬਰ ਹੈ ਜਿਹੜਾ। ਸਰ ਔਲਖ, ਸਰ ਚਰਨ ਸਿੰਘ ਜੀ ਔਲਖ। ਹਾਂਜੀ ਗਿੱਲ ਸਾਹਿਬ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਔਲਖ ਸਾਹਿਬ। ਦੇਖੋ ਜੀ, ਮੇਰੇ ਕੋਲ ਪੁਆਇੰਟ ਤੇ ਦੋ ਆ ਗੱਲਾਂ ਕਰਨ ਲਈ, ਪਰ ਮੈਂ ਇੱਕ ਹੀ ਸ਼ੁਰੂ ਕਰਦਾ ਹਾਂ, ਇੱਕ ਹੀ ਤੁਹਾਡੇ ਕੋਲ ਪੁੱਛਣਾ ਸਵਾਲ। ਧੰਨਵਾਦ। ਸਵਾਲ ਮੇਰੇ ਕੋਲ ਇਸ ਤਰ੍ਹਾਂ ਦਾ ਵਾ ਜੀ, ਮੈਂ ਬੜੇ ਚਿਰ ਦਾ ਇਹ ਗੱਲ ਤੋਂ ਉੰਝਲ ਦੇ ਵਿੱਚ ਫਸਿਆ ਵਾਂ। ਜਿਹੜਾ ਤੁਸੀਂ ਜੀਵਨ ਸੀਗੇ ਕੌਣ ਹੈ, ਜੀਣਾ ਮੋੜ, ਇਹਦੀ ਗੱਲ ਕਰਦੇ ਜੇ। ਬੜਾ ਹੀਰੋ ਆ ਉਸ ਇਲਾਕੇ ਦਾ, ਤੇ ਮੈਂ ਤੇ ਨਹੀਂ, ਅਸੀਂ ਤੇ ਕਦੀ ਨਾਂ ਨਹੀਂ ਇਹੋ ਜਿਹੇ ਬੰਦੇ ਦਾ ਲੈ ਕੇ ਰਾਜੀ ਹੋਇਆ। ਇਸ ਤਰ੍ਹਾਂ ਮੈਂ ਜੋ ਇਹਦੀ ਕਹਾਣੀ ਪੜ੍ਹੀ ਆ, ਇੱਕ ਅਰਬਲਾ ਜਨਾਨੀ ਸੀ ਵਿਚਾਰੀ, ਦੁੱਖਾਂ ਦੀ ਮਾਰੀ ਹੋਈ। 3 ਜਾਣੇ ਉਹਨੂੰ ਚੋਬਰਾਂ ਵਰਗੇ, ਜਿੱਦਾਂ ਤੁਹਾਡੀ ਲੈਂਗੁਏਜ ਜਿਹੜੀ ਹੈ ਚੋਬਰ ਵਰਤਦੇ ਜੇ, ਉਹਨੂੰ ਜਿਹੜੇ ਫੀਮਾ ਫਾਮਾ ਖਾਂਦੇ ਸੀ ਚੁੱਕ ਕੇ ਲੈ ਆਏ, ਕੱਢ ਕੇ ਲੈ ਆਏ। ਉਹਨਾਂ ਦੇ ਵਿੱਚ ਇੱਕ ਭਰਾ ਸੀ, ਜੀਣੇ ਮੋੜ ਦਾ ਭਰਾ ਵੱਡਾ, ਤੇ ਉਹ ਅਰਬਲਾ ਨੂੰ ਉਹਨਾਂ ਨੇ ਕਾਫੀ ਜ਼ਿਆਦਾ ਉਹਨੂੰ ਜਿੰਨਾ ਵੀ ਉਦੋਂ ਮਝੋਲਿਆ ਜਾ ਸਕਦਾ, 3 ਜਾਣੇ ਮਝੋਲਦੇ ਸੀ ਉਹਨੂੰ। ਤੇ ਉਹਨੇ ਅਖੀਰ ਤੇ ਫੈਸਲਾ ਲਿਆ, ਇੱਕ ਉਹਨਾਂ ਦੇ ਵਿੱਚੋਂ ਬੰਦਾ ਚੰਗਾ ਸੀਗਾ, ਉਹਨੇ ਚੁਣਿਆ ਤੇ ਉਹਨੇ ਕਿਹਾ ਵੀ ਮੈਂ ਤੇ ਇਹਦੇ ਨਾਲ ਨਹੀਂ ਰਹਿਣਾ, ਮੈਂ ਤੁਹਾਡੇ 2 ਜਿਹੜੇ ਬਾਕੀਆਂ ਨੂੰ ਨਹੀਂ ਰਹਿਣਾ, ਤੇ ਮੈਂ ਛੱਡ ਕੇ ਚੱਲੀ ਆ ਤੇ ਮੈਂ ਇਹਦੇ ਨਾਲ ਰਹਿਣਾ। ਉਹ ਬੰਦਾ ਚੰਗਾ ਸੀ, ਇੱਕ ਜਾਣਾ ਉਹਨਾਂ ਦੇ ਵਿੱਚੋਂ ਸਾਊ ਬੰਦਾ ਸੀ, ਉਹ ਉਹਦੇ ਨਾਲ ਚਲੇਗੀ। ਜੀਣੇ ਮੋੜ ਨੇ ਕੀ ਕੀਤਾ, ਤੇ ਗੁੱਸਾ ਆਇਆ, ਉੱਥੋਂ ਫੌਜ ਦੇ ਵਿੱਚ ਉਹ ਰਾਈਫਲ ਚੁੱਕ ਲਿਆਇਆ ਅੰਗਰੇਜ਼ ਦੇ ਵੇਲੇ ਕਿਤੇ, ਤੇ ਆਉਂਦਿਆਂ ਸਾਰੀ ਔਰਬਰਾ ਤੂੰ ਜਾ ਕੇ ਤੇ ਉਹਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ। ਨਾਲ ਉਹਦੇ ਉਹ ਜਿਹੜਾ ਉਹਦਾ ਦੂਜਾ ਚੰਗਾ ਪਿਆਰਾ ਬੰਦਾ ਸੀ, ਉਹਨੂੰ ਮਾਰ ਦਿੱਤਾ। ਮੈਨੂੰ ਨਹੀਂ ਸਮਝ ਆਉਂਦੀ ਵੀ ਤੁਹਾਡੇ ਕੋਲ ਕਹਾਣੀ ਗਲਤ ਹੈ ਔਲਖ ਸਾਹਿਬ। ਕਹਾਣੀ ਦੁਬਾਰਾ ਪੜ੍ਹਿਓ, ਫੇਰ ਆ ਕੇ ਦੱਸਿਓ ਕਿਸੇ ਦਿਨ। ਤੁਹਾਡੀ ਕਹਾਣੀ ਗਲਤ ਹੈ, ਕਿਤੇ ਤੁਸੀਂ ਕਹਾਣੀ ਹੋਰ ਪੜ੍ਹ ਰਹੇ ਹੋ, ਗੱਲ ਕੋਈ ਹੋਰ ਕਰ ਰਹੇ ਹੋ। ਕਰੈਕਟ ਕਰਿਓ ਆਪਣੇ ਆਪ ਨੂੰ, ਫਿਰ ਮੈਨੂੰ ਸਵਾਲ ਪੁੱਛਿਓ। ਹੁਣ ਕਿੱਥੋਂ ਲੱਭਾਂ ਇਹ ਕਹਾਣੀ? ਮੈਂ ਤੁਹਾਨੂੰ ਫਿਰ ਮੈਂ ਸੁਣਾਉਂਗਾ ਇੱਕ ਦਿਨ, ਸੁਣਿਓ। ਅੱਜ ਨਹੀਂ ਸੁਣਾ ਸਕਦਾ, ਅੱਜ ਕਾਲਰ ਬਹੁਤ ਨੇ, ਮੈਂ ਸੁਣਾਉਂਗਾ। ਉਮਰ ਨਾਲ ਕਈ ਵਾਰ ਫਰਕ ਪੈ ਜਾਂਦਾ ਜੀ, ਭੁੱਲ ਜਾਂਦਾ ਬੰਦਾ। ਸੁਣਾਉਂਗਾ ਤੁਹਾਨੂੰ ਮੈਂ। ਸਰ ਗੁਰਜੰਟ ਸਿੰਘ ਜੀ, ਲਾਈਨ ਨੰਬਰ 4। ਹਾਂਜੀ, ਸਤਿ ਸ੍ਰੀ ਅਕਾਲ ਜੀ। ਜੀ ਸਤਿ ਸ੍ਰੀ ਅਕਾਲ ਜੀ। ਹਰਜੀਤ ਸਿੰਘ ਜੀ, ਮੇਰਾ ਇੱਕ ਬੇਨਤੀ ਹੈ ਜਾਂ ਸਵਾਲ ਆ ਮੇਰਾ, ਜਾਂ ਵੀ ਤੁਸੀਂ ਜੇ ਗਾਂਹ ਪਹੁੰਚਾ ਦਿਓ ਤਾਂ ਸਰਕਾਰ ਕੋਲੇ। ਹੁਕਮ ਜੀ। ਜਿਵੇਂ ਹੁਣ ਵੋਟਾਂ ਆਉਂਦੀਆਂ ਆ, ਤੇ ਇੱਥੇ ਕਾਨੂੰਨ ਆ ਵੀ ਸਿਟੀਜ਼ਨ ਹੀ ਵੋਟ ਪਾ ਸਕਦਾ, ਜਦ ਕਿ ਜਿਹੜਾ PR ਆ ਸਾਡੇ ਵਰਗਾ ਕੋਈ, ਜਾਂ 10 ਦਾ 15 ਦਾ 20 ਸਾਲਾਂ ਦਾ ਇੱਥੇ ਰਹਿ ਰਿਹਾ, ਉਹ ਸਾਰੇ ਕਾਨੂੰਨ ਫੈਲੋ ਕਰਦਾ। ਜੋ ਕੈਨੇਡਾ ਦੇ ਕਾਨੂੰਨ ਆ ਉਹ ਸਾਰੇ ਫੈਲੋ ਕਰਦਾ। ਫਿਰ ਉਹਨੂੰ ਚੰਗੇ ਮਾੜੇ ਦਾ ਵੀ ਪਤਾ ਵੀ ਜੇ ਕੋਈ ਇਹ ਤਾਂ ਨਹੀਂ ਵੀ ਉਹ ਜੇ ਵੋਟ ਪਾਊਗਾ ਤੇ ਬਦਮਾਸ਼ਾਂ ਨੂੰ ਵੋਟ ਪਾਊਗਾ, ਤੇ ਜੇ ਵੀ ਇੱਥੋਂ ਸਿਟੀਜ਼ਨ ਆ ਤੇ ਉਹ ਬਈ ਇਹ ਜਿਹੜੇ ਆਪਣੇ ਸਿਆਸੀ ਲੋਕ ਇਹਨਾਂ ਨੂੰ ਪਾਊਗਾ। ਤੇ ਮੇਰੀ ਇਹ ਬੇਨਤੀ ਆ ਵੀ ਜੇ ਸਾਨੂੰ PR ਨੂੰ ਵੀ ਵੋਟ ਪਾਉਣ ਦਾ ਅਧਿਕਾਰ ਮਿਲ ਜਾਵੇ ਤੇ ਕੋਈ, ਮੇਰਾ ਤਾਂ ਖਿਆਲ ਗਲਤ ਨਹੀਂ ਹੋ ਸਕਦਾ। ਬਿਲਕੁਲ ਠੀਕ ਹੈ। ਤੇ ਬਾਕੀ ਜਿਵੇਂ ਹੁਣ ਪਿਛਲੇ 2 ਸਾਲ ਪਹਿਲਾਂ ਉਦੋਂ ਸਟੂਡੈਂਟ ਆਏ ਤੇ ਉਹਨਾਂ ਦੀਆਂ ਵੀ ਵੋਟਾਂ ਮਤਲਬ ਕਿ ਪਈਆਂ ਸਰਕਾਰ ਨੂੰ। ਤੇ ਜੇ ਅਸੀਂ 20 ਸਾਲਾਂ ਦੇ ਰਹਿ ਕੇ ਕੋਈ ਇੱਥੇ ਕੋਈ ਕ੍ਰਾਈਮ ਨਹੀਂ ਕੀਤਾ, ਕੋਈ ਗਲਤ ਨਹੀਂ ਕੀਤਾ, ਸਰਕਾਰ ਨੂੰ ਟੈਕਸ ਵੀ ਭਰੇ ਆ, ਸਰਕਾਰ ਵਾਸਤੇ ਦੇਸ਼ ਦੀ ਤਰੱਕੀ ਵਾਸਤੇ ਕੰਮ ਵੀ ਕੀਤੇ ਆ,
ਤੇ ਜੇ ਸਾਨੂੰ ਵੋਟ ਦਾ ਅਧਿਕਾਰ ਮਿਲ ਜੂ ਤੇ ਮੇਰਾ ਤਾਂ ਖਿਆਲ ਆ ਵੀ ਜਾਇਜ਼ ਆ, ਤੇ ਬਾਕੀ ਸਰਕਾਰ ਨੂੰ ਪਤਾ ਹੋਊ, ਤੇ ਇਹ ਗੱਲ ਤੁਸੀਂ ਸਾਡੀ ਜਿਹੜੀ ਆ ਸਰਕਾਰ ਤੱਕ ਪਹੁੰਚਾ ਦਿਓ। ਬਿਲਕੁਲ ਠੀਕ ਹੈ ਜੀ, ਓਕੇ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੂਰ ਸਾਹਿਬ, ਲਾਈਨ ਨੰਬਰ 5। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਬਾਈ ਜੀ, ਇਲੈਕਸ਼ਨ ਦਾ ਟਾਈਮ ਆਇਆ, ਮੈਂ ਕਿਸੇ ਵੀ ਪਾਰਟੀ ਨੂੰ ਨਹੀਂ ਕਹਿੰਦਾ ਵੀ ਤੁਸੀਂ ਕਿਹਨੂੰ ਵੋਟ ਪਾਓ ਜਾਂ ਨਾ ਪਾਓ, ਇਹ ਤੁਹਾਡੀ ਮਰਜ਼ੀ ਆ। ਕੁਛ ਟਾਈਮ ਹੁੰਦਾ ਗਿੱਲ ਸਾਹਿਬ, ਜਦੋਂ ਕਿ ਆਮ ਲੋਕ ਜਿਹੜੇ ਸਿਟੀਜ਼ਨ ਨੇ ਉਹਨਾਂ ਨੂੰ ਹੱਕ ਹੁੰਦਾ ਇੱਕ ਦਿਨ ਵਾਸਤੇ ਵੋਟ ਪਾਉਣ ਦਾ ਕਿ ਤੁਸੀਂ ਸਹੀ ਬੰਦੇ ਚੁਣ ਲਓ, ਤੇ ਜੇ ਤੁਸੀਂ ਉਦੋਂ ਵੀ 4-5 ਸਾਲ ਲੋਕਾਂ ਨੂੰ ਮਾੜਾ ਬੁਰਾ ਭਲਾ ਕਹਿੰਦੇ ਰਹੋ ਤੇ ਉਸ ਦਿਨ ਆ ਕੇ ਫੇਰ ਭੁੱਲ ਜਾਓ, ਤਾਂ ਮੈਨੂੰ ਉਹ ਕਹਾਣੀ ਯਾਦ ਆ ਜਾਂਦੀ ਹੈ। ਬਾਈ ਜੀ, ਮੈਨੂੰ 2-3 ਮਿੰਟ ਚਾਹੀਦੇ ਆ। ਕਹਾਣੀ ਵੀ ਆ ਤੇ ਕੁਝ ਫੈਕਟ ਨੇ ਜਿਨ੍ਹਾਂ ਤੇ ਹਜੇ ਗੱਲ ਨਹੀਂ ਹੋ ਰਹੀ, ਜਿਨ੍ਹਾਂ ਨੂੰ ਕਿ ਅਸੀਂ ਪਿੱਟਦੇ ਰਹੇ ਪਿਛਲੇ 6 ਮਹੀਨਿਆਂ ਤੋਂ। ਉਹ ਇਹ ਆ, 45 ਕੁ ਸਾਲ ਪਹਿਲਾਂ ਮੈਂ ਜਦੋਂ ਇੱਥੇ ਕੈਨੇਡਾ ਦੇ ਵਿੱਚ ਆਇਆ ਤੇ ਛੋਟਾ ਜਿਹਾ ਹੁੰਦਾ ਸੀਗਾ, ਤੇ 46 ਸਾਲ ਹੋ ਗਏ, ਤੇ ਉਦੋਂ ਮੈਨੂੰ ਮੈਂ ਇੰਗਲਿਸ਼ ਸਕੂਲ ਚ ਪੜ੍ਹਦਾ ਸੀ, ਮੈਨੂੰ ਇੰਗਲਿਸ਼ ਦੀ ਸਮਝ ਤਾਂ ਆਉਂਦੀ ਸੀ, ਪਰ ਜਿਹੜੇ ਗਾਣਿਆਂ ਦੀ ਨਹੀਂ ਸੀ ਆਉਂਦੀ। ਜਿਹੜੇ ਉਹ ਹੁੰਦੇ ਜਿਵੇਂ ਆਪਣੇ ਪਿੰਡਾਂ ਚ ਸੁਣਦੇ ਆ, ਉਸੇ ਤਰ੍ਹਾਂ ਗੋਰਿਆਂ ਦੇ ਹੁੰਦੇ ਸੀ। ਉਹ ਮੇਰਾ ਕਜ਼ਨ ਸੀ, ਉਹ ਸੁਣਦਾ ਹੁੰਦਾ ਸੀ, ਪਰ ਮੈਨੂੰ ਬਾਹਲੀ ਸਮਝ ਤਾਂ ਆਉਂਦੀ ਨਹੀਂ ਸੀ। ਪਰ ਇੱਕ ਜਿਹੜਾ ਗਾਣਾ ਸੀ ਉਹਦੇ ਵਿੱਚ ਮੈਂ ਭੇਡਾਂ ਬੋਲਦੀਆਂ ਸੁਣੀਆਂ। ਮੈਂ ਕਿਹਾ ਵੀ ਖੜ ਗਿਆ ਇੱਥੇ, ਇਹ ਭੇਡਾਂ ਬੋਲਦੀਆਂ, ਇਹਦਾ ਮਤਲਬ ਤਾਂ ਕੋਈ ਹੋਊਗਾ। ਉਹਨੇ ਫਿਰ ਮਤਲਬ ਫਲੀਟਵੁੱਡ ਮੈਕ, ਜਿਹੜਾ ਬੜਾ ਤਕੜਾ ਬੈਂਡ ਹੋਇਆ ਤੇ ਗਾਉਣ ਵਾਲੇ, ਉਹਨਾਂ ਦਾ ਸੀ, ਅਮਰੀਕਨ ਸੀ ਉਹ। ਉਹ ਕਹਿੰਦਾ ਵੀ ਇਹ ਪੋਲੀਟੀਕਲ ਗਾਣਾ, ਇਹ ਅੱਜ ਤੋਂ 46 ਸਾਲ ਪਹਿਲਾਂ ਦੀ ਗੱਲ ਆ। ਮੈਂ ਕਿਹਾ ਗਾਇਆ ਤਾਂ ਪਤਾ ਨਹੀਂ ਹੋ ਸਕਦਾ ਕਿ 48 ਸਾਲ ਪਹਿਲਾਂ ਹੋਵੇ। ਉਹ ਕਹਿੰਦਾ ਵੀ ਇਹ ਲੋਕਾਂ ਨੂੰ ਕਹਿ ਰਿਹਾ, ਇਹ ਮੱਤ ਦੇ ਰਿਹਾ ਗਾਉਣ ਵਾਲਾ, ਆਪਦੀ ਲੈਕਟ ਤੇ ਆਪ ਹੀ ਗਾ ਰਿਹਾ। ਕਹਿੰਦਾ ਵੀ ਤੁਸੀਂ ਲੋਕੋ, ਤੁਸੀਂ ਭੇਡਾਂ, ਮੈਂ ਜਿਹਨੇ ਪਹਿਲਾਂ ਮਿਆਂ ਕਰਤੀ ਮਗਰੇ ਸਿਰ ਸੱਟ ਕੇ ਤੁਰੀਆਂ ਜਾਂਦੀਆਂ। ਤੁਸੀਂ ਉਹਨਾਂ ਲੀਡਰਾਂ ਦੇ ਮਗਰ ਉਹਨਾਂ ਨੂੰ ਵੋਟ ਪਾਉਣੇ ਆ, ਤੁਸੀਂ ਆਪ ਦਾ ਸਵਾਏ ਪੜਚੋਲ ਨਹੀਂ ਕਰਦੇ ਵੀ ਕਿਹੜੇ ਬੰਦੇ ਨੂੰ ਵੋਟ ਪਾਉਣੀ ਆ, ਕਿਹੜਾ ਬੰਦਾ ਸਾਨੂੰ ਪਿਛਲੇ 5, 10, 20, 25, 30 ਸਾਲ ਤੋਂ ਬੇਵਕੂਫ ਬਣਾਉਂਦਾ ਆ ਰਿਹਾ। ਪਰ ਵੋਟਾਂ ਵਾਲੇ ਦਿਨ ਤੁਸੀਂ ਸਿਰ ਸੱਟ ਕੇ ਇੱਕ ਵਾਰੀ ਮਿਆਂ ਕਰਤੀ, ਮਗਰੇ ਹਜ਼ਾਰਾਂ ਕਹਿੰਦਾ ਬੋਲਦੀ ਹੈ, ਕਹਿੰਦਾ ਇਹ ਮੱਤ ਦੇ ਰਿਹਾ। ਚਲੋ ਲੰਮੀ ਚੌੜੀ ਕਹਾਣੀ ਹੈ, ਮੈਂ ਤੁਹਾਨੂੰ ਫੇਰ ਦੱਸੂ। ਇਹ ਇੱਕ ਫੈਕਟ ਹੈ, ਇੱਕ ਸੱਚਾਈ ਹੈ, ਇਹ ਹਰ ਇੱਕ ਦੇਸ਼ ਦੀ ਹੈ, ਇੱਥੇ ਵੀ ਕੰਮ ਕਰਦੀ ਆ। ਹੁਣ ਜਿਹੜੇ ਅਸਲੀ ਮੁੱਦੇ ਸੀ, ਜਿਹੜੇ ਆਪਾਂ ਛਾਲਦੇ ਆਏ ਆ, ਸਾਰੇ ਛਾਲਦੇ ਆ ਰਹੇ ਆ। ਲੋਕ ਤੰਗ ਹੋ ਗਏ ਸੀਗੇ। ਕੋਈ ਮਾਤਾ 75 ਸਾਲ ਦੀ ਵੀ ਰੋਂਦੀ ਸੀ, ਬੱਚੇ ਯੂਨੀਵਰਸਿਟੀ ਵਾਲੇ ਰੋਂਦੇ ਸੀ, ਤੇ ਮਿਡਲ ਕਲਾਸ ਦੇ ਕਿਰਾਏ ਵਾਲੇ ਵੀ ਰੋਂਦੇ ਸੀ, ਤੇ ਘਰਾਂ ਦੇ ਮਾਲਕ ਵੀ ਰੋਂਦੇ ਸੀ ਵੀ ਘਰਾਂ ਦੀਆਂ ਕੀਮਤਾਂ ਇੰਨੀਆਂ ਵੱਧ ਗਈਆਂ ਵੀ ਸਾਡੇ ਕੋਲੋਂ ਅਫੋਰਡ ਨਹੀਂ ਹੋ ਰਹੇ। ਰੈਂਟ ਵਾਲੇ ਕਹਿੰਦੇ ਸੀ, ਉਹਨਾਂ ਨੇ ਰੈਂਟ ਚੱਕਦੇ, ਸਾਡੇ $700 ਦਾ ਰੈਂਟ $1400-1500 ਨੂੰ ਹੋ ਗਿਆ, ਵੀ ਅਸੀਂ ਕਿਵੇਂ ਦੇਈਏ, ਉਹ ਦੇ ਵੀ ਨਹੀਂ ਸਕਦੇ ਉਹ। ਔਰ ਇਸ ਗੱਲ ਨੂੰ ਕਿੰਨਾ ਪਿੱਟੇ, ਤੇ ਪਰ ਹੁਣ ਕੋਈ ਉਹਦੀ ਗੱਲਬਾਤ ਐਡੀ ਖਾਸ ਨਹੀਂ ਹੋਈ, ਪਰ ਲੋਕਾਂ ਦਾ ਗੁੱਸਾ ਜ਼ਰੂਰ ਆ। ਇਸ ਗੁੱਸੇ ਨੂੰ ਹੁਣ ਸਾਰੀਆਂ ਪਾਰਟੀਆਂ ਨੇ ਲੈ ਲਿਆ। ਜਿਹੜੀਆਂ ਪਾਰਟੀਆਂ ਕਹਿੰਦੀਆਂ ਸਾਡੇ ਤਾਂ ਇਹ ਪ੍ਰੋਬਲਮ ਹੈ ਨਹੀਂ, ਚਾਹੇ ਉਹ ਪ੍ਰਾਈਮ ਮਿਨਿਸਟਰ ਟਰੂਡੋ, ਲਿਬਰਲ ਪਾਰਟੀ, NDP ਪਾਰਟੀ, ਕੰਸਰਵੇਟਿਵ ਰੌਲਾ ਪਾਉਂਦੀ ਰਹੀ, ਇਹਦੇ 'ਚ ਕੋਈ ਦੋ ਸ਼ੱਕ ਨਹੀਂ। NDP ਵੀ ਕਹਿੰਦੀ ਰਹੀ, ਪਰ ਕੋਈ ਨੇ ਵੀ ਨਹੀਂ। ਪਰ ਇੱਕ ਗੱਲ ਤੇ ਤਾਂ ਆ ਕੇ ਜਿਹੜੀ ਆਪਣੇ ਹਾਊਸਿੰਗ ਸੈਕਟਰੀ ਆ, ਜਿਹਦਾ ਮੇਨ ਰੋਲ ਆ ਘਰਾਂ ਦੇ ਅੱਖ ਰੱਖਣ ਦਾ, ਉਹਨੇ ਆ ਕੇ ਸਿੱਧਾ ਕਿਹਾ ਤਾਂ ਉਹ ਸੱਚਾ ਪੱਕਾ ਸੀ। ਇਹ ਮੇਰੇ ਕੋਲੇ ਪਈ ਆ, ਉਹ ਪੇਪਰਾਂ ਦੀ ਕਟਿੰਗ ਆ, ਨਿਊਜ਼ ਆ, ਇਹ ਸਾਰੇ ਕਿਤੇ ਗਈ ਹੋਈ ਆ। ਉਹ ਬਾਈ ਜੀ ਉਹਨੇ ਕਿਹਾ ਵੀ ਪਿਛਲੇ 6 ਸਾਲ ਤੋਂ ਸਾਡੀ ਲਿਬਰਲ ਸਰਕਾਰ ਦੀ ਪਾਲਿਸੀ ਇਹ ਆ ਵੀ ਸਾਡੀ ਪਾਲਿਸੀ ਗੁੱਡ ਫॉर ਦੀ ਫੋਰਨਰਸ, ਬਾਹਰਲੇ ਲੋਕਾਂ ਲਈ ਚੰਗੀ ਆ, ਕੈਨੇਡਾ ਦੇ ਲਈ, ਕੈਨੇਡਾ ਦੇ ਲੋਕਾਂ ਦੇ ਲਈ ਇਹ ਸਾਡੀ ਘਰ ਲੈਣੇ, ਇਹ ਪਾਲਿਸੀ ਸਾਡੀ ਹੈ ਨਹੀਂ, ਇਹ ਪਾਲਿਸੀ ਉਹਨਾਂ ਲਈ ਬਹੁਤ ਮਾੜੀ ਆ। ਉਹ ਇੱਕ ਸੱਚਾ ਪੱਕਾ ਮੈਂਬਰ ਆਫ ਪਾਰਲੀਮੈਂਟ ਸੀ ਔਰ ਸੈਕਟਰੀ ਸੀ ਜਿਹੜਾ ਸੱਚ ਦੱਸ ਗਿਆ। ਬਟ ਕਿੰਨੇ ਕਾ ਜਿਹੜੇ ਇੱਥੇ ਸੱਚ ਦੱਸਦੇ, ਕਈ ਤਾਂ ਬੋਲਦੇ ਹੀ ਨਹੀਂ, ਕਈ ਤਾਂ ਉਹ ਡਮਰੂ ਬਿਠਾਏ ਹੁੰਦੇ ਆ ਪਿੱਛੇ ਤਾੜੀਆਂ ਮਾਰਨ ਨੂੰ। ਸੋ ਤੁਸੀਂ ਹੁਣ ਉਹ ਡਮਰੂ ਚੁਣਨੇ ਆ, ਜਾਂ ਤੁਸੀਂ ਕੋਈ ਵਧੀਆ ਜਿਹੜੇ ਇੱਥੋਂ ਦੇ ਪੜ੍ਹੇ ਲਿਖੇ ਵਕੀਲ ਲੋਕ ਨੇ, ਚੰਗੇ ਮੁੰਡੇ ਨੇ, ਇੱਥੋਂ ਦੇ ਨੌਜਵਾਨ ਨੇ ਜਿਹੜੇ ਗੱਲ ਕਰ ਸਕਣ, ਜਗਮੀਤ ਸਿੰਘ ਵਾਂਗੂ ਬੋਲ ਸਕਣ, ਕਿ ਤੁਸੀਂ ਉਹਨਾਂ ਨੂੰ ਵੋਟ ਪਾਉਣੀ ਹੈ ਜਾਂ ਉਹਨਾਂ ਦੇ ਪਹਿਰਾਵੇ ਨੂੰ ਦੇਖਣਾ, ਕਿ ਉਹਨਾਂ ਦੇ ਦਿਮਾਗ ਨੂੰ ਦੇਖਣਾ, ਉਹਨਾਂ ਦੇ ਬ੍ਰੇਨ ਨੂੰ ਦੇਖਣਾ। ਹੁਣ ਦੇਖੋ ਕਿ ਸਾਰੀਆਂ ਪਾਰਟੀਆਂ, ਭਾਈ ਜੀ, ਪ੍ਰਾਈਮ ਮਿਨਿਸਟਰ ਟਰੂਡੋ ਨੇ ਕਿਹਾ ਤਾ ਕਿ ਮੈਂ ਫੋਰਨ ਬਾਇਰ ਬੰਦ ਕਰ ਦੂੰ 2 ਸਾਲ ਲਈ, ਮੇਰਾ ਖਿਆਲ ਜੀ। ਹਾਂ, ਦੂਜਾ ਕਹਿੰਦਾ ਕਿ ਮੈਂ ਫੋਰਨ ਬਾਇਰ ਬੰਦ ਕਰ ਦੂੰ, ਕੰਜ਼ਰ ਵਾਲਾ ਕਹਿੰਦਾ 1 ਸਾਲ ਲਈ, ਕਹਿੰਦੀ 2 ਸਾਲ ਲਈ।
ਹੁਣ ਜਗਮੀਤ ਸਿੰਘ ਕਹਿੰਦਾ ਮੈਂ ਵੀ ਬੰਦ ਕਰੂ, ਮੈਂ ਨਾਲ ਕਹਿੰਦਾ ਵੀ ਜਿਹੜੀ ਉਹ ਫਲਿੱਪਿੰਗ ਹੁੰਦੀ ਆ ਉਹਦੇ ਤੇ ਮੈਂ 75% ਤੇ ਟੈਕਸ ਲਾ ਦੂ, ਅੱਗੇ 50% ਤੇ ਲੱਗਦਾ ਹੁੰਦਾ, ਥੋੜਾ ਜਿਹਾ ਟੈਕਸ ਹੁੰਦਾ ਬਾਈ ਜੀ। ਅੱਛਾ, ਤੇ ਫਲਿੱਪਿੰਗ ਵੀ ਬੰਦ ਕਰ ਦਿਆਂਗੇ। ਹੁਣ ਸਾਰਿਆਂ ਨੂੰ ਫਲਿੱਪਿੰਗ ਵੀ ਯਾਦ ਆ ਗਈ, ਸਾਰਿਆਂ ਨੂੰ ਫੋਰਨ ਬਾਇਰ ਵੀ ਯਾਦ ਆ ਗਏ, ਉਹਨਾਂ ਨੂੰ ਪਤਾ ਲੱਗ ਗਿਆ ਲੋਕਾਂ ਦੇ ਅੰਦਰੋਂ ਅੰਦਰੀ ਲੋਕ ਕੁਚਲੇ ਪਏ ਆ, ਲੋਕ ਆਪਦੀ ਭੜਾਸ ਕੱਢਣਾ ਚਾਹੁੰਦੇ ਆ, ਕਿਹਦੇ ਤੇ ਕੱਢ ਦੇਣਗੇ ਕਿਸੇ ਨੂੰ ਕੋਈ ਪਤਾ ਨਹੀਂ। ਸੋ ਇਸ ਗੱਲ ਨੂੰ ਹੁਣ ਜੋ ਤੁਹਾਨੂੰ ਯਾਦ ਆਈ ਹੈ, ਮੈਂ ਤੁਹਾਨੂੰ ਪੁੱਛਦਾ ਵੀ ਲੋਕ ਪਿੱਟ ਕੇ ਮਰ ਗਏ, ਲੋਕ ਰੋਂਦੇ ਸੀ 6 ਸਾਲ, ਤੁਸੀਂ ਕੀ ਕਰਦੇ ਰਹੇ ਵੀ? ਉਦੋਂ ਪਹਿਲਾਂ ਕੰਸਰਵੇਟਿਵ ਵੀ ਕੀ ਕਰਦੇ ਰਹੇ? ਤੁਸੀਂ ਕੀਤਾ ਕੀ ਆ? ਉਦੋਂ ਤੁਹਾਨੂੰ ਯਾਦ ਨਹੀਂ ਆਇਆ, ਹੁਣ ਤੁਹਾਨੂੰ ਇਲੈਕਸ਼ਨ ਹਾਰਦੀ ਕਰਕੇ ਯਾਦ ਆ ਗਿਆ। ਇਹ ਇਲੈਕਸ਼ਨ, ਹਾਂਜੀ, ਇਹ ਇਲੈਕਸ਼ਨ ਹਾਰਦੀ ਕਰਕੇ ਹੁਣ ਇਸ ਗੱਲ ਨੂੰ ਯਾਦ ਰੱਖਣਾ ਚਾਹੀਦਾ ਵੀ ਹੁਣ ਤੁਹਾਡੇ ਘਰ ਤਾਂ ਬਾਈ ਜੀ ਵਧੀਆ 3 ਲੱਖ ਆਪਣੇ, ਤੇ ਜਿਹੜੇ ਤੁਹਾਡੇ ਬੱਚਿਆਂ ਦੀ ਪੜ੍ਹਾਈ ਆ, ਤੁਹਾਨੂੰ ਇੱਥੇ ਐਡਮਿਸ਼ਨ ਨਹੀਂ ਮਿਲਦੀ, ਵਕੀਲ ਪੜ੍ਹਨਾ 7 ਲੱਖ ਤੋਂ 7.5 ਲੱਖ ਆਉਂਦਾ, 2 ਬੱਚੇ ਤੁਹਾਡਾ 1.5 ਮਿਲੀਅਨ ਬਾਈ ਜੀ ਲੱਗਦਾ। ਕਿਸੇ ਕੋਲ ਵੀ ਹੈ ਨਹੀਂ, 1.5 ਮਿਲੀਅਨ ਵੱਧ ਗਏ ਕਿਸੇ ਕੋਲ ਤੂਰ ਸਾਹਿਬ ਹੈ ਨਹੀਂ 1.5 ਮਿਲੀਅਨ। ਕਿਹਦੇ ਕੋਲ ਆ ਇੱਥੇ 1.5 ਮਿਲੀਅਨ? ਕੌਣ ਪੜਾਊ? ਬਿਲਕੁਲ ਤੁਹਾਡੇ ਵੈਲਿਡ ਪੁਆਇੰਟ ਹੁੰਦੇ ਨੇ ਸਦਾ। ਪ੍ਰਭਜੋਤਪਾਲ ਸਿੰਘ ਜੀ, ਲਾਈਨ ਨੰਬਰ 6। ਖਾਲਸਾ ਫਤਿਹ ਜੀ। ਹਾਂਜੀ, ਆ ਜਿਹੜਾ ਮੇਰੇ ਤੋਂ ਪਹਿਲਾਂ ਭਾਈ ਸਾਹਿਬ ਜਿਹੜਾ ਭੇਡਾਂ ਵਾਲੀ ਗੱਲ ਕਰ ਗਏ, ਵਧੀਆ ਕਰ ਗਿਆ। ਜਿੱਦਾਂ ਬਿਲਕੁਲ ਮੈਂ ਕਾਫੀ ਜਿਹੜੇ ਆ ਮੁੱਦੇ ਉਹ ਕਹਿ ਵੀ ਗਿਆ ਜਿਹੜੀ ਗੱਲ ਮੈਂ ਚਾਹੁੰਦਾ ਸੀ, ਤੇ ਮੈਂ ਇੱਥੇ ਬੇਨਤੀ ਇਹ ਕਰਨੀ ਚਾਹੁੰਦਾ ਵੀ ਅੱਜ ਜਿਹੜੇ ਇਹ ਰਾਜਨੀਤਿਕ ਆ, ਇਹਨਾਂ ਨੂੰ ਪਤਾ ਆ ਤੁਹਾਡੀ ਵੋਟ ਜਿਹੜੀ ਇਹਨਾਂ ਨੂੰ ਚਾਹੀਦੀ ਆ, ਤੇ ਇਹਨਾਂ ਨੂੰ ਮੁੱਦੇ ਯਾਦ ਆਏ ਆ। ਹੁਣ ਬਦਕਿਸਮਤੀ ਇਹੋ ਆ ਵੀ ਜਦੋਂ ਇਲੈਕਸ਼ਨ ਲੰਘ ਜਾਣਾ ਤੇ ਇਹਨਾਂ ਨੇ ਉਹ ਮੁੱਦੇ ਤਾਂ ਭੁਲਾਉਣੇ ਆ, ਕਿਉਂ ਅਸੀਂ ਭੁੱਲ ਜਾਂਦੇ ਆ ਵੀ ਇਹਨਾਂ ਨੇ ਕਿਹੜੇ ਮੁੱਦੇ ਲਿਆਂਦੇ ਸੀ, ਕਿਹੜੇ ਮੁੱਦਿਆਂ ਤੇ ਨਹੀਂ ਸਾਤੋਂ ਵੋਟਾਂ ਲਈਆਂ ਸੀ। ਜਦੋਂ ਉਹ ਮੁੱਦੇ ਨਹੀਂ ਹੁੰਦੇ ਤਾਂ ਅਸੀਂ ਇਹਨਾਂ ਤੋਂ ਪੁੱਛਦੇ ਨਹੀਂ ਪਏ, ਅਸੀਂ ਰਿਸਪੌਂਸਿਬਿਲਿਟੀ ਨਹੀਂ ਸਮਝਦੇ। ਇੱਕ ਛੋਟੀ ਜਿਹੀ ਚਿੱਠੀ ਨਹੀਂ ਕਿਸੇ ਨੂੰ ਲਿਖ ਸਕਦੇ, ਚਿੱਠੀ ਨਹੀਂ ਲਿਖਣੀ, ਉਹਨਾਂ ਦੇ ਦਫ਼ਤਰ ਜਾ ਕੇ ਗੱਲ ਕਰਿਓ, ਦਫ਼ਤਰ ਨਹੀਂ ਜਾਣਾ, ਉਹਨਾਂ ਦੇ ਫੋਨ ਕਰਕੇ ਕਹੋ, ਈਮੇਲ ਕਰੋ, ਕੁਛ ਕਰੋ। ਜਾਂ ਜਦੋਂ ਕੋਈ ਗੱਲ ਕਰਦਾ ਹੈਗਾ, ਕਿਤੇ ਕੋਈ ਕੱਟ ਕਰਦਾ ਆ, ਉਹਦਾ ਜਦੋਂ ਅਸੀਂ ਆਪਣੀ ਜ਼ਿੰਮੇਵਾਰੀ ਅਸੀਂ ਭੁੱਲ ਜਾਂਦੇ ਆ ਵੀ ਆਹ ਭਾਈ ਹੁਣ ਉਹਨਾਂ ਨੇ ਆਹ ਗੱਲਾਂ ਕਹੀਆਂ ਸੀ, ਤੇ ਇਹਨਾਂ ਨੂੰ ਹੁਣ ਅਕਾਊਂਟੇਬਲ ਵੀ ਅਸੀਂ ਬਣਾਉਣਾ ਹੈਗਾ ਆ। ਤੇ ਜਿਹੜਾ 4 ਸਾਲੀ ਜਾ ਕੇ ਸਿਰਫ ਵੋਟ ਪਾਉਣਾ ਹੀ ਫਰਜ਼ ਨਹੀਂ, ਟਾਈਮ ਟੂ ਟਾਈਮ ਜਿਹੜਾ ਆ ਉਹ ਮੁੱਦਿਆਂ ਨੂੰ ਉੱਪਰ ਲਿਆਉਣਾ ਵੀ ਸਾਡਾ ਫਰਜ਼ ਬਣਦਾ ਆ। ਜਿੰਨੀ ਦੇਰ ਅਸੀਂ ਇਹ ਗੱਲ ਨਹੀਂ ਕਰਾਂਗੇ, ਉਨੀ ਦੇਰ ਸਾਡੇ ਨਾਲ ਇਸੇ ਤਰ੍ਹਾਂ ਹੀ ਹੁੰਦਾ ਰਹੂ। ਦੂਸਰੀ ਗੱਲ ਜਿਹੜੀ ਮੈਂ ਗੱਲ ਕਰਨੀ ਚਾਹੁੰਦਾ ਆ, ਦੇਖੋ ਜਿਹੜਾ ਬੰਦਾ ਜਿਹਨੂੰ ਕੋਈ ਸਵਾਲ ਪੁੱਛਿਆ ਜਾਂਦਾ ਆ, ਇੱਥੇ ਦੀ ਭਾਸ਼ਾ ਹੁਣ ਅੰਗਰੇਜ਼ੀ ਹੈਗੀ ਆ, ਭਾਵੇਂ ਦੇ ਉਹ ਪੰਜਾਬ ਤੋਂ, ਮੈਂ ਨਹੀਂ ਕਹਿੰਦਾ ਵੀ ਉੱਥੋਂ ਆਏ ਜਿਹੜੇ ਮਾਰੇ ਪੋਲੀਟੀਸ਼ੀਅਨ ਤੇ ਇੱਥੇ ਦੇ ਵਧੀਆ ਹੈਗੇ ਆ, ਪਰ ਜਿਹੜਾ ਬੰਦਾ ਸਿਰਫ ਸਵਾਲ ਹੀ ਨਹੀਂ ਸਮਝ ਸਕਦਾ, ਉਹੋ ਜਿਹੇ ਬੰਦਿਆਂ ਨੂੰ ਤਾਂ ਅਸੀਂ ਵੋਟਾਂ ਨਾ ਪਾਈਏ। ਜਿਹੜਾ ਬੰਦਾ ਜਾ ਕੇ ਸਾਡੇ ਮੁੱਦੇ ਦੀ ਕਦੀ ਕੋਈ ਗੱਲ ਹੀ ਨਹੀਂ ਕਰ ਸਕਦਾ, ਸਿਰਫ ਦੂਜਾ ਕਿੰਨਾ ਤੁਹਾਡੇ ਜਿਹੜੇ ਨਿੱਜ ਦੇ ਪ੍ਰੋਗਰਾਮ ਹੈਗੇ ਆ ਉਹਨਾਂ ਤੇ ਆਉਂਦਾ, ਘੱਟੋ ਘੱਟ ਉਹਨਾਂ ਨੂੰ ਤਾਂ ਵੋਟ ਨਾ ਪਾਈਏ। ਥੋੜਾ ਜਿਹਾ ਜੇ ਅਸੀਂ ਆਪ ਹੀ ਅੱਜ ਨਹੀਂ ਕਿਸੇ ਵਧੀਆ ਕੈਂਡੀਡੇਟ ਨੂੰ ਵੋਟ ਪਾਉਣੀ, ਤੇ ਕੱਲ ਨੂੰ ਕਿੱਦਾਂ ਅਸੀਂ ਐਕਸਪੈਕਟ ਕਰਦੇ ਆ ਵੀ ਉਹ ਜਾ ਕੇ ਉੱਥੇ ਵਧੀਆ ਗੱਲ ਕਰੂਗਾ? ਜਿਸ ਬੰਦੇ ਨੂੰ ਸਮਝ ਹੀ ਨਹੀਂ ਆਉਂਦੀ, ਉਹ ਜੇ ਮੇਰੇ ਮੂਹਰੇ ਤੁਸੀਂ ਅੰਗਰੇਜ਼ੀ ਬੋਲੀ ਜਾਂਦੇ, ਜਿੱਦਾਂ ਭਾਈ ਸਾਹਿਬ ਕਹਿੰਦੇ ਸੀ ਵੀ ਜਿਹੜੇ ਅੰਗਰੇਜ਼ੀ ਦੇ ਗਾਣੇ ਮੈਨੂੰ ਸਮਝ ਹੀ ਨਹੀਂ ਆਉਂਦੇ ਸੀ, ਹੁਣ ਉਹਨਾਂ ਨੂੰ ਨਹੀਂ ਸਮਝ ਆਉਂਦੇ ਤਾਂ ਫਿਰ ਉਹ ਸਿਰਫ ਤੇ ਸਿਰਫ ਇੱਕ ਸ਼ਬਦ ਆ ਜਿਹੜਾ ਉੱਥੇ ਸਮਝ ਆਇਆ, ਉੱਥੇ ਖੜ ਕੇ ਤੇ ਉਹਨੇ ਪੁੱਛਿਆ, ਘੱਟੋ ਘੱਟ ਇਹ ਨਹੀਂ ਹਿੰਮਤ ਤਾਂ ਕੀਤੀ। ਉਹ ਤਾਂ ਬੰਦਾ ਇਹ ਵੀ ਨਹੀਂ ਪੁੱਛਦਾ ਵੀ ਭਾਈ ਤੂੰ ਮੈਨੂੰ ਕਹਿ ਕੀ ਦਿੱਤਾ, ਵੀ ਦੂਜਾ ਕਿਹਨੂੰ ਕਹਿਣਾ ਕੀ ਚਾਹੁੰਦਾ, ਮੈਨੂੰ ਦੂਜਾ ਪੰਜਾਬੀ 'ਚ ਦੱਸ ਦੇ, ਚੱਲ ਮੈਂ ਤੇਰਾ ਜਵਾਬ ਦੇ ਦਿੰਦਾ। ਜਿਸ ਬੰਦੇ 'ਚ ਇੰਨੇ ਵੀ ਗੱਟਸ ਹੈ ਨਹੀਂ ਕਹਿਣ ਦੇ ਵੀ ਮੈਨੂੰ ਸਮਝ ਨਹੀਂ ਆਉਂਦੀ, ਮੈਨੂੰ ਸਮਝਾ ਦੇ, ਮੈਂ ਉਹਦਾ ਤੈਨੂੰ ਜਵਾਬ ਦੇਵਾਂ, ਉਹਨਾਂ ਨੂੰ ਅਸੀਂ ਇਲੈਕਟ ਕਰਕੇ ਭੇਜਦੇ ਤਾਂ ਕਿੱਦਾਂ ਹੋਊਗਾ? ਬਾਕੀ ਜਿਹੜਾ ਮੈਂ ਨਿਮਰਤਾ ਸਹਿਤ ਬੇਨਤੀ ਕਰਨਾ ਚਾਹੁੰਦਾ, ਭਾਈ ਸਾਹਿਬ ਨੇ ਹੋ ਸਕਦਾ ਹੈ ਉੱਥੇ ਕੋਈ ਗਲਤ ਗੱਲਾਂ ਹੋ ਰਹੀਆਂ ਹੋਣ, ਪਰ ਵਾਹਿਗੁਰੂ ਜਿਹੜਾ ਆ ਉਹ ਵਲਗਰ ਨਹੀਂ ਹੁੰਦਾ ਜੀ, ਵਾਹਿਗੁਰੂ ਸਤਿਕਾਰਯੋਗ ਹੀ ਆ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਬਿਲਕੁਲ ਜੀ, ਉੱਚੀ ਆਵਾਜ਼ ਦੇ ਵਿੱਚ ਉਹ ਸਿਮਰਨ ਕਰ ਸਕਦੇ ਨੇ ਉਹਨੂੰ, ਪਰ ਬਲਗਰ ਨਹੀਂ ਅਸੀਂ ਕਹਿ ਸਕਦੇ। ਇਹ ਗੱਲ ਮੈਂ ਬਿਲਕੁਲ ਤੁਹਾਡੇ ਨਾਲ ਸਹੀ। ਗੁਰਪ੍ਰੀਤ ਸਿੰਘ ਜੀ, ਲਾਈਨ ਨੰਬਰ 1। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਫਤਿਹ ਜੀ ਸਿੰਘ ਸਾਹਿਬ, ਹੋਲਡ ਕਰਕੇ ਬੈਠਾ ਤੇ ਸੌਰੀ, ਐਕਚੁਅਲੀ ਮੈਂ ਕਾਲ ਨਹੀਂ ਕਰਨੀ ਸੀ। ਇੱਕ ਤੇ ਕੱਲ ਦਾ ਵਿਸ਼ਾ ਹੀ ਮੇਰਾ ਛੋਟਾ ਜਿਹਾ ਤੁਹਾਡੇ ਨਾਲ ਰਿਲੇਟਡ, ਤੇ ਇੱਕ ਅੱਜ ਦਾ ਜਿਹੜੇ ਵਾਹਿਗੁਰੂ ਸਿਮਰਨ ਵਾਲੇ ਤੇ ਵੀਰ ਆਏ ਸੀ, ਮੈਂ ਉਹਨਾਂ ਦੀ ਗੱਲ ਸੁਣ ਕੇ ਕਾਲ ਕੀਤੀ ਆ ਜੀ। ਮੈਂ ਬੇਨਤੀ ਇਹ ਕਰਨਾ ਚਾਹੁੰਦਾ ਕਿ ਜਿਹੜਾ ਮੇਰੇ ਵਰਗਾ 7 ਵਜੇ ਉੱਠਣ ਵਾਲਾ ਇੱਕ ਦਿਨ ਗੁਰਦੁਆਰੇ ਜਾਂਦਾ ਆ, ਰਾਈਟ, ਮੈਂ ਕਿਸੇ ਨੂੰ ਨਹੀਂ ਕਹਿ ਰਿਹਾ ਵੀਰ ਜੀ ਹੋ ਸਕਦਾ ਐਵਰੀਡੇ ਜਾਂਦੇ ਹੁਣ, ਮੈਂ ਆਪਣੀ ਗੱਲ ਕਰ ਰਿਹਾ ਆ, ਮੈਂ ਰੋਜ਼ ਨਹੀਂ ਜਾਂਦਾ, ਠੀਕ ਆ। ਮੇਰੇ ਵਰਗਾ ਜਿਹੜਾ 7 ਵਜੇ ਉੱਠ ਕੇ ਗੁਰਦੁਆਰੇ ਜਾਂਦਾ ਆ, ਉਹਨੂੰ ਤਾਂ ਤਬਲੇ ਦੀ ਤਾਲ ਵੀ ਬੜੀ ਉੱਚੀ ਲੱਗਣੀ ਆ, ਉਹਨੂੰ ਵਾਹਿਗੁਰੂ
ਸਿਮਰਨ ਵੀ ਬੜਾ ਉੱਚਾ ਲੱਗਣਾ, ਉਹਨੂੰ ਢੱਡ ਵਾਲਿਆਂ ਦੀ ਸਰੰਗੀ ਵੀ ਬੜੀ ਉੱਚੀ ਲੱਗਣੀ ਆ, ਰਾਈਟ ਵੀਰ ਜੀ। ਮਹਾਰਾਜ ਦੀ ਕਿਰਪਾ ਨਾਲ ਜੇ ਮਹੀਨੇ ਦੇ ਵਿੱਚ ਇੱਕ ਅੱਧੀ ਵਾਰ ਵੀ ਵਾਹਿਗੁਰੂ ਸਿਮਰਨ ਕਰਨ ਦਾ ਮੌਕਾ ਮਿਲ ਜਾਵੇ ਕਿਸੇ ਨਾਲ ਬਹਿ ਕੇ, ਉਹ ਆਨੰਦ ਹੀ ਵੱਖਰਾ। ਉਹਦਾ ਕਾਰਨ ਮੈਂ ਦੱਸਦਾ, ਉਹ ਉੱਚੀ ਬੋਲਣ ਦਾ ਕਾਰਨ ਕੀ ਆ? ਉੱਚੀ ਬੋਲਣ ਦਾ ਕਾਰਨ ਇਹ ਆ, ਉਹ ਵਾਈਬ੍ਰੇਟ ਜਿਹੜੀ ਸੰਗਤ ਦੇ ਵਿੱਚ ਰਲ ਕੇ ਤੁਸੀਂ 50, 60, 100 ਜਾਣਾ ਬੋਲਦਾ ਆ, ਉਹਦੀ ਜਿਹੜੀ ਵਾਈਬ੍ਰੇਟ ਆ, ਉਹਦੀ ਜਿਹੜੀ ਵਾਈਬ੍ਰੇਸ਼ਨ ਉਹ ਬਹੁਤ ਜ਼ਬਰਦਸਤ ਹੁੰਦੀ ਆ। ਇੱਥੇ ਮੈਂ ਅੱਜ ਦੀ ਲੌਜਿਕ ਦੇ ਵਿੱਚ, ਜੇ ਲੌਜਿਕ ਵਾਲੇ ਵੀਰ ਜੀ ਪੜ੍ਹੇ ਲਿਖੇ ਸੀ ਬਹੁਤ, ਮੈਂ ਉਹ ਦੱਸਦਾ ਆ ਕਿ ਜਿਹੜੇ ਆ ਪਿੱਛੇ ਜੇ ਜਦੋਂ ਕਰੋਨਾ ਹੋਇਆ ਸੀ, ਉਦੋਂ ਸਪੇਨ ਕੀ ਪੈਰਿਸ ਦੇ ਵਿੱਚ ਦੀ ਗੱਲ ਆ, ਜਦੋਂ ਉਹ ਵੀਡੀਓ ਆਈ ਸੀ ਇੱਕ, ਉਹ ਮੂਲ ਮੰਤਰ ਦਾ ਪਾਠ ਕਰਦੇ ਪਏ ਆ, ਵਿੱਚੇ ਗੋਰੇ ਆ, ਵਿੱਚੇ ਆਪਣੇ ਪੰਜਾਬੀ ਆ, ਉੱਥੇ ਨਰਸ ਤੇ ਡਾਕਟਰ, ਉਹ ਉਦੋਂ ਟੀਕੇ ਤਾਂ ਨੂੰ ਕਰ ਕਰਕੇ ਸਰਿੰਜਾਂ ਭਰ ਮਾਰੀ ਜਾਂਦੇ ਕਿ ਕਰੋਨਾ ਭੱਜ ਜਾਵੇ। ਉਹ ਜਿਹੜੀ ਇੱਕ ਵਾਹਿਗੁਰੂ ਸਿਮਰਨ ਤੇ ਮੂਲ ਮੰਤਰ ਦੀ ਜਿਹੜੀ ਵਾਈਬ੍ਰੇਟ ਆ, ਉਹ ਤੁਸੀਂ ਵੀ ਮੈਨੂੰ ਲੱਗਦਾ ਵੀਡੀਓ ਵਾਚ ਕੀਤੀ ਹੋਣੀ ਫੇਸਬੁੱਕ ਤੇ, ਉਹ ਜਦੋਂ ਵੇਖੀਆਂ ਆਪ ਹੀ, ਮੈਂ ਜਦੋਂ ਵੇਖੀ, ਗਿੱਲ ਸਾਹਿਬ ਬਿਲੀਵ ਕਰਿਓ, ਮੇਰੀ ਅੰਦਰਲੀ ਖੁਦ ਦੀ ਜਿਹੜੀ ਵਾਈਬ੍ਰੇਸ਼ਨ ਉਹ ਸੁਣ ਕੇ ਹੀ ਹੋ ਗਈ। ਠੀਕ ਆ, ਪਰ ਜਦੋਂ ਵਾਈਬ੍ਰੇਸ਼ਨ ਜਿਹੜੀ ਇਹ ਚੀਜ਼ ਹੁੰਦੀ ਆ, ਉਹਦੇ ਨਾਲ ਤੁਹਾਡੀਆਂ 100 ਬਿਮਾਰੀਆਂ ਦੂਰ ਹੁੰਦੀਆਂ ਆ। ਠੀਕ ਆ, ਮੈਂ ਵੀਰ ਜੀ ਨੂੰ ਬੇਨਤੀ ਕਰਦਾ, ਕਿਤੇ ਇੱਕ ਅੱਧੇ ਦਿਨ ਜਿਹੜੀ ਦੂਜੀ ਉੱਚੀ ਜਿਹੜੀ ਆ ਇਹ ਅੰਗਰੇਜ਼ੀ ਦਾ ਲਫ਼ਜ਼ ਵਰਤ ਕੇ ਗਏ ਆ, ਉਹਨੂੰ ਥੋੜਾ ਜਿਹਾ ਬੈਕਵਰਡ ਕਰਕੇ ਤੇ ਤੁਸੀਂ ਭਾਵਨਾ ਨਾਲ ਉੱਥੇ ਉਹਨਾਂ 'ਚ ਸੰਗਤ 'ਚ ਬੈਠਿਓ ਕਿਤੇ ਮਗਰ ਜੇ ਜਾ ਕੇ, ਤੇ ਵਾਹਿਗੁਰੂ ਸਿਮਰਨ ਕਰਿਓ ਉੱਚੀ ਦੇਣੀ, ਤਾਂ ਤੁਹਾਨੂੰ ਉਹ ਵਾਈਬ੍ਰੇਸ਼ਨ ਜਿਹੜੀ ਆਊਗੀਆਂ ਉਹਦੀ ਫੀਲਿੰਗ ਬਾਅਦ 'ਚ ਦੱਸਿਓ। ਨੰਬਰ 1। ਨੰਬਰ 2, 10ਵੇਂ ਪਾਤਸ਼ਾਹ ਨੇ ਨਗਾਰਾ ਕਿਉਂ ਬਣਾਇਆ? ਕਿਤੇ ਨਗਾਰਾ ਵਜਾਇਓ ਤੇ ਲਾਗੇ ਖੜਿਓ, ਉਹਦੀ ਜਿਹੜੀ ਧੁਨ ਏਦਾਂ ਦੀ ਨਗਾਰੇ ਦੀ ਹੁੰਦੀ ਆ, ਉਹਦੇ ਨਾਲ ਜਿਹੜੀ ਵਾਈਬ੍ਰੇਸ਼ਨ ਹੁੰਦੀ, ਤੁਹਾਡਾ ਸਰੀਰ ਖੁੱਲਦਾ ਆ, ਜੋਸ਼ ਪੈਦਾ ਹੁੰਦਾ ਸਰੀਰ ਦੇ ਵਿੱਚ। ਠੀਕ ਆ, ਨਹੀਂ ਤਾਂ 10ਵੇਂ ਪਾਤਸ਼ਾਹ ਵੀ ਨਗਾਰੀ ਜੀ ਬਣਾ ਦਿੰਦੇ ਛੋਟੀ ਜੀ। ਠੀਕ ਆ, ਸੋ ਇੱਕ ਤਾਂ ਇਹ ਗੱਲ ਸੀ। ਸੋ ਬੇਨਤੀ ਏਦਾਂ ਕਿ ਜਿਹੜਾ ਰਾਗੀ ਸਿੰਘ ਉੱਚੀ ਗਾਉਂਦੇ ਆ ਜਾਂ ਵਾਹਿਗੁਰੂ ਸਿਮਰਨ ਕਰਾਉਂਦੇ ਆ, ਉਹ ਵਾਈਬ੍ਰੇਸ਼ਨ ਹੀ ਏਦਾਂ ਦੀ ਆ ਸੰਗਤ ਦੇ ਵਿੱਚ, ਉਹ ਬੈਟਰ ਚੀਜ਼ ਆ, ਮਾੜੀ ਚੀਜ਼ ਨਹੀਂ ਹੈਗੀ। ਜੇ ਵੀਰ ਜੀ ਨੂੰ ਲੱਗਦਾ ਆ ਕਿ ਉੱਥੇ ਮਤਲਬ ਕਰਦੇ ਆ ਇੰਨੀ ਉੱਚੀ, ਤੇ ਵੀਰ ਜੀ ਨੂੰ ਮੈਂ ਬੇਨਤੀ ਕਰਦਾ, ਉਹ ਟਾਈਮ ਉਹਨਾਂ ਦਾ ਲਿਖ ਲੈਣ ਤੇ ਉੱਥੇ ਉਸ ਵੇਲੇ ਨਾ ਜਾਇਆ ਕਰਨ। ਧੰਨਵਾਦ ਜੀ, ਧੰਨਵਾਦ। ਪੌਲ, ਲਾਈਨ ਨੰਬਰ 2। ਹਾਂਜੀ, ਸਤਿ ਸ਼੍ਰੀ ਅਕਾਲ ਗਿੱਲ ਸਾਹਿਬ। ਸਤਿ ਸ਼੍ਰੀ ਅਕਾਲ ਵੀਰ ਜੀ। ਹਾਂਜੀ, ਆਪਣੇ ਗਿੱਲ ਸਾਹਿਬ, ਮੈਂ ਪਹਿਲੀ ਵਾਰੀ ਫੋਨ ਕੀਤਾ, ਸੁਣਦੇ ਨੂੰ ਰੇਡੀਓ 6 ਮਹੀਨੇ ਹੋਏ ਆ ਮੈਨੂੰ, ਆਈ ਨੂੰ 6 ਮਹੀਨੇ ਹੋਏ ਆ, ਬਹੁਤ ਵਧੀਆ ਲੱਗਦਾ ਜੀ। ਸੱਚ ਨੂੰ ਸੱਚ ਤੇ ਝੂਠ ਨੂੰ ਝੂਠ ਕਹਿੰਦੇ ਹੋ ਤੁਸੀਂ। ਧੰਨਵਾਦ, ਬਹੁਤ ਬਹੁਤ। ਤੇ ਇੱਕ ਗੱਲ ਮੈਂ ਪੁੱਛਣੀ ਸੀ, ਇਹ 5-6 ਵਜੇ ਤੋਂ ਬਾਅਦ ਰੇਡੀਓ ਜਿਹੜਾ ਇਹ ਸ਼ੇਰੇ ਪੰਜਾਬ ਹੈ, ਕਿਤੇ ਅਕਾਲੀਆਂ ਦਾ ਜਾਂ ਬੀਜੇਪੀ ਦਾ ਤਾਂ ਨਹੀਂ ਹੋ ਜਾਂਦਾ? ਕੀ ਹੋ ਗਿਆ ਜੀ? ਉਸ ਤੋਂ ਬਾਅਦ ਏਦਾਂ ਹੁੰਦੀ ਆ ਵੀ ਬਸ ਏਦਾਂ ਦੇ ਟੌਪਿਕ ਆਉਂਦੇ ਆ ਵੀ ਮੰਨ ਲਓ ਜੀ ਬੀਜੇਪੀ ਨੇ ਜੇ ਆਹ ਕਰ ਦਿੱਤਾ ਜਲ੍ਹਿਆਂਵਾਲੇ ਬਾਗ 'ਚ, ਇਹ ਕੋਈ ਗਲਤ ਥੋੜ੍ਹਾ ਕਰ ਦਿੱਤਾ, ਜਾਂ ਕੋਈ ਮੰਨ ਲਓ ਏਦਾਂ ਲੱਗਦਾ ਕਿ ਜਿੱਦਾਂ ਅਕਾਲੀਆਂ ਦਾ ਝੰਡਾ ਬਸ ਉੱਤੇ ਗੂੰਜਦਾ, ਜਾਂ ਬੀਜੇਪੀ ਦਾ ਵੀ ਗੂੰਜਦਾ ਸ਼ਾਮ ਨੂੰ। ਠੀਕ ਹੈ ਜੀ, ਏਦਾਂ ਲੱਗਦਾ ਰਹਿੰਦਾ ਜੀ। ਕੋਈ ਨਾ, ਸੁਨੇਹਾ ਤੁਹਾਡਾ ਪਹੁੰਚ ਗਿਆ, ਮੈਨੇਜਮੈਂਟ ਤੱਕ ਉਹ ਸੁਣਦੇ ਆ ਜੀ। ਸ਼ਮਸ਼ੇਰ ਸਿੰਘ ਨਿੱਕਿਆ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰ, ਮੈਂ ਤਾਂ ਇੱਕ ਚੀਜ਼ ਤੁਹਾਨੂੰ ਕਹਿਣੀ ਚਾਹੂੰਗਾ, ਇਹ ਤੇ ਇੱਕ ਟਾਕ ਸ਼ੋਅ ਰੱਖਿਓ ਜੀ, ਜਿਹੜਾ ਹੁਣ ਨਵਾਂ ਚੱਲ ਰਿਹਾ ਜੀ ਬਾਹਲਾ, ਤੇ ਨਵਾਂ ਟਮਟਮਾ ਚਲਾ ਰੱਖਿਆ ਜੀ, ਇੱਕ ਗੁਰਮਤ ਵਰਸਸ ਤੱਤ ਗੁਰਮਤ, ਜਾਂ ਕਹਿ ਲਈਏ ਸਾਇੰਸ ਵਰਸਸ ਰਿਲੀਜਨ, ਜਿਹੜਾ ਇਹਨਾਂ ਦਾ ਟਕਰਾਅ ਜੀ। ਜੇ ਬੰਦੇ ਨੂੰ ਰੈਸ਼ਨਲ ਹੋਣਾ ਚਾਹੀਦਾ, ਉਹ ਕਿਹੜੇ ਐਕਸਟੈਂਟ ਤੱਕ ਹੋਣਾ ਚਾਹੀਦਾ, ਤੇ ਜਿਹੜਾ ਉਹਦਾ ਧਾਰਮਿਕ ਪੈਮਾਨਾ, ਉਹਨੂੰ ਕਿੱਥੇ ਤੱਕ ਧਾਰਮਿਕ, ਇੱਥੇ ਤੱਕ ਵੀ ਰੈਸ਼ਨਲ ਨਾ, ਇੱਥੇ ਤੱਕ ਤੇਰਾ ਤਰਕ ਸਹੀ ਆ, ਇੱਥੇ ਤੱਕ ਤੈਨੂੰ ਰੱਬ ਨੂੰ ਮੰਨਣਾ ਪਊਗਾ। ਸਰ, ਸਾਇੰਸ ਵਰਸਸ ਰਿਲੀਜਨ ਰੱਖ ਲਿਓ ਜੀ, ਚਾਹੇ ਤੱਤ ਗੁਰਮਤ ਵਰਸਸ ਤੱਤ ਗੁਰਮਤ ਰੱਖ ਲਿਓ, ਕਿਉਂ ਸਰ ਬਹੁਤ ਕਨਫਿਊਜ਼ਨ ਹੈ ਜੀ। ਬੱਕਰਾ ਵੱਢਦੇ ਨੇ ਹਰਿਮੰਦਰ ਸਾਹਿਬ, ਇਹ ਆ ਉਹ, ਬਹੁਤ ਟਮਟਮਾ ਬਾਹਲਾ ਕੁਛ ਚੱਲ ਰਿਹਾ ਜੀ। ਉਹ ਜਿਵੇਂ ਹੁਣ ਸਾਡੇ ਵਰਗੇ ਯੰਗ ਜਨਰੇਸ਼ਨ ਹੈ ਜੀ, ਜੋ ਤੁਸੀਂ ਪੁਰਾਣੇ ਪੋਡਕਾਸਟ ਸੰਤ ਮਸਕੀਨ ਜੀ ਦੇ ਸੁਣਦੇ ਆ, ਉਹ ਚਮਤਕਾਰੀ ਗੱਲਾਂ ਉਹ ਨਹੀਂ, ਹੁਣ ਅੱਜ ਕੱਲ੍ਹ ਨਹੀਂ, ਉਹਦੀ ਇੰਨੀ ਰੈਲੇਵੈਂਸੀ ਨਹੀਂ ਲੱਗਦੀ ਜੀ। ਤੇ ਸਰ, ਮੈਂ ਤੁਹਾਨੂੰ ਇੱਕ ਪਹਿਲਾਂ ਵੀ ਰਿਕਵੈਸਟ ਕੀਤੀ ਸੀ, ਜਿਹੜਾ ਤੁਹਾਡਾ ਲੋਕ ਸੱਥ ਚੈਨਲ ਹੈ, ਤੇ ਉਹ ਤੇ ਸਰ ਤੁਸੀਂ ਬਹੁਤ ਵਧੀਆ ਸਿਰਲੇਖ ਲਿਖਿਆ ਹੁੰਦਾ, ਬਸ ਉਹ ਤੇ ਜਿਹੜਾ ਕੋਈ ਵੀ ਲਾ ਲਓ, ਜਿਵੇਂ ਹੁਣ ਸੰਤ ਭਿੰਡਰਾਂ ਵਾਲਿਆਂ ਦੀ ਗੱਲ ਹੋਈ ਆ, ਜਾਂ ਜਿਵੇਂ ਵੀ ਤੁਸੀਂ ਘੁੱਦਾ ਸਿੰਘ ਨੂੰ ਲੈ ਕੇ ਆਂਦਾ ਮੁੰਡਾ ਬਠਿੰਡੇ ਵਾਲੇ ਨੂੰ, ਬ੍ਰੈਕਟ 'ਚ ਜ਼ਰੂਰ ਪਾ ਦਿਆ ਕਰੋ, ਕਿਉਂਕਿ ਸਰ ਬਹੁਤ ਸਾਰੇ ਟੌਪਿਕ ਤੁਸੀਂ ਇਹੋ ਜਿਹੇ ਛੇੜਦੇ, ਜਿਵੇਂ ਹੁਣ ਸਿਮਰਨਜੀਤ ਸਿੰਘ ਮਾਨ ਉਹਨਾਂ ਦੀ ਗੱਲ ਤੁਸੀਂ ਕੀਤੀ ਹੋਈ ਹੈ, ਆਪਣਾ ਕਰਤਾਰ ਸਿੰਘ ਸਰਾਭੇ ਦੀ ਗੱਲ, ਉਹ ਫਿਰ ਬੰਦਾ ਉੱਥੇ ਜਾ ਕੇ ਸਿੱਧਾ ਕੈਚ ਕਰ ਲੈਂਦਾ। ਜਿਵੇਂ ਫਰਜ਼ ਕਰ ਲਓ ਜਿਹੜਾ ਤੁਸੀਂ 6 ਮਹੀਨਿਆਂ ਦੀ ਲੜੀ ਚਲਾਈ ਸੀ ਜੀ ਇੱਥੇ ਆਪਣਾ ਦਾ ਪੰਜਾਬੀ ਚੈਨਲ ਤੇ,
ਉੱਥੇ ਸਿੱਧੇ ਟੌਪਿਕ ਮਿਲ ਜਾਂਦੇ ਆ ਜੀ। ਠੀਕ ਹੈ, ਠੀਕ ਹੈ। ਹਾਂਜੀ, ਕਿਉਂਕਿ ਕਈ ਵਾਰੀ ਗੈਸਟ ਇੰਨਾ ਮਤਲਬ ਜਿਵੇਂ ਹੁਣ ਕੱਲ ਨੂੰ ਤੁਸੀਂ ਅਮਰੀਕ ਸਿੰਘ ਹੋਰਾਂ ਨੂੰ ਲੈ ਕੇ ਆਉਂਗੇ, ਉਹਨਾਂ ਦੀਆਂ ਗੱਲਾਂ ਜਿਵੇਂ ਤੁਸੀਂ ਕਹਿੰਦੇ ਹੁੰਦੇ ਹੋ ਸੁਣਨ ਵਾਲੀਆਂ ਨੇ, ਉਹ ਫਿਰ ਸਿੱਧੀਆਂ ਗ੍ਰੈਸਪ ਹੋ ਜਾਂਦੀਆਂ ਨੇ, ਬੰਦਾ ਫੜਕ ਦੇ ਨੇ ਬੋਚ ਲੈਂਦਾ ਉਹ ਗੱਲਾਂ ਨੂੰ। ਤੇ ਇਹ ਤੇ ਇੱਕ ਜ਼ਰੂਰ ਕੋਈ ਨਾ ਕੋਈ ਲੜੀ ਲੈ ਕੇ ਆਓ। ਧੰਨਵਾਦ ਜੀ। ਧੰਨਵਾਦ ਜੀ ਸ਼ਮਸ਼ੇਰ ਸਿੰਘ। ਹਰਦੀਪ ਕੌਰ ਗਿੱਲ ਜੀ, ਲਾਈਨ ਨੰਬਰ 4। ਹਾਂ, ਸਤਿ ਸ੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਵੀਰ ਜੀ, ਤੁਸੀਂ ਨਾ ਇੱਕ ਦਿਨ ਵੈਦ ਆਇਆ ਸੀ, ਦਵਾਈ ਦੱਸੀ ਸੀਗੀ ਵੀ ਆ ਯਾਦਾਸ਼ਤ ਤੋਂ ਜਾਂ ਡਿਪਰੈਸ਼ਨ ਤੋਂ, ਨੀਂਦ ਨੂੰ ਘੱਟ ਆਉਣ ਤੋਂ, ਤੇ ਉਹਨੇ ਦੱਸੀ ਸੀ ਇੱਕ ਬਦਾਮ ਤੇ ਇੱਕ ਖਸਖਸ ਤੇ ਇੱਕ ਬ੍ਰਹਮੀ, ਇੱਕ ਸ਼ੰਖ। ਹਾਂ, ਤਿੰਨੇ ਵੀ ਵਧੀਆ ਨੇ, ਬਸ ਸ਼ੰਖ ਪੁਸ਼ਪ ਤਿੰਨੇ ਕੁਝ ਨਹੀਂ ਪਾਉਣੀਆਂ ਬਹੁਤ ਨੇ। ਹਾਂਜੀ, ਬਰਾਬਰ ਪਾਉਣੀਆਂ ਨੇ। ਅੱਛਾ, ਮੈਂ ਇਹੀ ਪੁੱਛਣਾ ਸੀ। ਮੈਂ ਜਿੱਦਣ ਦੀ ਖਾਨੀ ਆ ਤੇ ਮੇਰਾ ਤਾਂ ਬਲੱਡ ਵੀ, ਮੈਂ ਤਾਂ ਗੋਲੀ ਛੱਡਤੀ ਤੇ ਬਲੱਡ ਸਹੀ ਆ। ਕੀ ਲੈ ਫਿਰ ਗੱਲ ਬਣ। ਹਾਂ, ਤੇ ਬਲੱਡ ਡਾਊਨ ਹੋਣ ਲੱਗ ਗਿਆ, ਬਹੁਤ ਵੱਧਦਾ ਸੀ। ਥੈਂਕ ਯੂ, ਧੰਨਵਾਦ। ਹਾਂਜੀ, ਬਸ ਮੈਂ ਇਹੀ ਪੁੱਛਣਾ, ਮੈਂ ਬਰਾਬਰ ਨੇ ਜੀ, ਬਰਾਬਰ ਨੇ। ਓਕੇ ਵੀਰ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਧਾਲੀਵਾਲ ਸਾਹਿਬ, ਲਾਈਨ ਨੰਬਰ 5। ਗੱਲ ਸਾਹਿਬ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਹਾਂਜੀ, ਗੱਲ ਸਾਹਿਬ ਵੀਰ ਜੀ, ਮੈਂ ਗੱਲਾਂ ਦੋ ਹੀ ਕਰਨੀਆਂ। ਕਰੋ ਜੀ। ਅੱਜ ਤੁਸੀਂ ਕਿਹਾ ਵੀ ਦਿਲ ਦੀ ਗੱਲ ਕਹਿ ਸਕਦੇ ਆ ਜੀ। ਪਹਿਲੀ ਗੱਲ ਤਾਂ ਹੈ ਕਿ ਵੀ ਜਿੰਨੇ ਬ੍ਰੌਡਕਾਸਟ ਪ੍ਰੋਗਰਾਮ ਹੈਗੇ ਆ, ਇਹ ਕੋਈ ਝੂਠੀ ਵਡਿਆਈ ਨਹੀਂ ਹੈਗੀ। ਜਿਹੜਾ ਤੁਹਾਡਾ ਪ੍ਰੋਗਰਾਮ ਹੱਕ ਸੱਚ, ਇੱਕ ਕਿਸੇ ਦੀ ਬੈਰ ਵਿਰੋਧਤਾ ਤੋਂ ਪਾਸੇ ਹਟ ਕੇ ਸੱਚਾਈ ਨੂੰ ਤੇ ਬੁਰਾਈ ਨੂੰ ਮੂਹਰੇ ਲੈ ਕੇ ਆਉਣਾ ਹਰ ਤਰ੍ਹਾਂ ਦੀ ਨੂੰ। ਧੰਨਵਾਦ। ਇਹ ਹਰ ਕਿਸੇ ਵਸ ਦਾ ਰੋਗ ਨਹੀਂ। ਇਹ ਵੀਰ ਜੀ ਮੈਂ ਦਿਲੋਂ ਕਹਿਣਾ, ਫਰੋਮ ਮਾਈ ਹਾਰਟ, ਸਾਡਾ ਸਿਰ ਝੁਕਦਾ। ਜਿੰਨੇ ਅਸੀਂ ਟਰੱਕਾਂ ਵਾਲੇ ਆ, ਜਿੰਨੇ ਸਾਡੇ ਯਾਰ ਦੋਸਤ ਭਾਈਵਾਨ ਦਾ, ਸਭ ਦੇ ਸਾਡੇ ਫੋਨਾਂ ਦੇ ਸ਼ੀਵਿਆਂ ਦੇ ਖੇੜੇ ਛੱਡ ਦੇਈਦੇ ਆ ਜਦੋਂ ਤੁਹਾਡਾ ਪ੍ਰੋਗਰਾਮ ਆ ਜਾਂਦਾ ਵਾ। ਧੰਨਵਾਦ ਜੀ। ਤੇ ਦੂਸਰੀ ਗੱਲ ਵੀਰ ਜੀ, ਮੈਂ ਕਹੂੰਗਾ ਇਲੈਕਸ਼ਨ ਬਾਰੇ ਜੀ। ਤੁਸੀਂ ਇਹ ਜਲਸਾ ਦੇਖ ਲਿਆ, ਜਿਹੜੇ ਐਨਡੀਪੀ ਦੇ ਤੇ ਲਿਬਰਲ ਦੇ ਉਹੀ ਨੁਮਾਇੰਦੇ ਉੱਧਰ ਹੁੰਦੇ ਆ ਤੇ ਮੀਟਿੰਗ ਵਿੱਚ ਜਾ ਕੇ ਦੂਸਰੇ ਪਾਸੇ ਕਿਵੇਂ ਜਾ ਕੇ ਖੁਰ ਵੱਢਦੇ ਆ। ਇਹਨਾਂ ਚੀਜ਼ਾਂ ਨੂੰ ਸਾਡੇ ਸਮਝਣ ਦੀ ਲੋੜ ਆ। ਤੁਸੀਂ ਮੇਰੀ ਗੱਲ ਸਮਝ ਗਏ ਹੋਵੋਗੇ ਕਿ ਜਿਹੜੇ ਉਹੀ ਮਤਲਬ ਕਿ ਲਿਬਰਲ ਵਾਲੇ ਆਪਣੇ ਫੈਡਰਲ ਦੇ ਵਿੱਚ ਤੇ ਇੱਥੇ ਲੋਕਲ ਸਾਡੇ ਐਨਡੀਪੀ ਵਾਲੇ, ਜਿਨ੍ਹਾਂ ਦੇ ਮਤਲਬ ਕਿ ਵੀ ਮਗਰੋਂ ਸਕੂਲ ਕਾਲਜ ਫੈਲੋ ਇਕੱਠੇ ਹੋ ਕੇ ਤੇ ਮੁੜ ਕੇ ਸਾਨੂੰ ਕਿਵੇਂ ਬੇਵਕੂਫ ਬਣਾਉਂਦੇ ਆ ਤੇ ਕਿਵੇਂ ਉਹੀ ਮੀਟਿੰਗਾਂ ਵਿੱਚ ਜਾਂਦੇ ਆ, ਉਹੀ ਦੂਸਰੇ ਪਾਸੇ ਕਿਵੇਂ ਜਾ ਕੇ ਦੱਸਦੇ ਆ। ਤੁਸੀਂ ਸਾਰਾ ਵੀਰ ਜੀ ਦੇਖ ਚੁੱਕੇ ਹੋ। ਇਹ ਬਾਤ ਕਰਨ ਦੀ ਲੋੜ ਆ। ਨੰਬਰ 2, ਇੱਕ ਲੇਡੀ ਖੜੀ ਆ, ਕੁੜੀ ਨੂੰ, ਮੇਰਾ ਪਰਸਨਲੀ ਕੋਈ ਮਸਲਾ ਨਹੀਂ, F4 ਤੋਂ, ਉਹ ਕਹਿੰਦੀ ਮੈਂ ਡਾਕਟਰ ਆ। ਉਹਨੂੰ ਪੁੱਛਣ ਤੇਰਾ ਡਾਕਟਰ ਆਫਿਸ ਹੈ ਕਿੱਥੇ ਆ। ਧੰਨਵਾਦ ਜੀ, ਇਹ ਵੀ ਪਤਾ ਕਰਦੇ ਆ। ਸ਼ਾਹ ਗਰੇਵਾਲ ਹਰਵੀਰ ਸਿੰਘ ਜੀ, ਲਾਈਨ ਨੰਬਰ 6। ਗਿੱਲ ਸਾਹਿਬ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਵੀਰ ਜੀ। ਬਾਈ ਜੀ, ਤੁਹਾਡੀ ਤਾਰੀਫ ਕਰ ਗਏ ਜੀ, ਹੈਨਾ। ਤੇ ਪਰ ਮੈਨੂੰ ਯਾਦ ਆ ਗਿਆ ਕਿ ਗੁਰਦਾਸ ਮਾਨ ਫਿਰ ਅੱਜ ਕੱਲ੍ਹ ਤਾਂ ਕ੍ਰਿਟਿਸਿਜ਼ਮ ਦਾ ਪਾਤਰ ਬਣਿਆ। ਉਹਦਾ ਇੱਕ ਗੀਤ ਹੁੰਦਾ ਸੀ, ਸੱਚ ਨੂੰ ਫਾਂਸੀ, ਝੂਠ ਨੂੰ ਰੁਤਬੇ ਮੈਡਲ ਤਗਮੇ ਪਾਏ। ਦੂਸਰੀ ਗੱਲ ਵੀ, ਆਪਾਂ ਕੋਈ ਰਿਲੀਜੀਅਸ ਫਿਲਾਸਫਰ ਤਾਂ ਹੈ ਨਹੀਂ ਜੀ, ਪਰ ਜਿਹੜੇ ਪਹਿਲੇ ਕਾਲਰ ਸੀ ਨਾ, ਉਹਨਾਂ ਨੇ ਸਿਮਰਨ ਤੇ ਥੋੜਾ ਜਿਹਾ ਕ੍ਰਿਟਿਸਿਜ਼ਮ ਕੀਤਾ ਸੀ, ਉੱਚੀ ਆਵਾਜ਼। ਇੰਨਾ ਕਿ ਮੈਨੂੰ ਪਤਾ ਵੀ ਇਹ ਨਾ ਸੋ ਕਾਲਡ ਧਰਮ ਨਹੀਂ ਕਹਿੰਦਾ, ਸੋ ਕਾਲਡ ਧਰਮ ਆ ਨਾ ਜਿਹੜਾ, ਜਾਂ ਜਿਹੜੀ ਸਾਡੀ ਐਕੈਡੈਮਿਕ ਲੈਵਲ ਐਜੂਕੇਸ਼ਨ ਦਾ, ਇਹ ਜਿੱਥੇ ਖਤਮ ਹੁੰਦੇ ਆ ਨਾ ਦੋ ਚੀਜ਼ਾਂ, ਮੇਰੇ ਖਿਆਲ ਸਪਿਰਿਚੁਅਲਿਟੀ ਉੱਥੋਂ ਸ਼ੁਰੂ ਹੁੰਦੀ ਆ। ਸੋ ਇਹਦੇ ਵਾਸਤੇ ਬਹੁਤ ਕੌਸ਼ੀਅਸ ਰਹਿਣਾ ਚਾਹੀਦਾ। ਇਹ ਤੇ ਸਾਨੂੰ ਗੱਲ ਕਰਨ ਦੇ ਲਈ, ਇਹ ਆਮ ਬੰਦੇ ਦੇ ਵੱਸ ਦੀ ਖੇਡ ਨਹੀਂ, ਨਾ ਸਾਡੇ ਸਮਝ ਵਾਲੀ ਗੱਲ ਆ। ਇਹ ਮੈਜੋਰਿਟੀ ਦੇ ਤਾਂ ਹਨਾ, ਸਾਡੇ ਵੀ ਹੈ ਨਹੀਂ ਹਨਾ, ਪਰ ਅਸੀਂ ਇਹਨੂੰ ਮਤਲਬ ਇਸ ਤਰ੍ਹਾਂ, ਮੈਂ ਤਾਂ ਸੱਚੀ ਗੱਲ ਇਸ ਟੌਪਿਕ ਤੇ ਗੱਲ ਕਰਨੋਂ ਡਰਦਾ। ਬਿਲਕੁਲ ਜੀ, ਜਦ ਆਪਣੀ ਪਕੜ ਹੈ ਨਹੀਂ, ਕਰਨੀ ਨਹੀਂ ਚਾਹੀਦੀ। ਹਾਂਜੀ, ਕਿਉਂਕਿ ਇਹਦੇ ਤੌਰ ਤਰੀਕੇ ਸਪਿਰਿਚੁਅਲਿਟੀ ਦੇ ਹੋਰ ਹੀ ਨੇ ਜੋ ਮੈਂ ਸੁਣੇ ਨੇ ਹਨਾ, ਅਸੀਂ ਉਹਨੂੰ ਸਮਝ ਨਹੀਂ ਸਕਦੇ ਇਸ ਦੁਨੀਆ 'ਚ ਰਹਿੰਦੇ ਹੋਏ। ਹੁਣ ਜਿਹੜੀ ਗੱਲ ਆਉਂਦੀ ਹੈ ਪੋਲਿਟਿਕਸ ਤੇ, ਇੱਕ ਸ਼ਬਦ ਹੁਣ ਫੈਮਿਨਿਜ਼ਮ ਦਾ ਬੜਾ ਚੱਕਰ ਪਿਆ ਹੈ ਸਾਡੇ, ਫੈਮਿਨਿਜ਼ਮ ਨੇ ਮਾਰ ਲਏ। ਉਹ ਮੈਨੂੰ ਐ ਲੱਗ ਗਿਆ ਵੀ ਜਦ ਉਹ ਸ਼ਬਦ ਤੋਂ ਹੋ ਗਿਆ ਵੀ ਯਾਰ ਇਹ ਕਿਹੜਾ ਸ਼ਬਦ ਹੈ, ਲੁੱਚਾ ਸ਼ਬਦ ਤਾਂ ਨਹੀਂ, ਐ ਹੋ ਗਿਆ। ਨਹੀਂ, ਮੇਰਾ ਖਿਆਲ ਹੁਣ ਅਗਲੀ ਵਾਰੀ ਸਾਡਾ ਕੋਈ ਵੀ ਕੈਂਡੀਡੇਟ ਇਹ ਜ਼ਰੂਰ ਰੱਟੇ ਲਾ ਕੇ ਜਾਊ ਵੀ ਇਹਦਾ ਮਤਲਬ ਕੀ ਹੁੰਦਾ, ਘੱਟੋ ਘੱਟ ਸਿੱਖ ਜਾਣਗੇ। ਕਿਉਂਕਿ ਹੁਣ ਕੱਲ ਦੀ ਡਿਬੇਟ ਦੇ ਵਿੱਚ ਵੀ ਇਹ ਸਲਾਈਟ ਜਿਹਾ ਟੱਚ ਇਹਨੂੰ ਦਿੱਤਾ ਗਿਆ ਸੀ। ਕੱਲ ਦੀ ਜਿਹੜੀ ਲਾਸਟ ਦੀ ਫ੍ਰੈਂਚ ਡਿਬੇਟ, ਜਦੋਂ ਮੈਂ ਟ੍ਰਾਂਸਲੇਸ਼ਨ ਉਹਦੀ ਪੜ੍ਹੀ, ਹੁਣ ਹੈਰਾਨੀ ਦੀ ਗੱਲ ਆ ਵੀ ਉੱਥੇ ਵੀ ਰਾਜ ਸੈਣੀ ਉਹਨਾਂ ਦਾ ਨਾਂ ਬੋਲੀ ਜਾਂਦਾ, ਜਾਨੀ ਸਾਡੀ ਕੌਮ ਦੀ ਮਸ਼ਹੂਰੀ ਬਹੁਤ ਹੋ ਜਾਣੀ ਹੈ ਇਸ ਫੈਮਿਨਿਜ਼ਮ ਦੇ ਵਿੱਚ। ਠੀਕ ਹੈ, ਬਿਲਕੁਲ ਠੀਕ। ਤੇ ਉਹ ਜਦੋਂ ਮੈਂ ਗਲੋਬਲ ਨਿਊਜ਼ ਦੇ ਵਿੱਚ ਇੱਕ ਰਿਪੋਰਟਰ ਕਰਦੀ ਸੀ, ਆਪਣਾ ਓਪੀਨੀਅਨ ਦਿੰਦੀ ਸੀ, ਉਹ ਕਹਿੰਦੀ ਵੀ ਉਹ ਕਹੀ ਜਾਂਦੇ ਨੇ ਟਰੂਡੋ ਸਾਹਿਬ ਬਈ ਜੀ ਇਹ ਬੜਾ ਰਿਗਰਸ ਪ੍ਰੋਸੈਸ ਆ ਸਾਡਾ, ਇਹਦੀ ਇਨਵੈਸਟੀਗੇਸ਼ਨ ਕਰਨ ਦਾ ਕੀਤੀ ਗਈ ਆ ਹਨਾ,
ਪਰ ਉਹ ਗਲੋਬਲ ਨਿਊਜ਼ ਉਹ ਸੁਣਦਾ ਸੀ, ਉਹ ਕਹਿੰਦੇ ਵੀ ਜਿਹੜੀ ਲੇਡੀ ਨੇ ਇਹਨਾਂ ਨੇ ਛੇੜਖਾਨੀ ਕੀਤੀ ਆ, ਉਹ ਕਹਿੰਦੀ ਮੇਰੀ ਤਾਂ ਇੰਟਰਵਿਊ ਨਹੀਂ ਕੀਤੀ ਉਸ ਇਨਵੈਸਟੀਗੇਸ਼ਨ ਪ੍ਰੋਸੈਸ ਦੇ ਵਿੱਚ। ਨਹੀਂ ਕੀਤੀ, ਬਿਲਕੁਲ ਲਿਖਿਆ ਗਲੋਬਲ। ਹੁਣ ਮੈਨੂੰ ਨਹੀਂ ਪਤਾ ਵੀ ਇਹ ਸੱਚ ਝੂਠ ਹੁਣ ਇਹ ਕਾਹਤੋਂ ਐ ਕਰੀ ਜਾਂਦੇ ਨੇ ਲੋਕ, ਕਿ ਜਾਂ ਲੀਡਰਸ਼ਿਪ ਤੇ ਸਟਿੱਕਰ ਹੀ ਲਵਾ ਦੇਣ ਵੀ ਇਹ ਚੋਰ ਝੂਠੇ ਹੀ ਹੁੰਦੇ ਨੇ। ਹਾਂ, ਆਮ ਸੌਰੀ ਟੂ ਸੇ ਦੈਟ। ਤੇ ਜਿੱਥੋਂ ਤੱਕ ਇਸ਼ੂਜ਼ ਦੀ ਗੱਲ ਹੈਗੀ ਆ ਜੀ, ਅਫੋਰਡੇਬਿਲਟੀ ਦੀ ਗੱਲ ਸਾਰੇ ਹੀ ਕਰੀ ਜਾਂਦੇ ਆ ਜੀ, ਤੇ ਲੇਕਿਨ ਇਹ ਨਹੀਂ ਦੱਸ ਰਹੇ ਵੀ ਘਰ ਸਸਤੇ ਕਿਵੇਂ ਹੋਣੇ ਆ। ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਇੱਕ ਦਿਨ, ਹੈ ਜੀ, ਉਹਦਾ ਕੋਈ ਪ੍ਰੋਸੈਸ ਨਹੀਂ। ਹਾਂ, ਪਹਿਲੀ ਵਾਰੀ ਮੈਂ 20-21 ਦਿਨ ਦੇ ਵਿੱਚ ਮੈਂ ਸੁਣਿਆ ਐਰਨੋ ਟੂਲ ਨੂੰ ਅੱਜ ਰਾਤ ਗੱਲ ਕਰਦੇ ਨੇ ਵੀ ਅਸੀਂ ਜਿਹੜੇ ਗੈਂਗਸਟਰ ਐਕਟੀਵਿਟੀਜ਼ ਨੇ ਉਹਨਾਂ ਦੇ ਉੱਤੇ ਕਾਫੀ ਕੁਝ ਮੋਡੀਫਾਈ ਕਰਾਂਗੇ, RCMP CBSE ਦੇ ਨਾਲ ਰਲ ਕੇ। ਹਾਂਜੀ, ਹੋਰ ਕਿਸੇ ਬੰਦੇ ਨੇ ਤੇ ਗੱਲ ਨਹੀਂ ਕੀਤੀ। ਲੇਕਿਨ ਜਿਹੜਾ ਡਰੱਗ ਦਾ ਪਸਾਰਾ ਆ ਜਦੋਂ ਦਾ ਸੁੱਖਾ ਲੀਗਲਾਈਜ਼ ਹੋਇਆ ਜੀ, ਤੁਸੀਂ ਦੇਖੋ, ਤੁਸੀਂ ਤਾਂ ਦੇਖਦੇ ਹੋ ਰੋਜ਼ ਸੜਕਾਂ ਤੇ ਆਹ ਨਲਕੀਆਂ ਨਾ ਵੇਪਿੰਗ ਦੀਆਂ ਢੇਰ ਲਾਏ ਪਏ ਨੇ। ਬਿਲਕੁਲ ਬਿਲਕੁਲ। ਔਰ ਮੁਸ਼ਕ ਮਾਰਦਾ ਜਿੱਧਰ ਨੂੰ ਲੰਘਦੇ ਹੋ ਤੁਸੀਂ ਸਰੀ ਦੇ ਵਿੱਚ। ਬਿਲਕੁਲ, ਹਾਂਜੀ। ਇਹਦੇ ਤੇ ਨਾ ਆਪਣੀ ਕੌਮ ਦਾ ਇਨਸਾਨ ਕਿਸੇ ਨੂੰ ਕੋਈ ਕੁਐਸਚਨ ਪੁੱਛ ਰਿਹਾ, ਨਾ ਕੋਈ ਸਿਆਸਤਦਾਨ ਇਹਦੇ ਤੇ ਗੱਲ ਕਰ ਰਿਹਾ, ਨਾ ਐਰਨੋ ਟੂਲ ਇਹਦੇ ਤੇ ਬੋਲ ਰਿਹਾ, ਨਾ ਜਗਮੀਤ ਸਿੰਘ ਬੋਲ ਰਿਹਾ ਵੀ ਇਹ ਕਿਉਂ ਲੀਗਲਾਈਜ਼ ਕੀਤਾ, ਇਹਦਾ ਫਾਇਦਾ ਕੀ ਹੋਇਆ। ਪੁੱਛ ਵੀ ਨਹੀਂ ਰਿਹਾ ਕੋਈ, ਕੀ ਫਾਇਦਾ ਹੈ, ਪੁੱਛ ਨਹੀਂ ਰਿਹਾ ਜੀ, ਪੁੱਛ ਨਹੀਂ ਰਿਹਾ। ਦੂਸਰੀ ਗੱਲ ਹੈਗੀ ਹੈ ਐਜੂਕੇਸ਼ਨਲ ਇੰਸਟੀਟਿਊਸ਼ਨਸ ਦੀ, ਯੂਨੀਵਰਸਿਟੀਜ਼ ਦੀ ਗੱਲ ਕੋਈ ਨਹੀਂ ਕਰ ਰਿਹਾ ਵੀ ਇਹ ਤੁਸੀਂ ਫੰਡਿੰਗ ਇਹਦੀ ਕੱਟ ਬੈਕ ਕੀਤੇ ਸੀ ਜਦੋਂ ਉੱਜਲ ਦਸਾਂਝ ਹੁੰਦਾ ਸੀ, ਉਦੋਂ ਵੀ ਪਹਿਲਾਂ ਸ਼ਾਇਦ, ਹਨਾ, ਫੈਡਰਲ ਗਵਰਨਮੈਂਟ ਨੇ, ਜਿਹੜੇ ਕਿ ਫੈਡਰਲ ਜੁਰਿਸਡਿਕਸ਼ਨ ਦੀ ਗੱਲ ਹੈਗੀ ਆ ਇਹ, ਉਹਦੇ ਤੇ ਕੋਈ ਗੱਲ ਨਹੀਂ ਕਰ ਰਿਹਾ ਵੀ ਸਾਡੇ ਬੱਚਿਆਂ ਨੂੰ ਇੱਥੇ ਦਾਖਲੇ ਨਹੀਂ ਮਿਲ ਰਹੇ। ਜਿਵੇਂ ਪਹਿਲਾਂ ਆਪਣੇ ਕਾਲਰ ਕਹਿ ਕੇ ਗਏ ਨੇ ਵੀ 2 ਬੱਚੇ 1.5 ਮਿਲੀਅਨ ਚ ਪੈਂਦੇ ਆ, ਘਰ ਤਾਂ ਲੋਕਾਂ ਤੋਂ ਲੈਣੇ ਮੁਸ਼ਕਲ ਹੋਏ ਹੋਏ ਨੇ, 1.5 ਮਿਲੀਅਨ ਜਵਾਕਾਂ ਤੇ ਕਿੱਥੇ ਲਾ ਦੇਣਗੇ ਸਾਡੇ ਆਦਮੀ। ਬਿਲਕੁਲ ਠੀਕ ਹੈ। ਇਹਦੇ ਤੇ ਕੋਈ ਨਹੀਂ ਪੁੱਛ ਰਿਹਾ ਵੀ ਜਿੰਨੀ ਸਾਡੀ ਪਾਪੂਲੇਸ਼ਨ ਵੱਧ ਗਈ, ਇਹਦੇ ਲਈ ਸਾਨੂੰ ਪ੍ਰੋਫੈਸ਼ਨਲ ਲੋਕ ਕਿੰਨੇ ਚਾਹੀਦੇ ਨੇ ਕਿ ਉਹ ਨੰਬਰ ਅਸੀਂ ਪੂਰਾ ਕਰਨ ਤੇ ਕੋਈ ਕੰਮ ਕਰ ਰਹੇ ਹਾਂ। ਯੂਨੀਵਰਸਿਟੀ ਦੇ ਵਿੱਚ ਉਹਨੇ ਅਸੀਂ ਪ੍ਰੋਡਿਊਸ ਕਰ ਰਹੇ ਹਾਂ ਬੱਚੇ ਇਸ ਕਿਸਮ ਦੇ ਪ੍ਰੋਫੈਸ਼ਨਲ। ਉਹਦੀ ਉਹ ਪ੍ਰੋਬਲਮ ਹੁਣ ਇੰਟਰਨੈਸ਼ਨਲ ਸਟੂਡੈਂਟਸ ਦੀ ਇਸ ਕਰਕੇ ਮਜਬੂਰੀ ਬਣ ਗਈ ਯੂਨੀਵਰਸਿਟੀ ਦੀ, ਉਹ ਫੰਡਿੰਗ ਨੂੰ ਰਿਕਵਰ ਕਰਨ ਦੇ ਲਈ ਜਿਹੜੀ ਇਹਨਾਂ ਨੇ ਕੱਟ ਬੈਕ ਕੀਤੇ ਨੇ। ਬਿਲਕੁਲ ਜੀ, ਫੀਸਾਂ ਲੈਂਦੇ 3 ਗੁਣੀਆਂ, ਫੀਸਾਂ 3-4 ਗੁਣਾ ਫੀਸਾਂ ਲੈਂਦੇ ਨੇ। ਉਹ ਇਹਦਾ ਮਤਲਬ ਕਲੀਅਰ ਆ ਵੀ ਉਹ 3-4 ਗੁਣਾ ਇਹਨਾਂ ਨੇ ਫੰਡਿੰਗ ਕੱਟ ਬੈਕਸ ਕੀਤੇ ਹੋਏ ਨੇ ਜੀ ਜੀ। ਯੂਨੀਵਰਸਿਟੀਆਂ ਦੀ ਮਜਬੂਰੀ ਬਣ ਗਈ ਇੰਟਰਨੈਸ਼ਨਲ ਸਟੂਡੈਂਟਸ ਨੂੰ ਲੈਣਾ। ਹਾਂਜੀ ਜੀ, ਇਹਦੇ ਤੇ ਕੋਈ ਗੱਲ ਨਹੀਂ ਹੈ। ਤੇ ਉਸ ਤੋਂ ਅਗਲਾ ਗੱਲ ਤੁਹਾਨੂੰ ਯਾਦ ਹੋਣਾ, 25 ਸਾਲ ਪਹਿਲਾਂ ਮੈਂ ਜਦੋਂ ਆਇਆ ਸੀ ਤੇ ਉਦੋਂ ਵੀ ਗੱਲ ਹੁੰਦੀ ਸੀਗੀ ਫੋਰਨ ਕ੍ਰੈਡੈਂਸ਼ੀਅਲਸ ਦੀ। ਬਿਲਕੁਲ, ਲੇਕਿਨ ਉਹ ਮੇਰਾ ਖਿਆਲ ਉਹ ਪਤਾ ਹੀ ਨਹੀਂ ਹੋਈ ਗਈ ਆ ਹੁਣ ਤੱਕ, ਗੱਲ ਹੀ ਨਹੀਂ ਕੋਈ ਕਰ ਰਿਹਾ, ਗੱਲ ਕੋਈ ਹੈ ਹੀ ਨਹੀਂ ਜੀ ਉਹਦੇ ਤੇ। ਹਾਂਜੀ, ਤੇ ਬਾਕੀ ਹੈਗਾ ਵੀ ਓਵਰਆਲ ਮੈਨੂੰ ਲੱਗਦਾ ਵੀ ਇਹ ਹੈ ਤਾਂ ਤਕਰੀਬਨ ਸਾਰੇ ਇੱਕੋ ਜਿਹੀ, ਪਰ ਮੈਨੂੰ ਸਮਝ ਤੋਂ ਬਾਹਰ ਆ ਵੀ ਹਾਂ ਜਿਹੜੀ ਮੈਂ ਇੱਕ ਸੋਲੂਸ਼ਨ ਦੀ ਗੱਲ ਮੈਨੂੰ ਲੱਗ ਰਹੀ ਹੈ ਨਾ, ਹਲੇ ਤਾਂ ਨਹੀਂ, ਖੈਰ ਆਉਂਦੇ ਟਾਈਮ 'ਚ ਹੋਣੀ ਚਾਹੀਦੀ ਆ। ਇਹੋ ਜਿਹੇ ਕੁਛ ਜਿਵੇਂ ਲੋਕੀ ਕਾਲਰ ਆਪਣੇ ਹੈਗੇ ਨੇ ਕਾਫੀ ਬਹੁਤ ਹੀ ਸੂਝਵਾਨ ਨੇ, ਆਪਣੇ ਨਾਲੋਂ ਵੀ ਜ਼ਿਆਦਾ ਵਧੀਆ ਉਹ ਨੌਲੇਜ ਰੱਖਦੇ ਆ ਜੀ, ਉਹ ਬਹੁਤ ਹੀ ਵੈਲਿਡ ਪੁਆਇੰਟ ਉਠਾਉਂਦੇ ਨੇ। ਲੇਕਿਨ ਇੱਥੇ ਰੇਡੀਓ ਤੇ ਉਠਾ ਦਿੱਤੇ ਜਾਂਦੇ ਨੇ, ਸਾਡੇ MPs ਉਹ ਤਾਂ ਸੁਣਦੇ ਹੀ ਨਹੀਂ ਇਹ ਜਿਹੀਆਂ ਗੱਲਾਂ ਨੂੰ, ਹੈਨਾ। ਮੈਂ ਕਹਿੰਦਾ ਵੀ MPs ਦੇ ਉੱਪਰ ਸਾਨੂੰ ਡਿਪੈਂਡੈਂਸੀ ਛੱਡਣੀ ਪੈਣੀ ਆ। ਤੁਸੀਂ ਆਪ ਨਹੀਂ ਕਰ ਸਕਦੇ, ਤੁਹਾਡੇ ਬੱਚੇ ਪੜ੍ਹ ਲਿਖ ਕੇ ਬਹੁਤ, ਉਹਨਾਂ ਨੂੰ ਨੌਲੇਜ ਆ, ਹਨਾ। ਕੋਈ ਕੁਛ 20-50 ਬੰਦਿਆਂ ਦਾ ਗਰੁੱਪ ਇਹ ਸੈਟਅਪ ਹੋਣਾ ਚਾਹੀਦਾ ਜਿਹੜੇ ਇਹਨਾਂ ਮੁੱਦਿਆਂ ਦੇ ਉੱਪਰ ਡਿਸਕਸ਼ਨ ਕਰਨ ਬੈਠ ਕੇ, ਔਰ ਉਸ ਤੋਂ ਬਾਅਦ ਇੱਕ ਪਟੀਸ਼ਨ ਤਿਆਰ ਕਰਕੇ ਨਾ ਹਰ ਹਫ਼ਤੇ 10 ਦਿਨਾਂ ਬਾਅਦ ਜਿਹੜਾ ਵੀ ਕੋਈ ਕਾਇਦਾ ਕਾਨੂੰਨ ਸਾਨੂੰ ਬੌਦਰ ਕਰ ਰਿਹਾ ਸਿਸਟਮ, ਨਾਟ ਓਨਲੀ ਇੰਡੀਅਨ ਪੀਪਲ, ਈਸਟ ਇੰਡੀਅਨ ਪੀਪਲ, ਕੈਨੇਡੀਅਨ ਸਿਸਟਮ ਨੂੰ ਸਸਟੇਨੇਬਲ ਰੱਖਣ ਦੇ ਲਈ ਜਿਹੜੀ ਵੀ ਚੀਜ਼ ਅਸੀਂ ਚਾਹੁੰਦੇ ਹਾਂ, ਜਿਹੜੀ ਕਿ ਸਿਆਸਤਦਾਨ ਨਹੀਂ ਕਰ ਰਹੇ, ਉਹਦੇ ਵਿੱਚ ਉਹ ਇੱਕ ਪਟੀਸ਼ਨ ਦੀ ਫਾਰਮ ਦੇ ਵਿੱਚ ਸਾਰੇ ਜਿੰਨੇ ਵੀ ਸੈਨੇਟਰਸ ਨੇ, ਸਾਰੇ MPs ਨੇ, ਸਾਰੇ ਲੀਡਰ ਆਫ ਆਪੋਜੀਸ਼ਨ ਜੀ, ਇੱਕ ਮੀਡੀਆ ਨੂੰ ਕਾਪੀਆਂ ਕੱਢੀਆਂ ਜਾਇਆ ਕਰਨ ਉਸ ਪਟੀਸ਼ਨ ਦੀਆਂ, ਤਾਂ ਹਿੱਲਣਗੇ। MPs ਨੇ ਸਾਡੇ ਨੇ ਕੱਖ ਨਹੀਂ ਕਰਨਾ। ਬਿਲਕੁਲ ਜੀ, ਧੰਨਵਾਦ, ਧੰਨਵਾਦ ਜੀ, ਬਹੁਤ ਬਹੁਤ। ਮੈਂ ਹੱਥ ਜੋੜ ਕੇ ਮਾਫੀ ਮੰਗਦਾ ਜੀ, ਕਾਲਰ ਵੇਟ ਕਰ ਰਹੇ ਨੇ ਸਰਦਾਰ ਸਰਬਜੀਤ ਸਿੰਘ, 15 ਮਿੰਟ 16 ਹੋ ਗਏ। ਗੋਇਲ ਸਾਹਿਬ ਲਾਈਨ ਛੱਡ ਗਏ ਕਿਉਂਕਿ ਖੁੱਲੀ ਗੱਲ 'ਚ ਮੈਂ ਅੱਜ ਟੋਕਦਾ ਨਹੀਂ ਸੀ ਕਿਸੇ ਨੂੰ ਵੀ ਸਾਰੇ ਕਰ ਲਓ। ਮੈਂ ਨਿੰਮੀ ਹੋਣੀ ਅੱਜ ਛੁੱਟੀ ਤੇ ਨੇ, 10-15 ਮਿੰਟ ਅਗਲੇ ਘੰਟੇ 'ਚ ਵੀ ਗੱਲ ਤੁਹਾਡੇ ਨਾਲ ਕਰਾਂਗਾ। ਜਿਹਨੇ ਵੀ ਗੱਲ ਕਰਨੀ ਹੋ ਪਲੀਜ਼ ਕਾਲ ਇਨ। ਸਰਦਾਰ ਸਰਬਜੀਤ ਸਿੰਘ ਲਾਈਨ ਨੰਬਰ 1।
ਹੈਲੋ ਮੇਰੇ ਨਾਲ ਗੱਲ ਕਰਦੇ ਵੀਰ ਜੀ? ਜੀ ਬਾਈ ਜੀ, ਤੁਹਾਡੇ ਨਾਲ ਮੈਂ ਮਾਫੀ ਮੰਗਦਾ, ਤੁਸੀਂ ਬਹੁਤ ਲੰਮਾ ਵੇਟ ਕੀਤਾ। ਨਾ ਨਹੀਂ ਜੀ, ਨਹੀਂ ਕੋਈ ਗੱਲ ਨਹੀਂ। ਅੱਛਾ ਵੀਰ ਜੀ, ਗੱਲ ਮੈਂ ਲੰਮਾ ਗਿੱਲਾ ਪੀਣ ਨਹੀਂ ਪਾਉਣਾ, 2-3 ਮਿੰਟਾਂ ਦੀ ਗੱਲ ਕਰ ਦੇਣੀ ਹੈ। ਗੱਲ ਪਹਿਲੀ ਗੱਲ ਤਾਂ ਵਲਗਰ ਤੇ ਭੇਡਾਂ ਬਾਰੇ ਗੱਲ ਕਰਨੀ ਹੈ ਜੀ। ਕਰੋ। ਵਾਹਿਗੁਰੂ ਨੂੰ ਵਲਗਰ ਕਹਿਣ ਵਾਲਾ ਬੰਦਾ ਜਾਂ ਤੇ ਉਹ ਗੁਰਦੁਆਰੇ ਜਾਂਦਾ ਹੀ ਨਹੀਂ, ਉਹ ਆਵਾ ਤਵਾ ਬੋਲਣ ਆਇਆ ਸੀਗਾ, ਤੇ ਜੇ ਉਹ ਗੁਰਦੁਆਰੇ ਜਾਂਦਾ, ਬੇਨਤੀ ਦੋਨੇ ਹੱਥ ਜੋੜ ਕੇ ਪਲੀਜ਼ ਰੱਬ ਦਾ ਵਾਸਤਾ ਇੰਗਲਿਸ਼ ਸਿੱਖੋ। ਵਲਗਰ ਕਿੰਨਾ ਭੈੜਾ ਲਫ਼ਜ਼ ਆ। ਵਾਹਿਗੁਰੂ ਵਲਗਰ ਕਹਿਣ ਵਾਲਾ ਬੰਦਾ ਕਦੇ ਧਾਰਮਿਕ ਨਹੀਂ ਹੋ ਸਕਦਾ। ਦੂਜੀ ਗੱਲ, ਜਿਹੜੀ ਭੇਡਾਂ ਲਫ਼ਜ਼ ਯੂਜ਼ ਕੀਤਾ ਜਾਂਦਾ, ਜਿਹੜੇ ਉਹਨੂੰ ਵੋਟਾਂ ਪਾਉਂਦੇ, ਉਹ ਭੇਡਾਂ ਬਾਈ ਜੀ, ਪੰਜਾਬੀ ਬਹੁਤ ਵੱਡੀ ਵਿਸ਼ਾਲ ਭਾਸ਼ਾ ਹੈ, ਹੋਰ ਬੜੇ ਲਫ਼ਜ਼ ਹੈ, ਤੇ ਭੇਡਾਂ ਰੇਡੀਓ ਵਾਲਾ ਲਫ਼ਜ਼ ਨਹੀਂ ਹੈ। ਥੋੜਾ ਹਾਂਜੀ ਗੱਲ ਵੀਰ ਜੀ ਅਸਲੀ ਮੈਂ ਮੋਗੇ ਬਾਰੇ ਕਰਨੀ ਹੈ। ਜਿਹੜਾ ਮੋਗੇ, ਹਾਂਜੀ, ਉਹ ਗੱਲ ਇਹ ਹੋਈ ਆ, ਵੈਸੇ ਤਾਂ ਮੈਂ ਜਿਹੜਾ ਹੋਸਟ ਮੇਰਾ ਬਹੁਤ ਕਲੋਜ਼ ਦੋਸਤ ਆ ਉਹਨੂੰ ਵੀ ਕਹੂੰਗਾ, ਪਰ ਮੈਂ ਚਾਹੁੰਦਾ ਰੇਡੀਓ ਤੇ ਵੀ ਗੱਲ ਜਾਵੇ। ਅੱਛਾ ਜੀ, ਮੋਗੇ ਆ ਜੋ ਕੁਛ ਪੁਲਿਸ ਦਾ ਕਟਾਪਾ ਕਿਸਾਨਾਂ ਤੇ ਹੋਇਆ ਹੈ, ਉਹਨੂੰ ਭੀੜ ਤੰਤਰ ਗਰਦਾਨਿਆ ਗਿਆ ਹੈ ਜੀ। ਜਦੋਂ ਕਿਸੇ ਵਿਸ਼ੇ ਦੇ ਉੱਤੇ ਆਪਾਂ ਡਿਸਕਸ ਕਰਦੇ ਆ ਜੀ, ਇੱਕ ਨੂੰ ਤਾਂ ਉਹਦੇ ਅਗੇਂਸਟ ਸੱਦ ਲਓ, ਇੱਕ ਨੂੰ ਉਹਦੇ ਹੱਕ ਚ ਸੱਦ ਲਓ, ਦੋਨੇ ਹੀ ਉਹਦੇ ਅਗੇਂਸਟ ਸੱਦਣੇ, ਆਈ ਡੋਂਟ ਥਿੰਕ ਦੈਟਸ ਰਾਈਟ। ਅੱਛਾ ਜੀ, ਗੱਲ ਇਹ ਹੈ ਜਿਹੜੀ ਉਹ ਭੀੜ ਤੰਤਰ ਦੀ ਗੱਲ ਹੁੰਦੀ ਹੈ, ਦੇਖੋ ਜਿਹੜਾ ਉਹ ਗੱਲ ਹੋਈ ਹੈਗੀ ਆ ਮੋਗੇ ਦੇ ਵਿੱਚ, ਬਿਲਕੁਲ ਜਿੱਥੇ ਉਹ ਲੋਕ ਉੱਥੇ ਜਿਹੜੀਆਂ ਜਥੇਬੰਦੀਆਂ ਤੇ ਇਲਜ਼ਾਮ ਲਾਉਂਦੇ ਆ ਬਈ ਨਾ, ਦੂਜਾ ਉਹ ਬਿਲਕੁਲ ਜਿਹੜੇ ਲੀਡਰ ਆ ਉਹਨਾਂ ਨੇ ਕਿਹਾ ਵੀ ਬੀਜੇਪੀ ਤੋਂ ਬਗੈਰ ਕਿਸੇ ਦਾ ਵਿਰੋਧ ਨਾ ਕਰੋ, ਮਤਲਬ ਉਹਨਾਂ ਨੂੰ ਰੋਕੋ ਨਾ। ਪਰ ਦੂਜੀ ਗੱਲ ਆਪਾਂ ਕਿਉਂ ਭੁੱਲ ਜਾਂਦੇ, ਉਹਨਾਂ ਨੇ ਕਿਹਾ ਉਹਨਾਂ ਨੂੰ ਸਵਾਲ ਜ਼ਰੂਰ ਪੁੱਛੋ ਜੀ। ਅੱਛਾ, ਸਵਾਲਾਂ ਦਾ ਪੰਗਾ ਇਹ ਹੈ, ਸਵਾਲਾਂ ਦਾ ਜਵਾਬ ਨਾ ਤਾਂ ਕਾਂਗਰਸ ਕੋਲੇ ਆ, ਨਾ ਅਕਾਲੀਆਂ ਕੋਲੇ ਆ, ਨਾ ਹੈਗਾ ਕਿਸੇ ਪਾਰਟੀ ਕੋਲੇ। ਸਵਾਲਾਂ ਦੇ ਜਵਾਬ ਹੈ ਨਹੀਂ, ਉਹਦਾ ਉਹਨਾਂ ਨੇ ਈਜ਼ੀ ਤਰੀਕਾ ਸਮਝ ਲਿਆ ਵੀ ਇਹੋ ਜਿਹਾ ਕਟਾਪਾ ਚਾੜੋ ਕੋਈ ਸਾਨੂੰ ਸਵਾਲ ਹੀ ਨਾ ਪੁੱਛੇ ਸਕੇ। ਉਹ ਭੀੜ ਤੰਤਰ ਨਹੀਂ ਸੀ। ਭੀੜ ਤੰਤਰ ਹੁੰਦਾ ਜਿੱਥੇ ਚੂੜੀਆਂ ਵਾਲਾ ਮਾਰਿਆ ਜਾਂਦਾ ਹੈ, ਜਿੱਥੇ ਧੱਕੇ ਨਾਲ ਸ਼੍ਰੀ ਰਾਮ ਕਹੋ, ਉੱਥੇ ਭੀੜ ਤੰਤਰ ਹੈ। ਗੋਲ ਗੱਪੇ ਵਾਲਾ ਮਾਰ ਦਿੱਤਾ, ਛੋਟੇ ਜਿਹੇ ਸਿੱਖ ਬੱਚੇ ਦਾ ਜੂੜਾ ਕੱਟ ਦਿੱਤਾ, ਗਾਂ ਲਈ ਜਾਂਦਾ ਸੀ, ਉਹਦੇ ਬਾਰੇ ਗੱਲ ਕਰੋ। ਮੌਬ ਲਿੰਚਿੰਗ ਉਹ ਹੈ ਅਸਲੀ। ਇਹ ਕਿਸਾਨਾਂ ਨੂੰ ਪਲੀਜ਼ ਬਦਨਾਮ ਕਰਨ ਦੀ ਕੋਈ ਭੀੜ ਤੰਤਰ ਨਹੀਂ ਹੈ। ਸਵੇਰੇ ਟੌਪਿਕ ਸੀ, ਖੈਰ ਮੈਂ ਓਕੇ ਜੀ, ਧੰਨਵਾਦ ਜੀ। ਸਰਬਜੀਤ ਸਿੰਘ ਗੱਲ ਠੀਕ ਹੈ। ਉਹ ਹੱਕੀ ਮੰਗਾਂ ਲਈ ਪਿਛਲੇ 9 ਮਹੀਨੇ ਕੀ ਉਦੋਂ ਵੱਧ ਸਮੇਂ ਦੇ ਚੱਲ ਨੇ। ਸ਼ਬਦ ਕਈ ਵਾਰ ਆਪਣੇ ਭਾਵਨਾ ਤੇ ਸ਼ਬਦ ਨਹੀਂ ਮਿਲਦੇ ਹੁੰਦੇ। ਭੁਲਿੰਦਰਪਾਲ ਸਿੰਘ ਜੀ, ਲਾਈਨ ਨੰਬਰ 3। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ, ਮਾਫੀ ਤੁਸੀਂ ਵੀ ਬਹੁਤ ਲੰਬਾ ਵੇਟ ਕੀਤਾ, 15 ਮਿੰਟ। ਨਹੀਂ ਕੋਈ ਗੱਲ ਨਹੀਂ ਜੀ। ਉਹੀ ਗੱਲ ਇਹ ਆ ਵੀ ਵਿਸ਼ਾ ਤਾਂ ਵੈਸੇ ਮੈਂ ਕਰਨਾ ਚਾਹੁੰਦਾ ਸੀਗਾ ਵੀ ਅਕਾਲੀ ਦਲ ਦਾ ਡਿੱਗਦਾ ਮਿਆਰ ਤੇ ਕਾਂਗਰਸ ਇੰਨੀ ਲੋਕ ਇੰਨੇ ਮਗਰ ਕਿਵੇਂ ਹੋ ਗਏ। ਮਤਲਬ ਇਹ ਹੋ ਸਕਦਾ ਵਿਸ਼ਾ ਸਾਰਿਆਂ ਲਈ ਇੱਕ ਛੋਟਾ ਹੋਵੇ ਜਾਂ ਨਾ ਇੰਨਾ ਨਿਭਾਵਾਂ ਹੋਵੇ, ਪਰ ਇਹਦੇ ਰਿਜ਼ਲਟ ਬਹੁਤ ਭੈੜੇ ਆ, ਖਾਸ ਕਰਕੇ ਜਿਹੜਾ ਕੁਛ ਆਪਣੇ ਨਾਲ ਕਾਂਗਰਸ ਨੇ ਕੀਤਾ। ਉਹ ਇਹ ਚੀਜ਼ ਸੋਚਣ ਵਾਲੀ ਸੀ ਆਪਾਂ ਨੂੰ ਵੀ ਇਹ ਕਿਉਂ ਇਹ ਹੋ ਰਿਹਾ ਵੀ ਅਕਾਲੀ ਦਲ ਥੱਲੇ ਚਲੇ ਗਿਆ ਤੇ ਕਾਂਗਰਸ ਉੱਪਰ ਕਿਉਂ ਜਾ ਰਹੀ ਆ। ਚਲੋ ਜੀ, ਇਹ ਵੀ ਛੱਡਣ। ਹੁਣ ਗੱਲ ਆ ਵੀ ਮੈਂ ਜਿੰਨਾ ਖੰਡ ਹੋਰ ਵੀ ਸਾਰੇ ਕੋਲਰ ਜਿੰਨਾ ਖੰਡ ਕੀਰਤਨ ਜਥਿਆਂ ਨਾਲ ਮੈਂ ਵਿੱਚ ਰਿਹਾ ਨਾ, ਛੋਟਾ ਹੁੰਦਾ ਜਾਂ ਹੁਣ ਵੀ ਸਾਡਾ ਪਰਿਵਾਰ ਜਿਵੇਂ ਜੁੜਿਆ ਹੋਇਆ, ਅੱਛਾ ਜੀ, ਜਾਂ ਅਸੀਂ ਜਿੰਨਾ ਕੁ ਕਰ ਰਹੇ ਹਾਂ, ਕੋਈ ਮੈਨੂੰ ਲੱਗਦਾ ਨਹੀਂ ਕਿ ਮੈਂ ਅੱਜ ਤੱਕ ਕੋਲਰ ਦੇ ਉਹੋ ਜਿਹੇ ਵਿਚਾਰ ਸੁਣਿਆ। ਆਉਂਦੇ ਆ ਵੀਰ ਜੀ, ਅੱਜ ਵੀ ਬਹੁਤ ਆਏ ਨੇ। ਜਿਹੜਾ ਹੁਣ ਕਰੋਨਾ ਚੱਲਿਆ ਨਾ, ਕੁਛ ਕੁ ਸਾਲ ਪਹਿਲਾਂ ਜਾਂ ਕੁਛ ਸਮੇਂ ਤੱਕ ਬੰਦੇ ਮਖੌਲ ਕਰਦੇ ਹੁੰਦੇ ਸੀ, ਉਹ ਇਹ ਤਾਂ ਕੇਲੇ ਵੀ ਧੋ ਕੇ ਖਾਂਦੇ ਆ, ਉਹ ਇਹ ਤਾਂ ਗਲਾਸ, ਇਹ ਤਾਂ ਹਰ ਚੀਜ਼ ਚੱਕਣ ਲੱਗੇ ਹੱਥ ਧੋਂਦੇ ਆ, ਮਖੌਲ ਕਰਦੇ ਹੁੰਦੇ ਸੀ। ਮੈਨੂੰ ਅੱਜ ਦੱਸੋ ਵੀ ਅੱਜ ਹਾਂ ਮੈਨੂੰ ਅੱਜ ਦੱਸੋ ਵੀ ਸੈਨੀਟਾਈਜ਼ਰ ਨਾਲ ਹੱਥ ਸਾਫ਼ ਕਰਕੇ ਚੀਜ਼ ਚੱਕਣੀ ਚੰਗੀ ਆ ਕਿ ਹੱਥ ਧੋ ਕੇ ਚੀਜ਼ ਚੱਕਣੀ ਚੰਗੀ ਆ ਨਾ। ਮਤਲਬ ਗੱਲ ਇਹ ਆ ਵੀ ਉਹ ਠੀਕ ਆ ਕਿ ਸੰਪੂਰਨ ਕੋਈ ਵੀ ਨਹੀਂ ਹੋ ਸਕਦਾ। ਮੈਂ ਮੰਨ ਲਓ ਕਿ ਮੈਂ ਕੋਈ ਇੱਕ ਗੱਲ ਆਈ, ਉਹਦਾ ਕੋਈ ਵਿਗਿਆਨਿਕ ਤੱਤ ਹੋ ਸਕਦਾ, ਠੀਕ ਆ ਕਿ ਮੈਂ ਥੋੜਾ ਜਿਹਾ ਮੋਹਰੀ ਹੂੰ, ਮੈਂ ਕਹੂੰਗਾ ਨਹੀਂ ਮੈਂ ਥੋੜਾ ਕੱਟੜ ਹੋ ਗਿਆ ਜਾਂ ਮੈਂ ਉਹਨੂੰ ਆਪਦੇ ਢੰਗ ਨਾਲ ਲਾਗੂ ਕਰਾਇਆ, ਜਿਹੜਾ ਕਿ ਕਿਸੇ ਬੰਦੇ ਨੂੰ ਨਹੀਂ ਚੰਗਾ ਲੱਗਿਆ ਹਨਾ। ਜਿਹੜਾ ਹੁਣ ਗੱਲ ਇਹੀ ਆ ਵੀ ਉਹ ਚੀਜ਼ਾਂ ਹੁਣ ਬਾਹਾਂ ਤੱਕ ਧੋਂਦੇ ਸੀ, ਬਾਹਾਂ ਕਰ ਲੈ ਤਾਂ ਕੂਣੀਆਂ ਤੱਕ ਬਾਹਾਂ ਧੋਈ ਜਾਂਦੇ ਆ। ਅੱਜ ਡਾਕਟਰ ਕਹਿੰਦੇ ਆ ਵੀ ਕੂਣੀਆਂ ਆਪਦੇ ਬਾਹਾਂ ਕੂਣੀਆਂ ਤੱਕ ਧੋਵੋ। ਮਤਲਬ ਕਹਿੰਦੇ ਆ ਵੀ ਇਹ ਠੀਕ ਆ ਕਿ ਤੁਹਾਨੂੰ ਨਹੀਂ ਪਸੰਦ ਹੈਗਾ, ਉਹ ਠੀਕ ਆ, ਆਵਾਜ਼ ਉੱਚੀ ਹੋ ਸਕਦੀ ਆ, ਤੁਸੀਂ ਬੋਦਰੇਸ਼ਨ ਹੋ ਸਕਦੇ ਆ ਜੀ, ਆਵਾਜ਼ ਉੱਚੀ ਆ ਵੀ ਮੈਂ ਕੋਈ ਗੱਲ ਨਹੀਂ ਬਾਅਦ ਚ ਮੱਥਾ ਟੇਕਣ ਆ ਜੂਗੀ, ਕੋਈ ਗੱਲ ਨਹੀਂ, ਇਹਨਾਂ ਨੂੰ ਆਪਦਾ ਇਹ ਜਿਹੜੇ ਠੀਕ ਬੈਠੇ ਰਹਿਣ ਦੋ, ਰੱਬ ਦੀ ਰਜ਼ਾ 'ਚ ਬੈਠੇ ਆ, ਕੋਈ ਗੱਲ ਨਹੀਂ, ਮੈਂ ਬਾਅਦ ਚ ਆਜੂ ਮੱਥਾ ਟੇਕਣ ਹਨਾ। ਉਹ ਠੀਕ ਆ ਕਿ ਜਿੰਨੀ ਬੇਅਦਬੀ ਅੱਜ ਦੇ ਜਵਾਕ, ਅੱਜ ਦਾ ਲਾਣਾ ਗੁਰਦੁਆਰੇ ਕਰਦਾ। ਮੈਂ ਵਿਆਹਾਂ 'ਚ ਪਾਰਟ ਟਾਈਮ ਕੰਮ ਕੀਤਾ, ਉਹਦੇ ਬਾਰੇ ਕੋਈ ਨਹੀਂ ਬੋਲਦਾ। ਪਰਸੋਂ ਥੋੜੇ ਦਿਨ ਪਹਿਲਾਂ ਵੀਡੀਓ ਆਈ ਆ
ਵਿਆਹਿਆ ਹੋਇਆ ਜੋੜਾ ਗੁਰਦੁਆਰੇ ਦੀ ਹਜ਼ੂਰੀ ਅੰਦਰ ਕਿਸ ਕਰ ਰਿਹਾ, ਬੋਲਿਆ ਵੀ ਤੁਹਾਡੇ ਜਾ ਕੇ ਰੇਡੀਓ ਤੇ? ਦਿਖਾਵਾਂ ਮੈਂ ਵੀਡੀਓ ਉਹਦੀ? ਤੇ ਕਿੰਨੇ ਗੰਦੇ ਕੱਪੜੇ ਪਾ ਕੇ ਗੁਰਦੁਆਰੇ ਆਉਂਦੇ ਜਵਾਕ, ਰੋਕਿਆ ਤੁਸੀਂ ਕਦੇ ਆਪਦੇ ਜਵਾਕਾਂ ਨੂੰ? ਉਧਰ ਭਾਈ ਸਾਹਿਬ ਆਪਦੇ ਹੁਕਮਨਾਮਾ ਲੈਂਦੇ ਹੁੰਦੇ ਆ, ਢਾਡੀ ਵਾਰਾਂ ਚੱਲਦੀਆਂ, ਕੀਰਤਨ ਚੱਲਦਾ, ਮਗਰ ਏਡਾ ਰੌਲਾ ਹੁੰਦਾ ਆਵਾਜ਼ ਜਿਹੜਾ, ਰੋਕਿਆ ਕਿਸੇ ਨੇ ਗੁਰਦੁਆਰੇ? ਨਹੀਂ, ਅਸੀਂ ਜਿਹੜੇ ਵਾਹਿਗੁਰੂ ਕਰਦੇ ਆ ਉਹ ਗਲਤ ਕਰ ਰਹੇ ਆ, ਅਸੀਂ ਤਾਂ ਉਹਦੇ ਬਾਰੇ ਰੌਲਾ ਪਾਉਣਾ ਵਾ। ਇਹ ਆਪਣੀ ਮਾਨਸਿਕਤਾ ਬਣ ਗਈ ਹੈ। ਧੰਨਵਾਦ ਜੀ। ਉਹ ਗੱਲ ਮੈਂ ਪਕੜ ਨਹੀਂ ਸੀ ਰਿਹਾ ਉਹਨਾਂ ਦੀ, ਉਹ ਗੱਲ ਕਹਿਣਾ ਕੀ ਚਾਹੁੰਦੇ ਨੇ। ਉਹਨਾਂ ਨੇ ਮੈਨੂੰ ਮੈਸੇਜ ਭੇਜਿਆ ਸੀ ਵੀ ਮੈਂ ਗੁਰਦੁਆਰੇ 'ਚ ਵਲਗਰ ਨੋਰਮਸ 'ਤੇ ਗੱਲ ਕਰਨੀ ਚਾਹੁੰਦਾ ਹਾਂ। ਮੈਂ ਕਿਹਾ ਕਿਤੇ ਗੁਰਦੁਆਰਾ ਸਾਹਿਬ 'ਚ ਲੜਾਈ ਹੋ ਪਈ ਬਈ ਉਹਦੇ 'ਤੇ ਉਹਨਾਂ ਦਾ ਕੋਈ ਇਸ਼ੂ ਹੈ। ਮੈਂ ਕਿਹਾ ਚਲੋ ਉਹਦਾ ਮੈਨੂੰ ਕੋਈ ਗੱਲ ਕਰਨੀ, ਕਿਉਂਕਿ ਮੈਂ ਉਸ ਗੱਲ ਦਾ ਵਿਰੋਧੀ ਹਾਂ। ਸਾਹਿਬ ਦੀ ਹਜ਼ੂਰੀ ਦੇ ਵਿੱਚ ਤੂੰ ਮੈਂ ਕਰੋ, ਚਬਰ ਤਖਤ ਦੇ ਮਾਲਕ ਨੇ, ਜਾਗਤ ਜੋਤ ਨੇ। ਪਰ ਉਹ ਜਦ ਉਹਨਾਂ ਨੇ ਇਹ ਗੱਲ ਕਹੀ ਕਿ ਮੈਨੂੰ ਉਹ ਸ਼ੁਰੂ 'ਚ ਵੀ ਉਹ ਸਮਝ ਨਹੀਂ ਸੀ ਲੱਗ ਰਿਹਾ ਨੋਮਸ ਦੀ, ਉਹ ਕੀ ਕਹਿ ਰਹੇ ਨੇ ਬਲਗਰ ਦੀ। ਸਾਹਿਬ ਦਾ ਨਾਮ ਬਲਗਰ ਨਹੀਂ ਜੀ ਹੋ ਸਕਦਾ, ਲਾਊਡ ਤੁਸੀਂ ਕਹਿ ਸਕਦੇ ਹੋ ਵੀ ਲਾਊਡ ਜਿਹੜਾ ਸਿਮਰਨ ਕਰਦੇ ਸੀ ਉਹ ਮੈਨੂੰ ਪਸੰਦ ਨਹੀਂ ਸੀ। ਪਰ ਉਹ ਸਾਹਿਬ ਦਾ ਦਰਬਾਰ ਹੈ, ਉੱਥੇ ਜਿਨ੍ਹਾਂ ਨੂੰ ਪਸੰਦ ਹੈ, ਜਿਨ੍ਹਾਂ ਨੂੰ ਨਹੀਂ ਪਸੰਦ ਉਹ ਅਸੀਂ ਡਿਸਾਈਡ ਨਹੀਂ ਕਰ ਸਕਦੇ। ਅਤੇ ਉਹਨਾਂ ਦਾ ਹੀ ਇੱਕ ਟਰੈਡੀਸ਼ਨ ਆ, ਉਹ ਕਰਦੇ ਹੀ ਇਸ ਤਰ੍ਹਾਂ ਨੇ। ਰਹਿਣ ਸਵਾਈ ਨੂੰ ਤੁਸੀਂ ਬੈਠੋ, ਜਿਹੜੇ ਉਹਨਾਂ ਜਗ੍ਹਾ 'ਚ ਜਾ ਕੇ ਬੈਠਦੇ ਨੇ ਰਾਤ ਨੂੰ ਸੁਰਤ ਸਾਧ ਕੇ ਮੰਡਲਾਂ 'ਚ ਉੱਡਦੇ ਨੇ, ਉਹਨਾਂ ਦਾ ਆਪਣਾ ਆਨੰਦ ਹੈ ਇੱਕ। ਸੋ ਆਪਾਂ ਹੁਣ ਜਿਵੇਂ ਕਹਿ ਕੇ ਗਏ ਬਈ ਗੁਰਪ੍ਰੀਤ ਸਿੰਘ, ਹੁਣ ਅਸੀਂ 8 ਵਜੇ ਉੱਠਣ ਵਾਲੇ ਜਪਜੀ ਸਾਹਿਬ ਵੀ ਨਹੀਂ ਪੜ੍ਹਿਆ, ਅਤੇ ਮੈਂ ਕਿਵੇਂ ਕਹਿ ਦੇਵਾਂ ਵੀ ਤੁਸੀਂ ਉੱਚੀ ਬੋਲਦੇ ਹੋ। ਸੋ ਖਬਰਾਂ ਸੁਣਾ ਦੇਵਾਂ ਜੀ ਆ ਕੇ, ਫਿਰ ਕੁਛ ਸਮਾਂ 10-15 ਮਿੰਟ ਮੈਂ ਤੁਹਾਡੇ ਨਾਲ ਲਾਵਾਂਗਾ। ਨਿੰਮੀ ਡੌਲਾ ਜੀ ਅੱਜ ਛੁੱਟੀ 'ਤੇ ਨੇ, ਅਤੇ ਆ ਕੇ 10-15 ਮਿੰਟ ਹੋਰ ਇੱਕ ਆਪਾਂ ਕੰਟੈਸਟ ਵੀ ਬੈਕ ਟੂ ਸਕੂਲ ਦਾ ਖੇਡਣਾ। ਮੈਂ ਕੁਛ ਸਮਾਂ ਅਗਲੇ ਸ਼ੋਅ ਦਾ ਲਿਆ ਵੀ ਸਾਰੇ ਕਾਲਰਾਂ ਨਾਲ ਗੱਲ ਕਰਨਾ। 3 ਕਾਲਰ ਵੇਟ ਕਰ ਰਹੇ ਨੇ, ਸਰ ਰਣਜੀਤ ਸਿੰਘ ਜੀ, ਸਨੀ ਅਤੇ ਦਲੀਪ ਸਿੰਘ। ਸਨੀ ਤੁਸੀਂ ਏਅਰ 'ਤੇ ਹੋ ਜੀ, ਲਾਈਨ ਨੰਬਰ 4। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਰ ਟਰੂਡੋ ਸਾਹਿਬ ਅਫਗਾਨਿਸਤਾਨ ਤੇ ਉਧਰੋਂ ਲੋਕ ਲਿਆ ਰਹੇ ਆ, ਪਰ ਜਿਹੜੇ ਮਾਈਕਲ ਭਰਾ ਉਹਨਾਂ ਬਾਰੇ ਕੀ ਕੀਤਾ ਇਹਨਾਂ ਨੂੰ ਦੱਸਣਾ ਚਾਹੀਦਾ ਹੈ ਨਾ। ਬਾਕੀ ਪਾਰਟੀਆਂ ਮੁੱਦਾ ਕਿਉਂ ਨਹੀਂ ਉਠਾਉਣੀਆਂ ਨਾ? ਵੀ ਇਹਨਾਂ ਨੇ ਧੱਕੇ ਨਾਲ ਉਹਨਾਂ ਨੂੰ ਰੋਕਿਆ ਆ। ਇਹ ਤਾਂ ਜੀ ਇਹ ਗੱਲ ਆ ਵੀ ਮੈਂ ਕੈਨੇਡੀਅਨ, ਮੈਂ ਚਾਈਨਾ ਚੱਲ ਜਾਵਾਂ ਤੇ ਫਿਰ ਮੈਨੂੰ ਵੀ ਫੜ ਲਊਗੀ ਹੈ ਨਾ, ਵੀ ਜੇ ਕੋਈ ਰੌਲਾ ਆਇਆ ਤਾਂ ਹੈ ਨਾ। ਬਾਕੀ ਪਾਰਟੀਆਂ ਮੁੱਦਾ ਕਿਉਂ ਨਹੀਂ ਉਠਾਉਣੀਆਂ ਬਈ ਉਹ ਸਾਫ਼ ਕਰਨ ਹੈ ਨਾ, ਵੀ ਤੁਸੀਂ ਕੀ ਕੀਤਾ ਹੈ ਨਾ 5-6 ਸਾਲਾਂ 'ਚ। ਜੇ ਉਹਨਾਂ ਨੂੰ ਛਡਾਉਣ ਲਈ ਕੀ ਪ੍ਰੋਗਰੈਸ ਆ ਉਹਨਾਂ ਦੇ ਕੇਸ 'ਚ, ਕਿਉਂ ਨਹੀਂ ਸਥਿਤੀ ਸਾਫ਼ ਕਰਦੇ? ਤੇ ਜੀ ਨਾਲੇ ਬਈ ਕਿਊਟ ਫੇਸ ਕਾਫੀ ਨਹੀਂ ਹੁੰਦਾ ਹੈ ਨਾ ਪ੍ਰਧਾਨ ਮੰਤਰੀ ਬਣਨ ਲਈ, ਹੋਰ ਵੀ ਗੜਸ ਚਾਹੀਦੇ ਆ। ਤੇ ਨਾਲੇ ਜੀ ਜਾਂ ਤਾਂ ਐਤਕੀ ਕੰਜਰੇਟਿਵ ਆਉਗੇ ਜਾਂ ਤਾਂ ਫਿਰ ਜਗਮੀਤ ਸਿੰਘ ਹੁਣਾਂ ਦੀ ਲੋੜ ਪੈ ਜਾਣੀ ਐ ਐਤਕੀ, ਇਹ ਵੀ ਕਹਿ ਦੇਣ ਬਈ ਤੁਸੀਂ ਸਮਰਥਨ ਦਿਓ ਸਾਨੂੰ, ਮੈਂ ਬਣਨਾ ਪ੍ਰਧਾਨ ਮੰਤਰੀ। ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਹਾਂਜੀ, ਉਹ ਅੱਲਾ ਤੋਂ ਲਿਖਾ ਕੇ ਤੇ ਨਹੀਂ ਲਿਆ ਬਈ ਮੈਂ ਉਹ ਨਹੀਂ ਬਣਨਾ, ਜਗਮੀਤ ਸਿੰਘ ਵੀ ਬਣ ਸਕਦੇ। ਧੰਨਵਾਦ ਜੀ ਸਨੀ, ਧੰਨਵਾਦ ਤੁਸੀਂ ਵੇਟ ਕੀਤਾ, ਥੈਂਕ ਯੂ। ਬਿਲਕੁਲ ਜੇ 25-30-40 ਸੀਟਾਂ ਨਾਲ ਕੋਈ ਸਰਕਾਰ ਬਣਾਉਂਦੇ ਤਾਂ ਜਗਮੀਤ ਸਿੰਘ ਕਹਿ ਸਕਦਾ ਵੀ ਮੈਨੂੰ ਬਣਾਓ ਭਾਈ ਸਾਹਿਬ, ਮੈਂ ਡਿਪਟੀ ਪ੍ਰਾਈਮ ਮਿਨਿਸਟਰ ਬਣਨਾ। ਨਹੀਂ ਮੈਂ ਦਿੰਦਾ ਤੁਹਾਨੂੰ ਮਦਦ। ਇਸ਼ੂ ਬਹੁਤ ਹੋ ਜਾਂਦੇ ਜੀ ਉਸ ਸਮੇਂ, ਦੁਬਾਰਾ ਨਾ ਕਿਤੇ ਗਵਰਨਮੈਂਟ ਦੁਬਾਰਾ ਨਾ ਇਲੈਕਸ਼ਨ ਕਰਨੀ ਪਵੇ, ਜੇ ਬਹੁਤ ਕੁਝ ਹੋ ਜਾਂਦਾ। ਰਣਜੀਤ ਸਿੰਘ ਜੀ ਲਾਈਨ ਨੰਬਰ 2। ਵੀਰ ਜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਮੇਰੀ ਹੱਥ ਜੋੜ ਕੇ ਬੇਨਤੀ ਹੈ, ਪਹਿਲਾਂ ਤਾਂ ਤੁਹਾਨੂੰ ਮੁਬਾਰਕ ਹੈ ਤੁਹਾਡੀ ਸ਼ੇਰੇ ਦਿਲ ਜੋ ਤੁਸੀਂ ਇਹ ਪ੍ਰੋਗਰਾਮ ਲੈ ਕੇ ਆਉਂਦੇ ਹੋ, ਧੰਨਵਾਦ ਜੀ ਬਹੁਤ ਬਹੁਤ। ਦੂਜੀ ਇਹ ਹੈ ਕਿ ਜਿਹੜੇ ਪਹਿਲੇ ਕਾਲਰ ਸੀ ਤੇ ਸਰਦਾਰ ਗੁਰਦੀਪ ਸਿੰਘ ਜੀ, ਦੋਨੋਂ ਨੂੰ ਮੇਰਾ ਜੋੜ ਕੇ ਬੇਨਤੀ ਹੈ ਗੁਰਬਾਣੀ ਦੇ ਆਧਾਰ ਤੇ ਜੀ ਵੀ ਸਾਡੀ ਸ਼ਬਦਾਵਲੀ ਇਹ ਜੀ ਹੋਣੀ ਚਾਹੀਦੀ ਤਾਂ ਕਿ ਸਾਰੇ ਲੋਕਾਂ ਨੂੰ ਅਪੀਲ ਕਰ ਸਕੇ। ਕਹਿਣਾ ਕੀ ਚਾਹੁੰਦੇ ਆਪਾਂ। ਦੂਜੀ ਜਿਹੜੀ ਸਿਮਰਨ ਦੀ ਗੱਲ ਹੈਗੀ, ਸਿਮਰਨ ਕਰਨ ਨੂੰ ਗੁਰੂ ਸਾਹਿਬ ਮਨਾ ਨਹੀਂ ਕਰਦੇ, ਨਾ ਕੋਈ ਮਨਾ ਕਰਦਾ ਹੈ, ਪਰ ਸਾਨੂੰ ਗੁਰਬਾਣੀ ਦੇ ਆਧਾਰ ਤੇ ਸਿਮਰਨ ਹੋਣਾ ਚਾਹੀਦਾ। ਕਬੀਰ ਸਾਹਿਬ ਦਾ ਸ਼ਬਦ ਹੈ, ਐਸੇ ਬਲੌ ਜੈਸੇ ਤਤ ਨਾ ਜਾਏ, ਸਹਿਜ ਬਲੌ ਜੈਸੇ ਤਤ ਨਾ ਜਾਏ ਜੀ। ਹੁਣ ਸਹਿਜ ਦਾ ਅਸੀਂ ਕੀ ਅਰਥ ਲੈਂਦੇ, ਇਹ ਹੁਣ ਮਤਲਬ ਸੋਚਣ ਦੀ ਗੱਲ ਹੈ। ਠੀਕ। ਦੂਜੀ ਗੱਲ ਹੈ, ਭਗਤ ਕਬੀਰ ਸਾਹਿਬ ਜੀ ਦਾ ਬਿਲਾਵਲ ਰਾਗ ਚ ਹੈ, ਜਿਹੜੀ ਸਾਡਾ ਸਿਮਰਨ ਕਰਨ ਦੇ ਆ ਜਿਹੜੀ ਤੌਰ ਤਰੀਕੇ ਸਾਡੇ, ਮੈਂ ਕਿਸੇ ਉਹਨਾਂ ਨੂੰ ਟਾਰਗੇਟ ਨਹੀਂ ਕਰ ਰਿਹਾ, ਜਨਰਲ ਗੱਲ ਮੈਂ ਕਰ ਰਿਹਾ ਜੀ, ਵੀ ਜਿਹੜੇ ਸਾਡੇ ਤੌਰ ਤਰੀਕੇ ਹੋ ਗਏ ਉਹ ਸਾਡੇ ਕਿਸੇ ਨਾ ਕਿਸੇ ਤਰ੍ਹਾਂ ਮਤਲਬ ਜੋ ਮੈਨੂੰ ਮਹਿਸੂਸ ਹੋ ਰਿਹਾ ਉਹ ਯੋਗ ਮਤ ਤੇ ਚਲੇ ਗਏ।
ਤੇ ਉਹ ਕਬੀਰ ਸਾਹਿਬ ਇਸੇ ਗੱਲ ਕੇ ਸਾਨੂੰ ਸੁਚੇਤ ਕਰਦੇ ਨੇ। ਗੁਰੂ ਨਾਨਕ ਸਾਹਿਬ ਨੇ ਬਾਣੀ ਇਕੱਠੀ ਕੀਤੀ, ਪੰਚਮ ਪਾਤਸ਼ਾਹ ਨੇ ਅੰਕਿਤ ਕਰਾਈ ਜੀ। ਆਸਨ ਪਾਵਨ ਦੂਰ ਕਰ ਬਵਰੇ, ਛੋੜ ਕਪਟ ਨਿੰਦ ਹਰ ਭਜ ਬਵਰੇ ਜੀ। ਵੀ ਜਿਹੜਾ ਤੂੰ ਸਵਾਸ ਚੜਾਉਂਦਾ ਕਰਦਾ ਹੈ ਤੇ ਇਹਦਾ ਤੂੰ ਰੱਬ ਨੂੰ ਯਾਦ ਕਰਦਾ ਹੈ, ਇਹ ਕਪਟ ਹੈ। ਤੇ ਇਹ ਦੋਨਾਂ ਸ਼ਬਦਾਂ ਨੂੰ ਆਧਾਰ ਬਣਾ ਕੇ ਜੇ ਆਪਾਂ ਇਹਨੂੰ ਮਤਲਬ ਇਹਦੇ ਮੱਦੇ ਨਜ਼ਰ ਕਰਦੇ ਆਪਾਂ ਸਿਮਰਨ ਕਰਦੇ, ਮੁਬਾਰਕ ਹੈ। ਸੋ ਮੇਰੇ ਤੇ ਇੰਨੀ ਬੇਨਤੀ ਹੈ ਵੀ ਆਪਾਂ ਗੁਰਬਾਣੀ ਨੂੰ ਵੱਧ ਤੋਂ ਵੱਧ ਗੁਰਬਾਣੀ ਦੇ ਆਧਾਰ ਤੇ ਸਮਝਣ ਦੀ ਕੋਸ਼ਿਸ਼ ਕਰੀਏ ਤੇ ਉਹਦੇ ਮੁਤਾਬਿਕ ਸਾਡਾ ਦਿਨਚਰਿਆ ਬਣੇ, ਤੇ ਤਾਂ ਕਿ ਸਾਡੇ ਅੰਦਰ ਇੱਕ ਸਾਂਝ ਬਣਨ ਦਾ ਪ੍ਰਕਿਰਿਆ ਸ਼ੁਰੂ ਹੋਵੇ, ਧੰਨਵਾਦ। ਦੂਰ ਹੁੰਦੀ ਜਾ ਰਹੀ। ਧੰਨਵਾਦ ਜੀ, ਬਹੁਤ ਬਹੁਤ। ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਕਿਉਂਕਿ ਜਿਹੜੇ ਵਿਸ਼ੇ ਤੇ ਮੇਰੀ ਪਕੜ ਨਹੀਂ ਜੀ, ਮੈਂ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ। ਬਿਲਕੁਲ ਉਸ ਗੱਲ ਬਿਲਕੁਲ ਕਲੀਅਰ ਆ ਕਿ ਨਾਮ ਸਿਮਰਨ ਨੂੰ ਅਸੀਂ ਬਲਗਰ ਨਹੀਂ ਕਹਿ ਸਕਦੇ, ਲਾਊਡ ਕੋਈ ਕਹਿ ਸਕਦਾ ਸ਼ਬਦ, ਲਾਊਡ ਵੀ ਨਹੀਂ। ਇਹ ਚੀਜ਼ਾਂ ਗੀਤਾਂ ਤੇ ਆਉਂਦੀਆਂ ਨੇ, ਗੁਰਬਾਣੀ ਤੇ ਨਹੀਂ, ਕਿਸੇ ਧਰਮ ਦੀ ਚਾਹੇ ਬਾਣੀ ਹੋਵੇ। ਲਾਈਨ ਨੰਬਰ 5 ਸਰਦਾਰ ਦਲੀਪ ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਹੋਰ ਜੀ ਭਾਈ ਸਾਹਿਬ ਠੀਕ ਠਾਕ ਜੀ? ਹਾਂਜੀ ਠੀਕ ਠਾਕ ਜੀ, ਤੁਸੀਂ ਦੱਸੋ। ਮੈਨੂੰ ਕਹਿ ਰਹੇ ਹੋ ਆਪਣੇ ਕਮੈਂਟ ਥੋੜਾ ਕਰਨਾ ਸੀਗਾ। ਮੈਨੂੰ ਕਾਲ ਆਈ ਸੀ ਵੀ ਸਿਮਰਨ ਵਾਲੇ ਜੀ ਚੱਲ ਰਿਹਾ, ਆਪਾਂ ਕੁਛ ਗੁਰਬਾਣੀ ਦੀਆਂ ਤੁਕਾਂ ਤੋਂ ਹੀ ਲਵਾਂਗੇ। ਜੇ ਤਾਂ ਆਪਾਂ ਸਾਰੇ ਆਪਣਾ ਵਿਸ਼ਵਾਸ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਹੋਵੇ ਜੀ, ਸਾਰਿਆਂ ਦਾ ਭਰੋਸਾ ਉਹਦੇ ਤੇ ਟਿਕਿਆ ਹੋਵੇ ਤੇ ਗੁਰਬਾਣੀ ਆਪਾਂ ਪੜ੍ਹੀਏ, ਵਿਚਾਰੀਏ, ਤੇ ਫਿਰ ਸਾਡੇ ਮਤਭੇਦ ਰਹਿ ਨਹੀਂ ਜਾਂਦੇ। ਕਿਉਂਕਿ ਮਤਭੇਦ ਉਦੋਂ ਹੀ ਹੁੰਦੇ ਆ ਜਦੋਂ ਮੈਂ ਕਹਾਂ ਮੇਰੇ ਵਿਚਾਰ ਆ ਜੀ, ਮੇਰੇ ਵਿਚਾਰ ਆ, ਉਦੋਂ ਫਿਰ ਵਿਚਾਰਾਂ ਦੇ ਵਿੱਚ ਮਤਭੇਦ ਹੋ ਜਾਂਦੇ ਆ ਵੀ ਮੇਰਾ ਵਿਚਾਰ ਕੁਛ ਹੋ ਰਿਹਾ ਤੇ ਕਿਸੇ ਦੂਜੇ ਦਾ ਵਿਚਾਰ ਕੁਛ ਹੋਰ ਹੋ ਸਕਦਾ ਜੀ ਜੀ। ਤੇ ਉਹਦੇ ਅੰਦਰ ਵੀ ਥੋੜੀ ਜਿਹੀ ਆਪਾਂ ਨੂੰ ਸੱਭਿਅਤਾ ਰੱਖਣੀ ਚਾਹੀਦੀ, ਬਹੁਤ ਜ਼ਰੂਰੀ ਹੈ। ਜੇ ਚਲੋ ਆਪਣਾ ਕੋਈ ਭਾਈਬੰਦ ਜਿਹੜਾ ਜਾਂ ਉਹਦੇ ਕੋਈ ਵਿਚਾਰ ਡਿਫਰੈਂਟ, ਆਪਣੇ ਨੂੰ ਆਪਾਂ ਸਤਿਕਾਰ ਕਰਨਾ ਚਾਹੀਦਾ ਵਿਚਾਰਾਂ ਦਾ ਜੀ, ਪਰ ਆਪਾਂ ਨੂੰ ਉਹਨੂੰ ਗੁਰਬਾਣੀ ਦੇ ਤਲ ਦੇ ਉੱਤੇ ਵਿਚਾਰ ਸਕਦੇ ਹਾਂ। ਗੁਰਬਾਣੀ ਦੇ ਅੰਦਰ ਇੱਕ ਦੋ ਸ਼ਬਦ ਮੈਂ ਲਊਂਗਾ ਜਿਹੜੇ ਮਹਾਰਾਜ ਕਹਿ ਰਿਹਾ, ਕਹਿੰਦੇ ਕਬੀਰ ਸਾਹਿਬ ਕਹਿੰਦੇ ਕਬੀਰ ਕੇਸੂ ਕੇਸੂ ਕੂਕੀ ਹੈ ਨਾ ਸੋਈਏ ਆਸਾਰ, ਰਾਤ ਦਿਨ ਸਕੇ ਕੂਕਣੇ ਕਬਹੂ ਕੈ ਸੁਣੇ ਪੁਕਾਰ। ਇਹ ਗੁਰੂ ਮਹਾਰਾਜ ਦੀ ਬਾਣੀ ਆਪਾਂ ਨੂੰ ਦੱਸ ਰਹੀ ਹੈ ਜੀ। ਸੋ ਇਹਦੇ ਚ ਇਹ ਨਹੀਂ ਚੀਜ਼ ਹੈਗੀ ਵੀ ਆਪਾਂ ਫਿਰ ਦੇਖੋ ਸੱਚੇ ਪਾਤਸ਼ਾਹ ਆਪਾਂ ਨੂੰ ਦੱਸ ਰਹੇ ਵੀ ਸਿੱਖ ਦਾ ਕਰਮ ਕੀ ਹੈ ਜੀ। ਸਤਿਗੁਰੂ ਸੱਚੇ ਪਾਤਸ਼ਾਹ ਨੇ ਗੁਰਬਾਣੀ ਦੇ ਅੰਦਰ ਲਿਖਿਆ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲ ਕੇ ਉਠ ਹਰ ਨਾਮ ਧਿਆਏ। ਪਹਿਲਾ ਕੰਮ ਇਹ ਗੁਰਸਿੱਖੀ ਕਰੂਗਾ। ਸੋ ਜਪਜੀ ਸਾਹਿਬ ਦੇ ਅੰਦਰ ਆਪਾਂ ਨੂੰ ਪੜ੍ਹਦੇ, ਇੱਕ ਦੋ ਜੀਭੋ ਲੱਖ ਹੋ ਹੈ, ਲੱਖ ਹੋ ਹੈ, ਲੱਖ 20 ਲੱਖ ਲੱਖ ਗੇੜਾ ਆਖੀ ਇੱਕ ਨਾਮ ਜਗਦੀਸ਼ ਜੀ। ਤੇ ਉਹਦੇ ਚ ਤਾਂ ਕੋਈ ਸ਼ੰਕਾ ਨਹੀਂ, ਮਹਾਰਾਜ ਨੇ ਛੱਡਿਆ ਆਪਾਂ ਨੂੰ ਸਮਝਾਉਣ ਦਾ। ਸੋ ਬੇਨਤੀ ਇਹੀ ਹੈ ਵੀ ਜੇ ਗੁਰਬਾਣੀ ਨੂੰ ਆਪਾਂ ਖੁਦ ਪੜ੍ਹੀਏ, ਵਿਚਾਰੀਏ ਸ਼ਰਧਾ ਦੇ ਨਾਲ, ਤੇ ਫਿਰ ਆਪਣੇ ਜਿਹੜੀਆਂ ਕੁਛ ਮਨ ਦੇ ਵਿੱਚ ਚੀਜ਼ਾਂ ਆਪਾਂ ਨੂੰ ਸਮਝ ਨਹੀਂ ਲੱਗਦੀਆਂ ਜੀ, ਜਦੋਂ ਸਿਮਰਨ ਕਰਾਂਗੇ ਫਿਰ ਆਪਾਂ ਨੂੰ ਸਮਝ ਲੱਗੂਗੀ। ਸੱਚੇ ਪਾਤਸ਼ਾਹ ਨੇ ਵੀ ਗੁਰਬਾਣੀ 'ਚ ਆਪਾਂ ਨੂੰ ਕਲੀਅਰ ਕਰਤਾ। ਮਹਾਰਾਜ ਕਹਿੰਦੇ ਆ, ਕਹਿੰਦੇ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਜੀ। ਜਦੋਂ ਸਿਮਰਨ ਕਰਾਂਗੇ ਮਨ ਟਿਕੂਗਾ, ਜਿਹੜਾ ਮਨ ਸਮਝਦਾ ਨਹੀਂਗਾ, ਜਿਹੜਾ ਜਿਹਨੇ ਪੜ੍ਹਨਾ ਹੈ, ਜਿਹਨੇ ਵਿਚਾਰਨਾ ਹੈ, ਜੇ ਉਹ ਟਿਕਦਾ ਹੀ ਨਹੀਂ ਤੇ ਫਿਰ ਉਹ ਪੜੂਗਾ ਵਿਚਾਰੂਗਾ ਕੀ ਹੈ ਨਾ ਜੀ। ਸੋ ਜਦੋਂ ਸਿਮਰਨ ਕਰਕੇ ਆਪਾਂ ਬਾਣੀ ਨੂੰ ਪੜਾਂਗੇ, ਵਿਚਾਰਾਂਗੇ, ਤੇ ਫਿਰ ਸਾਰਾ ਸਮਝ ਵੀ ਆਊਗੀ। ਫਿਰ ਆਪਣੀ ਜਿਹੜੀ ਕਨਫਿਊਜ਼ਨ ਵੀ ਦੂਰ ਹੋ ਜਾਊਗੀ, ਜਿਹੜੀ ਚੀਜ਼ਾਂ ਆਪਣੇ ਸਮਝ ਦੇ ਵਿੱਚ ਨਹੀਂ, ਪਕੜ ਦੇ ਵਿੱਚ ਆਉਂਦੀਆਂ। ਸੋ ਬੇਨਤੀ ਇਹੀ ਹੈ ਗੁਰਮੁਖ ਪਿਆਰਿਆਂ ਨੂੰ, ਸਾਰਿਆਂ ਨੂੰ, ਵੀ ਆਪਾਂ ਉਹਦੇ ਬਾਣੀ ਨੂੰ ਪੜ੍ਹੀਏ, ਪ੍ਰੈਕਟੀਕਲ ਕਰੀਏ, ਆਪਣਾ ਜੀਵਨ ਜਿਹੜਾ ਗੁਰਬਾਣੀ ਦੇ ਮੁਤਾਬਕ, ਗੁਰਮੁਖ ਦੇ ਮੁਤਾਬਕ ਉਹਨੂੰ ਜੀਏ, ਤੇ ਫਿਰ ਸਾਰੇ ਮਸਲੇ ਆਪਣੇ ਹੱਲ ਹੋ ਜਾਂਦੇ ਇਹਦੇ ਨਾਲ। ਧੰਨਵਾਦ ਜੀ, ਠੀਕ ਹੈ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਸਰਦਾਰ ਦਲੀਪ ਸਿੰਘ ਜੀ। ਸੈਮ ਜੀ ਆਖਰੀ ਕਾਲਰ ਹੋ ਤੁਸੀਂ, ਲਾਈਨ ਨੰਬਰ 1। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਰੱਬ ਦੇ ਵਿਸ਼ੇ ਤੋਂ ਥੋੜਾ ਦੂਰ ਜਾ ਕੇ ਮੈਂ ਜਿਹੜੀ ਗੱਲ ਕਰਨੀ ਚਾਹੁੰਦਾ, ਗਿਲ ਸਾਹਿਬ ਤੁਸੀਂ ਤਾਂ ਇਹਦੇ ਵਿੱਚ ਕਾਫੀ ਐਕਸਪਰਟ ਆ ਵੀ ਇਹ ਤਿੰਨੇ ਪਾਰਟੀਆਂ ਨੇ ਇੱਕ ਚੱਕਰ ਚੱਕ ਲਿਆ ਆ ਵੀ ਹੌਟ ਮਾਰਕੀਟ ਨੂੰ ਠੰਡਾ ਕਰਨ ਲਈ ਬਹੁਤ ਕੁਝ ਕਰਨਾ। ਮੇਰਾ ਜਿਹੜਾ ਕੁਐਸਚਨ ਹੈ ਤੁਸੀਂ ਇਹਨਾਂ ਨੂੰ ਵੀ ਕਰਿਓ ਕਿ ਇਹ ਵੋਟਾਂ ਦੀ ਰਾਜਨੀਤੀ ਜੋ ਵਿੱਚੋਂ ਕਿ ਅਜਿਹਾ ਤਾਂ ਨਹੀਂ ਵੀ ਦੋ ਸਾਈਡਾਂ ਦੀਆਂ ਹੌਟ ਮਾਰਕੀਟ ਨੂੰ ਕੰਟਰੋਲ ਕਰਨ ਨੂੰ ਸਾਰੇ ਕੈਨੇਡਾ ਨੂੰ ਪਨਿਸ਼ ਕੀਤਾ ਜਾ ਰਿਹਾ। ਇਹਦਾ ਸ਼ੌਕ ਵੇਵ ਆਲਰੇਡੀ ਫੈਲ ਚੁੱਕਿਆ। ਸੋ ਇਹ ਗਾਂ ਕੀ ਇਕਨੋਮੀ ਤੇ ਇਹਦਾ ਕਿੱਡਾ ਅਸਰ ਪੈਣਾ ਹੈ, ਇਸ ਗੱਲ ਦਾ ਇਹ ਜ਼ਰੂਰ ਇਹਨਾਂ ਨੂੰ ਇਹ ਪੁੱਛੋ ਜਿਹੜੇ ਆ ਰਹੇ ਵੀਰ ਜੀ ਸਾਹਿਬ। ਬਿਲਕੁਲ ਧੰਨਵਾਦ ਜੀ। ਤੇ ਹੁਣ ਇੱਕ ਆਪਾਂ ਕੰਟੈਸਟ ਖੇਲਣਾ ਅਖੀਰ 'ਚ ਤੁਹਾਡੇ ਲਈ। ਬੈਕ ਟੂ ਸਕੂਲ ਦਿਨ ਚੱਲ ਰਹੇ ਨੇ। ਇੱਕ
ਅਸੀਂ ਹੁਣ ਘੰਟੀ ਸਕੂਲ ਵਾਲੀ ਖੜਕਾਉਣੀ ਆ ਤੇ 6ਵੇਂ ਕਾਲਰ ਦੇ ਨਾਲ ਗੱਲ ਕਰਾਂਗੇ ਉਹਦੇ ਸਕੂਲ ਦੀ ਯਾਦ, ਬਚਪਨ ਦੀ ਯਾਦ, ਪਹਿਲੀ ਤੋਂ 5ਵੀਂ ਤੱਕ। ਤੇ ਜਦ ਤੱਕ ਇਹ ਚਲਾ ਕੇ ਤੇ ਫਿਰ ਵਪਾਰਕ ਸੰਦੇਸ਼ ਲੈਣਾ ਤੇ ਵਾਪਸ ਆ ਕੇ ਤੁਹਾਡੇ ਨਾਲ ਗੱਲ ਕਰਾਂਗਾ। ਤਾਂ ਉਸ ਤੋਂ ਬਾਅਦ ਫਿਰ ਅਗਲਾ ਸ਼ੋਅ ਰੋਮਨ ਹੋਣੀ ਲੈ ਕੇ ਤੁਹਾਡੇ ਨਾਲ ਸ਼ਾਮਲ ਹੋਣਗੇ। ਜਿਹੜਾ ਨਿੰਮੀ ਜੀ ਹੋਣੀ ਛੁੱਟੀ ਕਰ ਰਹੇ ਨੇ, ਉਹ ਸਾਰੇ ਪੁੱਛ ਰਹੇ ਹੋ ਤੁਸੀਂ, ਕਿਉਂਕਿ ਹੁਣ ਅੱਜ ਤੋਂ ਬਾਅਦ ਫਿਰ ਵੀਕਐਂਡ ਹੈ। ਕਮਲਜੀਤ ਸਿੰਘ ਡੌਲਾ ਜਿਹੜੇ ਨਿੰਮੀ ਜੀ ਦੇ ਸਤਿਕਾਰਯੋਗ ਬੈਟਰ ਹਾਫ ਪਤੀ ਜੀ ਨੇ ਪਰਮੇਸ਼ਰ, ਉਹਨਾਂ ਦਾ ਜਨਮ ਦਿਨ ਸੀ ਤੇ ਪਿਛਲੇ ਦਿਨੀ ਤੇ ਕੱਲ੍ਹ ਉਹਨਾਂ ਦੇ ਜਸ਼ਨ ਬਰਥਡੇ ਮਨਾਏ ਗਏ। ਸਾਰੀ ਦੁਨੀਆ ਤੋਂ ਮਹਿਮਾਨ ਆਏ। ਡੌਲਾ ਪਰਿਵਾਰ ਨੂੰ ਲੱਖ ਲੱਖ ਵਧਾਈ, ਨਿੰਮੀ ਡੌਲਾ ਜੀ ਨੂੰ ਤੇ ਨਾਲ ਹੀ ਕਮਲ ਡੌਲਾ ਤੇ ਸਾਰਾ ਪਰਿਵਾਰ ਤੇ ਉਹਨਾਂ ਦੇ ਵੱਡੇ ਭਾਈ ਸਾਹਿਬ ਤੇ ਸਾਰੇ ਸਾਡੇ ਸਟਾਫ ਨੇ ਕੱਲ੍ਹ ਗ੍ਰੈਂਡ ਤਾਜ ਦੇ ਵਿੱਚ ਰਾਤ ਜਿਹੜੀ ਬਹੁਤ ਵਧੀਆ 11-12 ਵਜੇ ਤੱਕ ਅਸੀਂ ਵਧੀਆ ਉਹਨਾਂ ਦੀਆਂ ਯਾਦਾਂ ਸਾਂਝੀਆਂ ਕੀਤੀਆਂ, ਬੈਠ ਕੇ ਗੱਲਾਂ ਬਾਤਾਂ ਕੀਤੀਆਂ। ਸੋ ਨਿੰਮੀ ਜੀ ਅਗਲੇ ਹਫ਼ਤੇ ਤੁਹਾਡੀ ਸੇਵਾ 'ਚ ਆ ਜਾਣਗੇ ਜੀ। ਤੇ ਹੁਣ 6ਵਾਂ ਕਾਲਰ ਜਿਹੜਾ ਹੋਏਗਾ ਉਹਦੇ ਨਾਲ ਗੱਲਬਾਤ ਹੋਏਗੀ। ਜੀ 6 ਕਾਲਰ ਨੇ ਜਿਹੜੇ ਉਹ ਇਸ ਤਰ੍ਹਾਂ, ਪਹਿਲੇ ਕਾਲਰ ਨੇ ਔਲਖ ਸਾਹਿਬ 2 ਮਿੰਟ 46 ਸੈਕਿੰਡ ਹੋ ਗਏ ਉਹਨਾਂ ਨੂੰ। ਦੂਸਰੇ ਜਿਹੜੇ ਨੇ ਨੰਬਰ 'ਤੇ 1935 ਆਖਰੀ ਨੰਬਰ ਹੈ। ਤੀਸਰੇ ਨੇ ਜਿਹੜੇ ਉਹ 1471 ਹੈ। ਚੌਥੇ ਨੰਬਰ ਨੇ 2670। ਪੰਜਵੇਂ ਸਾਰੇ ਕੱਟਣ ਲੱਗੇ। ਪੰਜਵੇਂ ਨੰਬਰ ਹੈ 1422 ਬਰਾੜ ਸਾਹਿਬ। 6ਵਾਂ ਨੰਬਰ ਹੈ ਸਰ ਗੁਰਪ੍ਰੀਤ ਸਿੰਘ। ਸਰ ਗੁਰਪ੍ਰੀਤ ਸਿੰਘ ਤੁਹਾਡਾ ਨੰਬਰ ਹੈ ਜੀ 6ਵਾਂ। ਸਤਿ ਸ਼੍ਰੀ ਅਕਾਲ। ਵਾਹ ਵਾਹ ਕਮਾਲ ਹੋ ਗਈ ਸਿੰਘ ਸਾਹਿਬ। ਖਾਲਸਾ ਵਾਹਿਗੁਰੂ ਜੀ ਫਤਿਹ। ਚੁੱਕਦਿਆਂ ਹੀ ਕਿਹਾ ਮੈਂ 5ਵਾਂ ਕਿ 6ਵਾਂ ਕਹਿੰਦੇ ਤੁਹਾਨੂੰ ਦੱਸਣਗੇ। ਅੱਛਾ, ਪਹਿਲੀ ਤਾਂ ਗੱਲ ਤੁਸੀਂ ਜਿੱਤੇ ਹੋ ਯੂ ਕਨੈਕਟ ਵਾਇਰਲੈਸ ਵੱਲੋਂ ਵਾਇਰਲੈਸ ਹੈਡਸੈਟ, ਨਾਲੇ ਤੁਹਾਡੇ ਟਰੱਕਿੰਗ 'ਚ ਕੰਮ ਦਊਗਾ। ਤੇ ਹੁਣ ਅੱਜ ਸਬੱਬੀ ਗਿੱਲ ਸਾਹਿਬ ਜਿਹੜੇ ਤੇ ਚੱਲਾ ਆ ਕੈਮਲੂਪ, ਤਾਈਓ ਖੁੱਲਾ ਸਮਾਂ ਤੁਹਾਡੇ ਨਾਲ ਬਚਨ ਕਰਨ ਦਾ। ਅੱਜ ਬੰਦ ਆਪਣੀ ਧੰਨਵਾਦ। ਅੱਛਾ, ਹੁਣ ਬਚਪਨ ਦਾ ਸਮਾਂ ਕਿਹੜਾ ਦੱਸੋਗੇ, ਬੰਬੇ ਦਾ ਜਾਂ ਟਕਸਾਲ ਦਾ? ਮੈਂ ਤੁਹਾਨੂੰ 3 ਦੱਸਾਂਗਾ ਜੀ। ਦੱਸੋ। ਜਿਹੜਾ ਤੁਹਾਨੂੰ ਅੱਜ ਤੱਕ ਸ਼ਾਇਦ ਨਾ ਪਤਾ ਹੋਵੇ। ਦੱਸੋ। ਜੰਮਿਆ ਮੈਂ ਪੰਜਾਬ 'ਚ, ਨਾਨਕੇ ਮੇਰੇ ਬੰਬੇ, ਉੱਥੇ ਮੈਂ KG ਸਿਰਫ ਪੜਿਆ ਆ। ਬੰਬੇ? ਹਾਂਜੀ। ਤੇ ਮੁੜ ਕੇ ਤੁਹਾਨੂੰ ਪਤਾ ਪਰਿਵਾਰ ਦਾ ਸਮਾਂ ਕੁਛ ਏਦਾਂ ਦਾ ਬਣਿਆ ਤੇ ਉਹਦੇ ਤੋਂ ਬਾਅਦ ਥੋੜਾ ਜਿਹਾ ਖੇਰੂ ਕੰਮ ਹੋ ਗਿਆ, ਟੱਪਰਵਾਸੀ। ਉਹਦੇ ਤੋਂ ਬਾਅਦ ਗਿੱਲ ਸਾਹਿਬ ਅਸੀਂ ਆ ਦੇਹਰਾਦੂਨ ਨੀਲਧਾਰੀ ਜਿਹੜੇ ਨਸ਼ਹਿਰਾ ਮੱਜਾ ਸਿੰਘ ਵਾਲੇ, ਉਹਨਾਂ ਦੀ ਸ਼ਰਨ 'ਚ ਉੱਥੇ ਗਏ ਦੇਹਰਾਦੂਨ। ਅੱਛਾ। ਉਹਨਾਂ ਨੇ ਸਾਨੂੰ ਸਾਂਭਿਆ। ਮੈਂ ਤੇ ਇਹ ਗੱਲ ਕਰਦਾ ਕਿ ਸਿੱਖ ਪੰਥ 'ਚ ਵੱਖੋ ਵੱਖਰੇ ਪੰਥ ਨੇ, ਪਰ ਜੇ ਸਾਰੇ ਵੀ ਨਹੀਂ ਚੰਗੇ, ਸਾਰੇ ਵੀ ਨਹੀਂ ਮਾੜੇ। ਜਿਹਦਾ ਚੰਗੀ ਚੀਜ਼ ਆ ਉਹ ਗ੍ਰਹਿਣ ਕਰੋ ਜੀ। ਠੀਕ ਹੈ ਜੀ। ਮੈਂ ਉਹਨਾਂ ਦੀ ਮਤਲਬ ਅੱਜ ਵੀ ਪੈਰ ਧੋ ਕੇ ਪੀਨਾ ਆ। ਉਹਨਾਂ ਨੇ ਸਾਨੂੰ ਗੁਰੂ ਦੇ ਲੜ ਲਾ ਕੇ ਰੱਖਿਆ। ਜਿੱਦਾਂ ਦੀ ਸਾਡੀ ਘਰ ਦੀ ਸਿਚੁਏਸ਼ਨ ਸੀ, ਜੇ ਉਹ ਨਾ ਸਾਂਭਦੇ, ਹੋ ਸਕਦਾ ਅਸੀਂ ਕਿਤੇ ਹੋਰ ਹੀ ਰੋਲੇ ਹੁੰਦੇ। ਬਿਲਕੁਲ। ਸਾਨੂੰ ਬਚਪਨ ਤੋਂ ਹੀ ਮੈਂ ਜੀ ਢੋਲਕੀ ਵਜਾਉਣੀ ਸ਼ੁਰੂ ਕਰਤੀ ਸੀ। 3 ਸਾਲਾਂ ਦਾ ਤੇ ਗ੍ਰੇਡ 3 'ਚ ਪੜ੍ਹਦਾ ਸੀ ਮੈਂ। ਉਹਦੇ ਤੋਂ ਉਹਨਾਂ ਦੇ ਨਾਲ ਧਾਰਨਾ ਦੇ ਨਾਲ ਢੋਲਕੀ ਵਜਾਉਣੀ ਸ਼ੁਰੂ ਕੀਤੀ। ਹੌਲੀ ਹੌਲੀ ਰੋਜ਼ ਸਵੇਰੇ ਸਕੂਲੇ ਜਾਣਾ, ਸ਼ਾਮਾਂ ਨੂੰ ਆ ਕੇ ਨਾਲ ਸਿੱਖਣਾ, ਇੱਕ ਕੀਰਤਨ ਦਾ ਸਾਜ਼ ਤੇ ਨਾਲ ਕੀਰਤਨ ਕਰਨਾ ਸੀ ਰਲ ਕੇ, ਨਾਲ ਰਹਿਰਾ ਸਾਹਿਬ ਦਾ ਜਾਪ ਕਰਨਾ। ਸੋ ਉੱਥੇ ਮੈਂ ਗ੍ਰੇਡ 4 ਤੱਕ ਪੜ੍ਹਿਆ ਜੀ ਓਨਲੀ ਜੀ। ਤੇ ਗ੍ਰੇਡ 4 ਹਿੰਦੀ ਮੀਡੀਅਮ ਸੀ। ਤੇ ਇੱਕ ਦਿਨ ਉੱਥੋਂ ਦੀ ਹਾਸੇ ਵਾਲੀ ਗੱਲ ਦੱਸਦਾ ਕਿ ਮੈਂ ਕਦੀ ਛੁੱਟੀ ਨਹੀਂ ਕੀਤੀ, ਕਦੀ ਕੰਧ ਨਹੀਂ ਟੱਪੀ। ਤੇ ਇੱਕ ਦਿਨ भाईजान क्या हुआ सुनाओ। एक दिन क्या हुआ भाईजान, हम अपने साथियों के साथ आधी छुट्टी जब ही हुई, हम कांध टाप कर अपने घर पे चले गए। कांध टाप कर घर में चले गए। रोटी खाने की बहुत भूख लगी थी, पर भाईजान हमारी अम्मा ने क्या किया, रोटी बाद में खिलाई, पहले शतरोल किया। भाईजान पहले हमारे को शतरोल किया, बाद में हमारे कान भी फूटे, हमारे चित्र भी पड़े, बाद में हमारे को रोटी खाकर फिर स्कूल में ही जाना पड़ा। अच्छा, फिर टकसाल दा हुण टकसाल दा दसो। पहली तो जिंदगी दी आखिरी स्कूल दी ये गलती सी मेरी जी। हाँ जी, जे मैनू बुखार भी चढ़िया होवे पेपरां दे देना, मैनू मां मेरी ने कहना चल पुत्त पढ़ जाके। बिल्कुल। हाँ जी। ते सो इदां दी गल साडी सिचुएशन सी। मुड़ के ਉਹਦੇ ਤੋਂ ਬਾਅਦ ਵੱਡਾ ਬ੍ਰਦਰ ਮੇਰੇ ਮਾਮਾ ਜੀ ਪਹਿਲਾਂ ਜਥੇ 'ਚ ਹੀ, ਉਹ ਤਾਂ ਕਰਕੇ ਸਾਡਾ ਨਾਮ ਬੰਬਾ ਆ ਕਿਉਂਕਿ ਉਹ ਬੰਬੇ ਤੋਂ ਹੀ ਪਹਿਲਾਂ। ਬਿਲਕੁਲ ਠੀਕ ਪਤਾ ਉਦੋਂ ਇਦਾਂ ਦੇ
ਉਹ ਥੋੜੇ ਜਿਹੇ ਹਿਸਾਬ ਕਿਤਾਬ ਜਾਂ ਇਦਾਂ ਦਾ ਗੁਣਾ ਘਟਾਓ ਹੋ ਗਿਆ ਪਰਿਵਾਰ 'ਚ। ਉਹ ਵੀ ਜਥੇ 'ਚ ਮਾਮਾ ਜੀ ਮੇਰੇ, ਉਹਨਾਂ ਤੋਂ ਬਾਅਦ 'ਚ ਵੱਡੇ ਭਰਾ ਮੇਰੇ ਜਥੇ 'ਚ, ਉਹਨਾਂ ਨੇ ਉੱਥੇ ਸਿੱਖਿਆ ਤੇ ਮੈਨੂੰ ਗੱਤਕੇ ਦੀ ਤੇ ਕੀਰਤਨ ਦੀ ਬਹੁਤ ਲਾਲਸਾ ਸੀ ਤੇ ਮੈਂ ਵੀ ਕਿਹਾ ਕਿ ਬਲਜੀਤ ਭਾਜੀ ਮੇਰੇ ਵੱਡੇ ਬ੍ਰਦਰ ਦਾ ਨਾਮ ਬਲਜੀਤ ਸਿੰਘ ਆ, ਮੈਂ ਕਿਹਾ ਬਲਜੀਤ ਭਾਜੀ ਕੋਲ ਜਾਣਾ ਮੈਂ ਤੇ ਕੋਈ ਰੱਟ ਲਾ ਰੱਖੀ ਕਿ ਗੱਤਕਾ ਸਿੱਖਣਾ ਬਸ ਐਸੀ ਮਹਾਰਾਜ ਦੀ ਦਇਆ ਹੋਈ। ਮੁੜ ਕੇ ਜਥੇ 'ਚ ਆਏ, ਹੁਣ ਤੱਕ ਜਥੇ ਦੇ ਨਾਲ ਹੀ ਆ ਜੀ। ਧੰਨਵਾਦ। ਤੇ ਹੋਲਡ ਕਰਿਓ ਲਾਈਨ ਤੇ ਤੁਹਾਨੂੰ ਵਾਇਰਲੈਸ ਹੈਡਸੈਟ ਦਈਏ ਅੱਜ ਤੇ ਚੜ੍ਹਦੀ ਕਲਾ 'ਚ ਰਹਿਣਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਬੰਬਾ ਇਹਨਾਂ ਨੂੰ ਕਹਿੰਦੇ ਨੇ। ਸੋ ਪ੍ਰੋਗਰਾਮ ਤੁਹਾਡੇ ਤੱਕ ਲੇਜੀ ਮਸਾਜ ਚੇਅਰ ਹਰਪਿੰਦਰ ਕੌਰ ਗਰੇਵਾਲ ਨਹੀਂ ਲੈ ਕੇ ਆਏ ਸੀ ਜੀ। 778 929 3191 ਇਹ ਲੋਕ ਸਾਥਾ, ਇਹ ਖੁੱਲੀਆਂ ਚੱਲਦੀ ਹੈ, ਹੱਦਾਂ ਤੋਂ ਬਾਹਰ ਹੋ ਕੇ ਵਗਦੀ ਹੈ। ਇਹ ਸਾਰੇ ਪਿਆਰ ਕਰਦੇ ਹੋ, ਦੇਣਾ ਨਹੀਂ ਦੇ ਸਕਦੇ ਤੁਹਾਡਾ, ਇਹ ਤੁਹਾਡੇ ਪਿਆਰ ਕਰਕੇ ਹੀ ਸਾਰੇ ਮੰਚ ਚੱਲਦੇ ਨੇ। ਸਾਰੇ ਅਸੀਂ ਬੈਠੇ ਹਾਂ ਇਹ ਤੁਹਾਡੇ ਕਰਕੇ। 7789293191 ਮਸਾਜ ਚੇਅਰ ਸਪੈਸ਼ਲਿਸਟ ਹਰਪਿੰਦਰ ਕੌਰ ਗਰੇਵਾਲ। ਉਸ ਤੋਂ ਬਾਅਦ ਜੈਰੀ ਬਰਾੜ 604-762 8899 ਬੈਸਟ ਡੀਲਰ ਔਨ ਬੈਸਟ ਰੇਟਸ ਜੈਰੀ ਬਰਾੜ। ਰੈਜ਼ੀਡੈਂਸ਼ੀਅਲ ਕਮਰਸ਼ੀਅਲ ਕੰਸਟਰਕਸ਼ਨ ਮਾਰਗੇਜ ਜੈਰੀ ਬਰਾੜ। ਪਰਮਿੰਦਰ ਸਿੰਘ ਥਿੰਦ ਥਿੰਕ ਇੰਸ਼ੋਰੈਂਸ 604-828-7213 ਅਲਬਰਟਾ ਤੇ BC ਸਵਾਮਾ। ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਮਾਰਗੇਜ, ਸੁਪਰ ਵੀਜ਼ਾ, ਡਿਸੇਬਿਲਿਟੀ ਦੀ ਇੰਸ਼ੋਰੈਂਸ ਪਰਮਿੰਦਰ ਸਿੰਘ ਥਿੰਦ। ਸਮਰਾ ਭਰਾਵਾਂ ਨੂੰ, ਸਮਰਾ ਫਰੇਮਿੰਗ ਕੰਪਨੀ ਨੂੰ ਫਰੇਮਰ ਦਾ ਕੰਮ ਜਿਹੜਾ ਕਰਨ ਵਾਲੇ ਵਰਕਰ ਚਾਹੀਦੇ ਆ। 604-561 5467 604-816 84 22 ਬਹੁਤ ਵੱਡੀ ਕੰਪਨੀ ਆ, ਸਿਰੇ ਦਾ ਕੰਮ ਹੈ, ਬਹੁਤ ਐਕਸਪਰਟ ਨੇ ਫਰੇਮਿੰਗ ਦੇ ਵਿੱਚ, ਕਸਟਮ ਘਰ ਜ਼ਿਆਦਾ ਬਣਾਉਂਦੇ ਨੇ। ਸਮਰਾ ਫਰੇਮਿੰਗ। ਸਰ ਬਲਜੀਤ ਸਿੰਘ 6045615467 604-561 54 67। ਤਨਖਾਹ ਤਜਰਬੇ ਅਨੁਸਾਰ ਤੇ ਪਰਿਵਾਰਕ ਮਾਹੌਲ ਪੂਰਾ ਸਿਖਾ ਦੇਣਗੇ ਜੇ ਕੰਮ ਘੱਟ ਆਉਂਦਾ। ਸਮਰਾ ਫਰੇਮਿੰਗ 604-561 54 67। ਫਰੀਵੇ ਮਜ਼ਦਾ ਤੋਂ ਗੱਡੀਆਂ ਮਜ਼ਦਾ ਦੀਆਂ ਲੈ ਕੇ ਆਉਣੀਆਂ ਤਾਂ ਯਾਦ ਰੱਖਿਓ 104 ਤੇ 154 ਤੇ ਐਜੈਕਸ ਕਾਰ ਆਫ ਈਅਰ ਦੂਸਰੀ ਵਾਰ ਅਵਾਰਡ ਮਿਲਿਆ ਫਰੀਵੇ ਮਜ਼ਦਾ 104 ਤੇ 154 ਸਟਰੀਟ ਤੇ freewayMazda.ca। ਮੈਲਰੋਜ਼ ਡਿਵੈਲਪਮੈਂਟ ਇੱਕ ਕੰਕਰੀਟ ਹਾਈ ਰਾਈਜ਼ ਟਾਵਰ ਵੱਡਾ ਆ ਰਿਹਾ ਸਰੀ ਸੈਂਟਰਲ ਸਕਾਈ ਟ੍ਰੇਨ ਸਟੇਸ਼ਨ ਕੋਲ। ਸਟੂਡੀਓ 1 2 3 ਬੈਡਰੂਮ ਤੁਸੀਂ ਬੁੱਕ ਕਰਨੇ ਨੇ 604 363 56 54 melroselivinc.ca। ਯਾਦ ਰੱਖਿਓ ਕਿ ਬਹੁਤ ਵਧੀਆ ਕੰਪਨੀ ਓਕ ਐਂਡ ਓਨੈਕਸ ਜਿਨ੍ਹਾਂ ਨੇ ਬਣਾਈ ਹੈ, ਬਣਾਉਣੀ ਹੈ, ML ਇੰਪੀਰੀਓ, ਉਹਨਾਂ ਦੀ ਇਹ ਉਹਨਾਂ ਦਾ ਟਾਵਰ ਹੈ। ਤੇ ਤੇਗਬੀਰ ਸਹਿਦੇਵ ਡੋਮੀਨੀਅਨ ਲੈਂਡਿੰਗ ਤੇ ਤੁਸੀਂ ਕੋਈ ਵੀ ਮੌਰਗੇਜ ਲੈਣੀ ਆ, ਪ੍ਰਾਈਵੇਟ ਫੰਡਿੰਗ ਤੇ ਉਸ ਤੋਂ ਬਾਅਦ ਫਸਟ ਮੌਰਗੇਜ, ਰੈਂਟਲ ਪ੍ਰੋਪਰਟੀ ਲਈ ਕੋਈ ਲੋਨ ਚਾਹੀਦਾ 6045001996 604 500 1996। ਕਿੰਗ ਜਾਰਜ ਪੀਜ਼ਾ ਬੱਲੀ ਬਲਰਾਮ 604 591 12 12 604 862 17 33। 15 ਸਾਲ ਦੇ ਤਜਰਬੇ ਵਾਲੇ ਬੱਲੀ ਬਲਰਾਮ ਘਰੇ ਆ ਕੇ ਤੰਦੂਰ ਲਾ ਕੇ ਤੁਹਾਨੂੰ ਖਾਸ ਤਾਜ਼ਾ ਖਾਣਾ ਬਣਾਉਂਦੇ ਆ। ਆਟਾ ਚਿਕਨ ਕੋਟਕਪੂਰੇ ਦਾ ਕਰਤਾ ਇਹਨਾਂ ਨੇ ਮਸ਼ਹੂਰ। 604 862 17 33। ਇਹ ਸੀ ਅੱਜ ਦਾ ਪ੍ਰੋਗਰਾਮ। ਧੰਨਵਾਦ ਸਾਰਿਆਂ ਦਾ। ਮਿੰਟ 25 ਉੱਪਰ ਹੋ ਗਏ ਤੇ 1 ਘੰਟੇ ਨੂੰ ਦੂਜੀ ਜਗ੍ਹਾ ਆਪਾਂ ਪਹੁੰਚ ਜਾਣਾ। ਜਿਉਂਦੇ ਵਸਦੇ ਰਹੋ ਤੇ ਮੰਗਲਵਾਰ 9:15 ਵਜੇ ਤੁਹਾਡੀ ਸੇਵਾ ਦੇ ਵਿੱਚ ਫੇਰ ਮੈਂ ਹਾਜ਼ਰ ਹੋਊਂਗਾ। ਹੁਣ ਮੇਰੇ ਤੋਂ ਬਾਅਦ ਰੋਮਨ ਤੁਹਾਨੂੰ ਗੀਤ ਵਧੀਆ ਸੁਣਾਊਗੀ। ਰੱਬ ਰਾਖਾ।